ਸਿੱਖੀ ਤੇ ਸਿਧਾਂਤਕ ਹਮਲੇ ਤਾਂ ਨਹੀਂ ਹੋ ਰਹੇ। ਤੁਸੀਂ ਗੁਰੂ ਨਾਨਕ ਦਾ ਨਾਮ ਵਰਤ ਕੇ ਸਭ ਕੁਝ ਉਹਦੇ ਉਲਟ ਕਰ ਰਹੇ ਆ। ਮੋਦੀ ਸਾਹਿਬ ਦੇ ਉੱਤੇ ਗੁਜਰਾਤ ਕਤਲੇਆਮ ਉਹਦਾ ਵੀ ਉਹਨਾਂ ਉੱਤੇ ਲੱਗਦਾ ਰਿਹਾ ਇਲਜ਼ਾਮ। ਨਾਨਾ ਦੇਸ਼ਮੁਖ ਦੀ ਮੌਤ ਹੋ ਗਈ ਜਿਹਨੇ ਹਿੱਕ ਠੋਰ ਕੇ ਕਿਹਾ ਸੀ ਕਿ ਸਿੱਖਾਂ ਦਾ ਕਤਲੇਆਮ ਜਾਇਜ਼ ਹੋਇਆ। ਇਸ ਤਰੀਕੇ ਨਾਲ ਵੱਡਾ ਕਰਕੇ ਦਿਖਾਇਆ ਜਾ ਰਿਹਾ ਕਿ ਜਿੱਦਾਂ ਸਿੱਖਾਂ ਉੱਤੇ ਬਹੁਤ ਵੱਡਾ ਅਹਿਸਾਨ ਕਰ ਦਿੱਤਾ ਹੋਵੇ। ਇੱਕ ਬੰਨੇ ਤੁਸੀਂ ਬਣਾ ਰਹੇ ਆ ਹਿੰਦੂ ਰਾਸ਼ਟਰ, ਕਿਉਂ ਰਾਸ਼ਟਰਵਾਦ ਦੇ ਵਿੱਚ ਸਾਨੂੰ ਨਹੀਂ ਬੰਨਿਆ ਜਾ ਸਕਦਾ? ਸਾਹਿਬਜ਼ਾਦਿਆਂ ਦੀ ਸ਼ਹਾਦਤ ਰਾਸ਼ਟਰ ਲਈ ਨਹੀਂ ਹੋਈ। Our Prime Minister in heart, he is a Sikh. ਸਿੱਖ ਹੋਣਾ ਤੇ ਬਹੁਤ ਦੂਰ ਦੀ ਗੱਲ ਆ। ਥੋੜਾ ਜਿਹਾ ਇਤਿਹਾਸ ਦੇਖੋ, ਆਪਣੀ ਮਰਜ਼ੀ ਨਾਲ ਨਹੀਂ, ਜਿਹੜੇ ਸਾਡੇ ਇਤਿਹਾਸ ਨੂੰ ਜਿੱਥੇ ਮਰਜ਼ੀ ਵਰਤ ਲਓ। ਜਿਹੜਾ ਇੰਡੀਆ ਜਿਹਨੂੰ ਅੱਜ ਕੱਲ੍ਹ ਭਾਰਤ ਕਹਿਣ ਦੀ ਕੋਸ਼ਿਸ਼ ਕਰ ਰਹੇ ਆ, ਕਿਸੇ ਤਰੀਕੇ ਦਾ ਵੀ ਨੈਸ਼ਨਲਿਜ਼ਮ ਜਿਹੜਾ ਨਾ ਉਹ ਬਿਨਾਂ ਹੇਟਰਡ ਦੇ ਨਹੀਂ ਹੋ ਸਕਦਾ। ਤੁਸੀਂ ਕਿਸ ਮੂੰਹ ਨਾਲ ਉਸ ਨਰਿੰਦਰ ਮੋਦੀ ਦੀ ਸਿਫਤ ਕਰਦੇ ਆ? ਸਿੱਖਾਂ ਨੂੰ ਸਭ ਤੋਂ ਪਹਿਲਾਂ ਤੇ ਉਹਨਾਂ ਦੀ ਹਿਸਟਰੀ ਨਾਲੋਂ ਤੋੜਨ ਦੇ ਲਈ ਸਿੱਖਾਂ ਨੂੰ ਸੈਗਮੈਂਟ ਵਿੱਚ ਵੰਡ ਦਿੱਤਾ। ਹੁਣ ਇਹ ਜਿਹੜੇ ਮੋਦੀ ਦੀਆਂ ਸਿਫਤਾਂ ਕਰਦੇ, ਫਰਜ਼ ਕਰੋ ਮੋਦੀ ਹਾਰ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਤੇ ਸਵਾਗਤ ਹੈ ਆਪ ਜੀ ਦਾ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਵੀ ਕਿਤੇ ਕੋਈ ਸਿਧਾਂਤਕ ਪੱਖ ਤੋਂ ਸਿਧਾਂਤਕ ਹਮਲੇ ਵਰਗੀ ਕੋਈ ਗੱਲ ਹੁੰਦੀ ਹੈ ਤੇ ਉਸ ਦਾ ਜਿਹੜਾ ਜਵਾਬ ਬਾਖੂਬੀ ਤੱਥਾਂ ਦੇ ਆਧਾਰ ਤੇ ਜਿਹੜਾ ਹੈ ਸਮੇਂ-ਸਮੇਂ ਤੇ ਅਸੀਂ ਦਿੰਦੇ ਰਹਿੰਦੇ ਹਾਂ। ਤੇ ਪਿਛਲੇ ਦਿਨੀ ਜਿਹੜਾ ਹੈ ਆਊਟਲੁੱਕ ਪਬਲੀਕੇਸ਼ਨ ਦੇ ਵੱਲੋਂ ਇੱਕ ਕਿਤਾਬ ਜਿਹੜੀ ਹੈ ਉਹਦੀ ਆਪਾਂ ਕਹੀ ਵੀ ਘੁੰਡ ਚੁਕਾਈ ਜਿਹੜੀ ਸੈਰਾਮਨੀ ਹੈ ਪਿਛਲੇ ਦਿਨੀ ਜਿਹੜੀ ਦਿੱਲੀ ਦੇ ਵਿੱਚ ਕੀਤੀ ਗਈ, ਜਿਸ ਦੇ ਵਿੱਚ ਸਿੱਖਸ ਐਂਡ ਮੋਦੀ ਜਰਨੀ ਆਫ 9 ਇਅਰਸ ਇਹ ਕਿਤਾਬ ਜਿਹੜੀ ਕਾਫੀ ਟੇਬਲ ਬੁੱਕ ਹੈ ਇਹਦਾ ਟਾਈਟਲ ਰੱਖਿਆ ਗਿਆ। ਔਰ ਉਸ ਸੈਰਾਮਨੀ ਦੇ ਵਿੱਚ ਤਕਰੀਬਨ 2-2.5 ਘੰਟੇ ਦੇ ਪ੍ਰੋਗਰਾਮ ਦੀ ਜਿਹੜੀ ਅੱਜ ਆਪਾਂ ਜਿਹੜੀ ਪੜਚੋਲ ਇੱਥੇ ਇਸ ਪ੍ਰੋਗਰਾਮ ਦੇ ਵਿੱਚ ਕਰਨੀ ਹੈ। ਤੇ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਡਾਕਟਰ ਕਿਰਨਪ੍ਰੀਤ ਕੌਰ ਜੀ ਤੇ ਉਹਨਾਂ ਦੇ ਨਾਲ ਜਥੇਦਾਰ ਮਹਿੰਦਰ ਸਿੰਘ ਜੀ। ਆਓ ਇਹਨਾਂ ਨਾਲ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਕਿਰਨਪ੍ਰੀਤ ਜੀ ਤੁਹਾਡੇ ਕੋਲ ਆਪਾਂ ਸ਼ੁਰੂਆਤ ਜਿਹੜੀ ਕਰਦੇ ਹੈਗੇ ਆ, ਕਿਉਂਕਿ ਇਸ ਕਿਤਾਬ ਦੇ ਵਿੱਚ ਜਾਂ ਆਪਾਂ ਕਹੀ ਕਿ ਇਸ ਕਿਤਾਬ ਤੇ ਚਲੋ ਆਪਣੇ ਕੋਲ ਨਹੀਂ ਆਈ, ਪਰ ਇਸ ਸੈਰਾਮਨੀ ਦੇ ਵਿੱਚ ਜੋ ਕੁਝ ਉਹਨਾਂ ਨੇ ਬੋਲਿਆ ਉਹਨਾਂ ਤੇ ਆਪਾਂ ਥੋੜੀ ਜਿਹੀ ਪੜਚੋਲ ਕਰਾਂਗੇ ਕਿ ਸਿਧਾਂਤਕ ਪੱਖ ਤੋਂ ਕੀ ਉਹ ਕਿਤੇ ਸਿੱਖੀ ਤੇ ਸਿਧਾਂਤਕ ਹਮਲੇ ਤਾਂ ਨਹੀਂ ਹੋ ਰਹੇ, ਜਾਂ ਸਾਨੂੰ ਕਿਤੇ ਕੋਈ ਆਪਾਂ ਕਹੀ ਵੀ ਕਿਤੇ ਜਾਗਰੂਕ ਹੋਣ ਦੀ ਲੋੜ ਤਾਂ ਨਹੀਂ ਹੈਗੀ। ਕਿਸੇ ਨੇ ਆਪਣਾ ਪ੍ਰੋਗਰਾਮ ਕਰਨਾ ਹੈ ਜੀ ਸਦਕੇ ਕਰੇ, ਸਾਨੂੰ ਉਹਦੇ ਨਾਲ ਕੋਈ ਗਿਲਾ ਨਹੀਂ ਹੈਗਾ, ਪਰ ਕਿਤੇ ਨਾ ਕਿਤੇ ਥੋੜੀ ਬਹੁਤੀ ਜਿਹੜੀ ਪੜਚੋਲ ਹੈ ਉਹ ਆਪਾਂ ਕਰਨੀ ਹੈਗੀ ਹੈ। ਇਸ ਦੇ ਵਿੱਚ ਜਿਹੜੇ ਸੰਦੀਪ ਘੋਸ਼ ਕਰਕੇ ਹੈਗੇ ਨੇ ਉਹਨਾਂ ਨੇ ਕਿਹਾ ਕਿ ਨਰਿੰਦਰ ਮੋਦੀ ਜੀ ਕਹਿੰਦੇ ਭਾਵੇਂ ਕਿ ਹੀ ਇਜ਼ ਬੋਰਨ ਇਨ ਏ ਹਿੰਦੂ ਫੈਮਿਲੀ ਬਟ ਇਨ ਹਾਰਟ ਹੀ ਇਜ਼ ਏ ਸਿੱਖ। ਤੇ ਇਸੇ ਗੱਲ ਨੂੰ JP ਨੱਡਾ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਹੈਗੇ ਨੇ ਉਹਨਾਂ ਨੇ ਵੀ ਇਸੇ ਗੱਲ ਨੂੰ ਜਿਹੜਾ ਹੈ ਅੱਗੇ ਜਾ ਕੇ ਮੋਹਰ ਲਾਈ ਹੈ। ਸ਼ੁਰੂਆਤ ਆਪਾਂ ਇੱਥੋਂ ਹੀ ਕਰਦੇ ਹਾਂ, ਬਾਕੀ ਦੀਆਂ ਗੱਲਾਂ ਵੀ ਹੌਲੀ ਹੌਲੀ ਆਪਾਂ ਕਰਦੇ ਜਾਣਾ। Our Prime Minister was born in a Hindu family, no doubt, but in heart, he is a Sikh. ਜਿਹੜੀ ਇਹ ਗੱਲ ਆ ਨਾ ਕਿ ਹੀ ਇਜ਼ ਬੋਰਨ ਇਨਟੂ ਅ ਹਿੰਦੂ ਫੈਮਿਲੀ ਬਟ ਐਟ ਹਾਰਟ ਹੀ ਇਜ਼ ਅ ਸਿੱਖ, ਪਹਿਲੀ ਗੱਲ ਤੇ ਇਹ ਹੈ ਕਿ ਜਿਹੜਾ ਸਿੱਖ ਹੋਣਾ ਨਾ ਉਹ ਆਪਣੇ ਆਪ ਦੇ ਵਿੱਚ ਉਹਦੀ ਡਿਸਕ੍ਰਿਪਸ਼ਨ ਆ ਤੇ ਉਹ ਡਿਸਕ੍ਰਿਪਸ਼ਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੌਜੂਦ ਆ। ਗੁਰੂ ਗ੍ਰੰਥ ਸਾਹਿਬ ਦੀ ਡਿਸਕ੍ਰਿਪਸ਼ਨ ਤੋਂ ਬਾਹਰ ਸਿੱਖ ਜਿਹੜਾ ਹੋ ਨਹੀਂ ਸਕਦਾ। ਜੀ ਜੀ। ਤੇ ਸਭ ਤੋਂ ਪਹਿਲੀ ਗੱਲ ਜਿਹੜੀ ਉਹਦੇ ਚ ਬੜੀ ਇੰਪੋਰਟੈਂਟ ਆ ਕਿ ਤੁਹਾਡੇ ਵਿੱਚ ਨਿਰਵੈਰ ਤੇ ਨਿਰਭਉ ਇਹ ਦੋਨੋਂ ਹੀ ਚੀਜ਼ਾਂ ਹੋਣੀਆਂ ਚਾਹੀਦੀਆਂ। ਜੀ ਜੀ। ਹੁਣ ਮੋਦੀ ਸਾਹਿਬ ਦੇ ਉੱਤੇ ਗੁਜਰਾਤ ਰਾਈਟ ਵਰਗੇ ਜਿਹੜੇ ਇੱਕ ਨਾਟ ਗੁਜਰਾਤ ਰਾਈਟ ਪਰ ਜਿਹੜਾ ਉੱਥੇ ਇੰਨਾ ਵੱਡੇ ਪੱਧਰ ਉੱਤੇ ਕਤਲੇਆਮ ਹੋਇਆ ਉਹਦਾ ਵੀ ਉਹਨਾਂ ਉੱਤੇ ਲੱਗਦਾ ਰਿਹਾ ਇਲਜ਼ਾਮ। ਜੀ ਜੀ। ਬੇਸ਼ੱਕ ਉਹਦੇ ਵਿੱਚੋਂ ਉਹ ਕਿਸ ਤਰੀਕੇ ਦੇ ਨਾਲ ਨਿਕਲੇ ਨੇ ਉਹ ਸਾਨੂੰ ਸਾਰਿਆਂ ਨੂੰ ਪਤਾ, ਕਿਉਂਕਿ ਪੋਲੀਟੀਕਲ ਪਾਵਰ ਜਿਹਦੇ ਕੋਲ ਹੈਗੀ ਉਹ ਕਿਤੇ ਵੀ ਨਿਕਲ ਸਕਦਾ ਹੈ। ਉਸ ਤੋਂ ਬਾਅਦ ਵੀ ਜੇਕਰ ਆਪਾਂ ਸਿੰਬੋਲਿਕਲੀ ਵੇਖੀਏ, ਕਿਉਂਕਿ ਜ਼ਰੂਰੀ ਨਹੀਂ ਹੁੰਦਾ ਕਿ ਜੋ ਇਨਸਾਨ ਕਰ ਰਿਹਾ, ਤੁਸੀਂ ਇੱਕ ਗੱਲ ਅਕਸਰ ਸਾਈਕੋਲੋਜੀਕਲੀ ਆਉਂਦੀ ਆ ਕਿ ਤੁਸੀਂ ਕਿਸੇ ਦੇ ਕਹਿਣ ਦੇ ਉੱਤੇ ਔਰ ਜੋ ਕਰ ਰਿਹਾ ਉਹਦੇ ਉੱਤੇ ਨਾ ਜਾਓ, ਉਹਦੇ ਸਿੰਬਲਸ ਨੂੰ ਲੱਭੋ, ਕਿਉਂਕਿ ਉਹ ਸਿੰਬਲਸ ਦੇ ਵਿੱਚ ਜ਼ਿਆਦਾ ਵਧੀਆ ਤਰੀਕੇ ਨਾਲ ਬੋਲ ਜਾਂਦਾ ਹੁੰਦਾ ਆ। ਜਦੋਂ ਹਾਥਰਸ ਵਰਗਾ ਕੇਸ ਹੁੰਦਾ ਜੀ ਤੇ ਮੋਦੀ ਸਾਹਿਬ ਦੇ ਮੂੰਹ ਚੋਂ ਇੱਕ ਅੱਖਰ ਨਹੀਂ ਨਿਕਲਦਾ ਹੈ ਨਾ, ਇਹੋ ਜਿਹਾ ਬੰਦਾ ਸਿੱਖ ਐਟ ਹਾਰਟ ਹੋ ਹੀ ਨਹੀਂ ਸਕਦਾ। ਕਿਉਂਕਿ ਸਿੱਖ ਐਟ ਹਾਰਟ ਹੋਣ ਦਾ ਮਤਲਬ ਆ ਐਟ ਹਾਰਟ ਐਂਡ ਅਦਰਵਾਈਜ਼ ਐਜ਼ ਵੈਲ। ਉਹਦਾ ਹੋਣ ਦਾ ਮਤਲਬ ਇਹ ਆ ਕਿ ਤੁਹਾਨੂੰ ਕਿਸੇ ਦੇ ਖਿਲਾਫ ਵੀ ਜੁਰਮ ਹੋ ਰਿਹਾ ਤੇ ਤੁਹਾਨੂੰ ਆਪਣੀ ਰੇਸ ਆਪਣੀ ਕੌਮ ਨੂੰ ਛੱਡ ਕੇ ਤੇ ਉਹਨੂੰ ਉਹਦੇ ਹੱਕ ਦੇ ਵਿੱਚ ਖੜੇ ਹੋਣਾ ਚਾਹੀਦਾ ਹੈ ਜੀ। ਮਤਲਬ ਜਿਹੜੀ ਆਪਾਂ ਕਹੀ ਕਿ ਮਨੁੱਖ ਜਾਤੀ ਦੀ ਜਿਹੜੀ ਮੁਕੰਮਲ ਆਜ਼ਾਦੀ ਦੀ ਗੱਲ ਸਿੱਖ ਧਰਮ ਕਰਦਾ ਹੈ, ਜੋ ਇੱਕ ਮੋਟਿਵ ਹੈਗਾ ਹੈ, ਉਹ ਜਿਹੜੀ ਤੁਸੀਂ ਗੱਲ ਕਹਿੰਦੇ ਵੀ ਇੱਥੇ ਮਿਸਿੰਗ ਹੈ। ਬਿਲਕੁਲ। ਔਰ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਅਗਰ ਆਪਾਂ ਹਵਾਲੇ ਤੋਂ ਹੀ ਲਈਏ ਨਾ, ਇੱਕ ਗੱਲ ਤਾਂ ਜਿਹੜੀ ਸੋਕਿਓ ਮੰਦਾ ਆਖੀ ਉਹ ਬਹੁਤ ਵਾਰੀ ਪ੍ਰਚਾਰੀ ਵੀ ਜਾਂਦੀ ਆ, ਪਰ ਇੱਕ ਨਾਲ ਇਹ ਵੀ ਹੈਗਾ ਕਿ ਵੇਖ ਪਰਾਈਆਂ ਚੰਗੀਆਂ ਧੀਆਂ ਭੈਣਾਂ ਮਾਵਾਂ ਜਾਣੇ, ਉਹ ਗੱਲ ਆਉਂਦੀ ਨਾ।
ਹੁਣ ਜਿਹੜੀ ਵੇਖ ਪਰਾਈਆਂ ਚੰਗੀਆਂ ਤੇ ਇੱਥੇ ਤੇ ਜਿਹੜੀ ਹੈਗੀ ਕਿਸੇ ਇੱਕ ਛੋਟੀ ਬੱਚੀ ਜੋ ਬਿਲਕੁਲ ਮਾਸੂਮ ਬੱਚੀ ਆ ਉਹਦੇ ਨਾਲ ਵੀ ਇਸ ਤਰੀਕੇ ਦਾ ਦੁਸ਼ਕਰਮ ਹੁੰਦਾ ਤੇ ਬੀਇੰਗ ਅ ਪ੍ਰਾਈਮ ਮਿਨਿਸਟਰ ਜੇ ਉਹ ਸਿੱਖ ਐਟ ਹਾਰਟ ਥੋੜੇ ਬਹੁਤ ਵੀ ਹੁੰਦੇ ਤਾਂ ਜਾਂ ਤਾਂ ਉਹ ਆਪਣੀ ਪੋਜੀਸ਼ਨ ਤੋਂ ਰਿਜ਼ਾਈਨ ਕਰ ਦਿੰਦੇ ਜਾਂ ਫਿਰ ਵਿੱਚ ਆ ਕੇ ਖੜੇ ਹੁੰਦੇ। ਦੂਜੀ ਗੱਲ, ਜਿਸ ਤਰੀਕੇ ਨਾਲ ਉਹ ਕਾਂਗਰਸ ਦੀ ਮੈਂ ਕੱਟੜ ਵਿਰੋਧੀ ਆ ਉਹਦੇ ਪਿੱਛੇ ਇੱਕੋ ਹੀ ਰੀਜ਼ਨ ਆ 1984 ਜੀ। ਪਰ ਜਿਸ ਤਰੀਕੇ ਦੇ ਨਾਲ ਉਹ ਟਿਚਰਾਂ ਕਰਦੇ ਦੇਖੇ ਜਾਂਦੇ ਆ ਪਾਰਲੀਮੈਂਟ ਦੇ ਵਿੱਚ, ਮੈਂ ਸਿੰਬੋਲਿਕ ਗੱਲ ਕਰਦੀ ਪਈ ਆ ਮਿਸਿਸ ਸੋਨੀਆ ਗਾਂਧੀ ਨੂੰ ਕਿ ਇਹ ਤਾਂ ਬਾਰ ਡਾਂਸਰ ਆ ਤੇ ਹੋਰ ਕਿਸੇ ਤਰੀਕੇ ਨਾਲ ਉਹਨਾਂ ਨੂੰ ਬੋਲਦੇ ਆ। ਤੁਸੀਂ ਇਹ ਇੱਕ ਪ੍ਰਾਈਮ ਮਿਨਿਸਟਰ ਕਹਿ ਰਿਹਾ, ਦੂਜੇ ਪਾਸੇ ਤੁਸੀਂ ਜਿਹੜਾ ਸਿੱਖ ਸੀ ਜੋ ਸਿੱਖ ਹੈ ਸਰਦਾਰ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਆ ਜੋ ਬੀਬੀ ਇੰਦਰਾ ਦੇ ਨਾਲ ਡਾਇਰੈਕਟ ਕਨਫਲਿਕਟ ਵਿੱਚ ਹੈਗੇ ਆ। ਇਹ ਵੀ ਹੈ ਕਿ ਉਹ ਉਹਨਾਂ ਦੀ ਜਾਨ ਦੀ ਵੀ ਪਿਆਸੀ ਆ, ਪਰ ਫਿਰ ਵੀ ਤੁਸੀਂ ਉਹਨਾਂ ਦੀਆਂ ਜਿੰਨੀਆਂ ਮਰਜ਼ੀ ਵੀਡੀਓਜ਼ ਕੱਢ ਕੇ ਦੇਖ ਲਓ ਜਾਂ ਆਪਾਂ ਲੈਟਰ ਵੀ ਦੇਖ ਲਈਏ ਜਿਹੜੀ ਕਿਤੇ ਵੀ ਦੇਖ ਲਓ, ਉਸ ਮਰਦ ਨੇ ਕਦੀ ਇਹ ਨਹੀਂ ਕਿਹਾ ਵੀ ਇਹ ਤਾਂ ਜਾਂ ਉਹਨੂੰ ਕਦੀ ਗਾਲਾਂ ਕੱਢੀਆਂ ਹੋਣ। ਉਹ ਬੀਬੀ ਕਹਿੰਦਾ ਆ ਇਹ ਆ ਸਿੱਖ ਹੋਣ ਦੀ ਡੈਫੀਨੇਸ਼ਨ। ਸਿੱਖ ਹੋਣ ਦੀ ਡੈਫੀਨੇਸ਼ਨ ਇਹ ਨਹੀਂ ਹੈ ਕਿ ਤੁਸੀਂ ਬਹੁਤ ਵੱਡੇ ਪਾਰਲੀਮੈਂਟ ਦੇ ਵਿੱਚ ਵੀ ਬੈਠ ਕੇ ਤੇ ਇੱਕ ਕਿਸੇ ਨੂੰ ਤੁਸੀਂ ਉਹਦੇ ਲਈ ਗਲਤ ਭਾਸ਼ਾ ਵਰਤਣੀ ਸ਼ੁਰੂ ਕਰ ਦਿਓ। ਸੋ ਮੋਦੀ ਸਾਹਿਬ ਤਾਂ ਹਿਊਮਨ ਹੋਣ ਦੀਆਂ ਜਿਹੜੀਆਂ ਪਹਿਲੇ ਪੈਰਾਮੀਟਰ ਆ ਉਹੀ ਕਵਰ ਨਹੀਂ ਕਰਦੇ, ਸਿੱਖ ਹੋਣਾ ਤੇ ਬਹੁਤ ਦੂਰ ਦੀ ਗੱਲ ਆ। ਹੁਣ ਜਿਨ੍ਹਾਂ ਨੇ ਇਹ ਕਿਹਾ ਆ ਕਿ ਹੀ ਇਜ਼ ਬੋਰਨ ਇਨ ਅ ਹਿੰਦੂ ਫੈਮਿਲੀ ਬਟ ਸਿੱਖ ਐਟ ਹਾਰਟ, ਜਾਂ ਤੇ ਉਹਨਾਂ ਦੀ ਸਿੱਖੀ ਦੇ ਉੱਤੇ ਪਕੜ ਹੀ ਨਹੀਂ ਹੈ ਜਾਂ ਫਿਰ ਉਹ ਆਪ ਉਸੇ ਤਬਕੇ ਦੇ ਆ ਤੇ ਜਾਂ ਫਿਰ ਜੋ ਸਾਡੇ ਖਿੱਤੇ ਦੇ ਵਿੱਚ ਨਾ ਉਸ ਪੂਰੇ ਖਿੱਤੇ ਵਿੱਚ ਮੈਨੂੰ ਲੱਗਦਾ ਤਾਂ ਹੁਣ ਗਲੋਬਲੀ ਹੋ ਗਿਆ ਕਿ ਜਿਹੜਾ ਥੋੜੀ ਜਿਹੀ ਉੱਪਰ ਵਾਲੀ ਕੁਰਸੀ ਤੇ ਆ ਜਾਂਦਾ ਉਹਦੀ ਫਿਰ ਉਹ ਬੂਟ ਪਾਲਿਸ਼ ਕਰਨੀ ਸ਼ੁਰੂ ਕਰ ਦਿੰਦੇ ਆ ਜਾਂ ਇਹ ਇਸ ਤਰੀਕੇ ਦਾ ਕੁਛ ਆ। ਸੋ ਮੋਦੀ ਸਾਹਿਬ ਨੂੰ ਤਾਂ ਹਜੇ ਤਾਂ ਉਹਨਾਂ ਨੂੰ ਹਿਊਮਨ ਹੋਣ ਦੀ ਪ੍ਰੈਕਟਿਸ ਦੀ ਲੋੜ ਆ, ਹਜੇ ਤਾਂ ਉਧਰਲੇ ਪਾਸੇ ਜਾਣਾ ਹਜੇ ਤਾਂ ਬਹੁਤ ਦੂਰ ਆ। ਸਿੱਖ ਹੋਣਾ ਤੇ ਸਿੱਖੀ ਜੋ ਸਿੱਖਾਂ ਦੇ ਘਰਾਂ 'ਚ ਜੰਮੇ ਹੋਏ ਨੇ ਜਿਨ੍ਹਾਂ ਦੇ ਕੋਲ ਬਕਾਇਦਾ ਸਿੱਖ ਕਦਰਾਂ ਕੀਮਤਾਂ ਵੀ ਨੇ, ਹਜੇ ਤਾਂ ਉਹ ਸਿੱਖੀ ਤੋਂ ਕੋਸਾਂ ਦੂਰ ਨੇ। ਸਿਰਸਾ ਸਾਹਿਬ ਹੋਣੀ ਜਾਂ ਆਪਾਂ ਸਾਰਾ ਟੋਲਾ ਹੀ ਕਹਿ ਲਈਏ, ਤਰਲੋਚਨ ਸਿੰਘ ਹੋਣੀ, ਜਿੰਨੇ ਵੀ ਲੋਕ ਉੱਥੇ ਬੈਠੇ ਸੀ ਜੀ, ਸਾਡੇ ਵਰਗੇ ਵੀ ਜਿਹੜੇ ਅਸੀਂ ਕਹਿੰਦੇ ਨਾ ਕਿ ਅਸੀਂ ਮਤਲਬ ਕਿਉਂਕਿ ਅਸੀਂ ਨੰਗੇ ਧੜ ਹੋ ਕੇ ਅਸੀਂ ਗੁਰੂ ਸਾਹਿਬ ਦੇ ਖੇਮੇ 'ਚ ਸ਼ਾਮਲ ਆ, ਪਰ ਸਾਡੇ 'ਚ ਦੇਖੀਏ ਤਾਂ ਸਾਡੇ 'ਚ ਬਹੁਤ ਸਾਰੀਆਂ ਕਮੀਆਂ ਆ ਜਾਂਦੀਆਂ। ਕਿਤੇ ਵੀ ਸਾਨੂੰ ਟਿੱਬੀ ਲੱਗ ਜਾਂਦੀ ਆ, ਕਿਤੇ ਵੀ ਅਸੀਂ ਕਿਸੇ ਨਾ ਕਿਸੇ ਦੇ ਚਲਾਕੀ ਦੇ ਵਿੱਚ ਆ ਜਾਂਦੇ। ਉਹਦਾ ਕਾਰਨ ਹੀ ਇਹ ਆ ਕਿ ਅਸੀਂ ਹਜੇ ਕਿਤੇ ਨਾ ਕਿਤੇ ਕੱਚੇ ਪਿੱਲੇ ਹੈਗੇ ਆ। ਹਜੇ ਅਸੀਂ ਪੂਰੀ ਤਰੀਕੇ ਨਾਲ ਆਪਣੇ ਆਪ ਨੂੰ ਸਿੱਖ ਨਹੀਂ ਕਹਿ ਸਕਦੇ ਕਿ ਜਿਹੜਾ ਬੰਦਾ ਜ਼ੁਲਮ ਦੇ ਨਾਲ ਖੜਾ ਆ, ਜਿਹੜਾ ਹਰ ਤਰੀਕੇ ਦੀ ਮਿਆਰ ਤੋਂ ਡਿੱਗੀ ਹੋਈ ਗੱਲ ਕਰ ਸਕਦਾ, ਉਹ ਸਿੱਖ ਆਪਣੇ ਆਪ ਨੂੰ ਕਦੇ ਮੈਨੂੰ ਤੇ ਹਾਸੋ ਹੀ ਨਹੀਂ ਗੱਲ ਲੱਗਦੀ ਹੈ ਜੀ। ਬਿਲਕੁਲ ਜੀ। ਤੇ ਥੋੜਾ ਜਿਹਾ ਹੋਰ ਅੱਗੇ ਆਪਾਂ ਚੱਲਦੇ ਹੈਗੇ ਆ ਉਸ ਦੇ ਵਿੱਚ ਜੇ ਆਪਾਂ ਕਹੀਏ ਕਿ ਬੋਲਦੇ ਜਦੋਂ ਸਿਫਤਾਂ ਵਾਲੇ ਬੰਨੇ ਜਿਹੜਾ ਜਦੋਂ ਆਪਾਂ ਕਹੀਏ ਪੁਲ ਆਪਾਂ ਕਿਸੇ ਦੇ ਬੰਨੇ ਹੁੰਦੇ ਆ ਤੇ ਉਸ ਵੱਲ ਨੂੰ ਜਦੋਂ ਗੱਲ ਆਉਂਦੀ ਆ ਤੇ ਉੱਥੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਜਿਹੜਾ ਖੋਲਿਆ, ਅਸੀਂ ਵੀ ਚੈਨਲ ਤੇ ਪ੍ਰੋਗਰਾਮ ਕੀਤੇ ਕਿਉਂਕਿ ਦੋਵਾਂ ਹੀ ਸਰਕਾਰਾਂ ਦਾ ਜਿਹੜਾ ਧੰਨਵਾਦ ਹੈ ਉਹ ਵੀ ਪ੍ਰੋਗਰਾਮ ਦੇ ਵਿੱਚ ਕੀਤਾ ਗਿਆ ਕਿ ਪਾਕਿਸਤਾਨ ਵਾਲੇ ਬੰਨਿਓ ਜਿਹੜਾ ਹੈਗਾ ਇਮਰਾਨ ਖਾਨ ਹੋਣਾ ਦਾ ਜਾਂ ਇੱਧਰੋਂ, ਕਿਉਂਕਿ ਜੇ ਆਪਾਂ ਕਹੀਏ ਕਿ ਭਾਰਤ ਸਰਕਾਰ ਦੀ ਜਿੰਨੀ ਵੀ ਜਿਹੜੀ ਉਸ ਟਾਈਮ ਦੀ ਕਾਰਗੁਜ਼ਾਰੀ ਰਹੀ ਆ, ਸ਼ਲਾਘਾਯੋਗ ਰਹੀ ਆ, ਉਸ ਦਾ ਅਸੀਂ ਵੀ ਜਿਹੜਾ ਧੰਨਵਾਦ ਹਰੇਕ ਪ੍ਰੋਗਰਾਮ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਕੀਤਾ ਹੈਗਾ। ਪਰ ਉੱਥੇ ਉਹਨਾਂ ਨੇ ਬੋਲਦੇ ਹੋਏ ਕਿਹਾ ਕਿ ਅਰਦਾਸ ਅੰਦਰ ਇੱਕ ਗੱਲ ਪਾਈ ਗਈ ਕਿ ਜਿਹੜੇ ਗੁਰਧਾਮ ਸਾਡੇ ਤੋਂ ਵਿਛੜ ਚੁੱਕੇ ਨੇ, ਕਹਿੰਦੇ ਉਹ ਸਿਰਫ ਨਰਿੰਦਰ ਮੋਦੀ ਜੀ ਨੇ ਹੀ ਪੂਰੀ ਕੀਤੀ। ਇਹ ਮਨਜਿੰਦਰ ਸਿੰਘ ਸਿਰਸਾ ਹੋਣੀ ਕਹਿ ਰਹੇ ਨੇ। ਅਰਦਾਸ ਅੰਦਰ ਅਸੀਂ ਨਿੱਤ ਅਰਦਾਸ ਕਰਦੇ ਹਾਂ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ, ਪਰ ਉਹਦੇ ਅੰਦਰ ਕੇਵਲ ਇੱਕ ਗੱਲ ਪਾਈ ਗਈ। ਵੱਡੇ ਵਡੇਰਿਆਂ ਵਾਸਤੇ ਕਿੰਨੀ ਵੱਡੀ ਗੱਲ ਸੀ। ਉਹਨਾਂ ਕਲਪਨਾ ਕੀਤੀ ਕਿ ਅਰਦਾਸ ਕਰਾਂਗੇ ਜ਼ਰੂਰ ਸਾਬਤ ਹੋਊਗੀ, ਕਿਸੇ ਦਿਨ ਪੂਰੀ ਹੋਊਗੀ। ਕੀ ਕਿਹਾ ਗਿਆ? ਜਿਹੜੇ ਪਵਿੱਤਰ ਸਥਾਨਾਂ ਨੂੰ ਵਿਛੋੜੇ ਗਿਆ ਉਹਨਾਂ ਦੇ ਖੁੱਲੇ ਦਰਸ਼ਨ ਦਿਦਾਰੇ ਨਸੀਬ ਕਰੇ। ਮੈਂ ਠੀਕ ਕਹਿ ਰਿਹਾ ਜੀ? ਕੋਈ ਦੂਜੀ ਗੱਲ ਇਸ ਅਰਦਾਸ ਅੰਦਰ ਨਹੀਂ ਇਸ ਤਰ੍ਹਾਂ ਦੀ ਪਾਈ ਗਈ, ਇੱਕ ਵਾਹਦ ਗੱਲ ਸੀ। ਪਰ ਇਹ ਕਿੰਨੇ ਆ ਕੇ ਪੂਰੀ ਕੀਤੀ? ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸਾਡੀ ਕੀਤੀ ਅਰਦਾਸ ਦੀ ਪੂਰੀ ਕੀਤੀ ਵੀ ਗੁਰੂ ਦੀ ਕੀਤੀ ਅਰਦਾਸ ਗੁਰੂ ਦਾ ਖਾਲਸਾ ਰੋਜ਼ ਕਰਦਾ ਹੈ, ਇਹ ਪੂਰੀ ਹੋਣੀ ਚਾਹੀਦੀ ਹੈ। ਮੈਂ ਵੀ ਇਹ 'ਚ ਯੋਗਦਾਨ ਪਾਊਂਗਾ। ਇਹਦੇ ਬਾਰੇ ਤੁਹਾਡੇ ਪਹਿਲੇ ਲਫ਼ਜ਼ ਕੀ ਨੇ? ਇਹਦੇ ਵਿੱਚ ਨਾ ਇੱਕ ਗੱਲ ਤਾਂ ਇਹ ਵੀ ਆਪਾਂ ਸਮਝੀਏ ਕਿ ਮੈਨੂੰ ਜਦੋਂ ਦਾ ਇਹ ਕੋਰੀਡੋਰ ਖੁੱਲ੍ਹਾ ਤੇ ਜਦੋਂ ਦਾ ਇਹਦੇ ਉੱਤੇ ਹਿਊ ਐਂਡ ਕਰਾਈ ਬਣਾਇਆ ਗਿਆ, ਮੈਨੂੰ ਉਦੋਂ ਤੋਂ ਇੱਕ ਗੱਲ ਬੜੀ ਅਜੀਬ ਸਮਝ ਨਹੀਂ ਆਉਂਦੀ ਕਿ ਇਹ ਦੋ ਦੇਸ਼ਾਂ ਦੇ ਵਿਚਕਾਰ ਹੋਇਆ ਪੋਲੀਟੀਕਲ ਤੇ ਇਕਨੋਮਿਕ ਸਮਝੌਤਾ ਆ ਜੀ। ਇਹਦੇ ਵਿੱਚ ਧਾਰਮਿਕ ਭਾਵਨਾਵਾਂ ਸਿਰਫ ਸਿੱਖਾਂ ਦੀਆਂ ਆ, ਪਰ ਉਹਨਾਂ ਨੂੰ ਇਸ ਤਰੀਕੇ ਨਾਲ ਵੱਡਾ ਕਰਕੇ ਦਿਖਾਇਆ ਜਾ ਰਿਹਾ ਕਿ ਜਿੱਦਾਂ ਸਿੱਖਾਂ ਉੱਤੇ ਬਹੁਤ ਵੱਡਾ ਅਹਿਸਾਨ ਕਰ ਦਿੱਤਾ ਹੋਵੇ ਜੀ। ਚਾਈਨਾ ਦੇ ਵਿੱਚ ਕੈਲਾਸ਼ ਮਾਨਸਰੋਵਰ, ਹਰ ਸਾਲ ਕੈਲਾਸ਼ ਮਾਨਸਰੋਵਰ ਦੀ ਯਾਤਰਾ ਜਾਂਦੀ ਹੈ ਜੀ। ਉਹ ਵੀ ਇੱਕ ਤਰ੍ਹਾਂ ਨਾਲ ਕੋਰੀਡੋਰ ਹੀ ਖੁੱਲਾ ਹੋਇਆ ਉਹਨਾਂ ਦੇ ਵਾਸਤੇ, ਕਿਉਂਕਿ ਅਦਰਵਾਈਜ਼ ਭਾਵੇਂ ਉੱਤੇ ਨਾ ਵੀ ਜਾ ਸਕਣ, ਬਟ ਜਦੋਂ ਜਾਂਦੇ ਆ ਕਿਆ ਉਹਦੇ ਉੱਤੇ ਕਦੀ ਇੰਨਾ ਰੌਲਾ ਪਿਆ? ਨਹੀਂ ਪਿਆ। ਚੀਨ ਇਹਨਾਂ ਦੇ ਜਿਹੜਾ ਅਹਿਸਾਨ ਕਰਦਾ ਹੈਗਾ, ਅਹਿਸਾਨ ਕਰਦਾ, ਕਦੀ ਰੌਲਾ ਪਿਆ? ਨਹੀਂ ਪਿਆ। ਕਦੀ ਇਸ ਤਰ੍ਹਾਂ ਹੋਇਆ ਕਿ ਹਿੰਦੁਸਤਾਨ ਨੇ ਕਿਹਾ ਹੋਵੇ ਕਿ ਅਸੀਂ ਚੀਨ ਦੇ ਨਾਲ ਗੱਲਬਾਤ ਕਰਕੇ
ਤੇ ਹਿੰਦੂਆਂ ਲਈ ਇਹ ਕੋਰੀਡੋਰ ਓਪਨ ਕੀਤਾ। ਬੇਸ਼ੱਕ ਉਹ ਕੋਰੀਡੋਰ ਫਿਜ਼ੀਕਲ ਰੂਪ ਵਿੱਚ ਉਦਾਂ ਦਾ ਨਹੀਂ ਹੈ, ਔਰ ਉਹ ਵੀ ਕਾਫੀ ਲੰਬਾ ਕੋਰੀਡੋਰ ਹੈ, ਜੇ ਆਪਾਂ ਕਹੀਏ ਵੀ ਉਹ ਬਹੁਤ ਛੋਟਾ ਨਹੀਂ ਹੈਗਾ, ਇਹ ਤੇ ਚਲੋ 4.5 ਕਿਲੋਮੀਟਰ ਦਾ। ਬਕਾਇਦਾ ਉਹਦੀ ਜਿਹੜੀ ਪ੍ਰੈਪਰੇਸ਼ਨ ਆ ਉਹ ਇੰਡੀਅਨ ਗਵਰਨਮੈਂਟ ਕਰਦੀ ਆ ਬਹੁਤ ਵੱਡੇ ਲੈਵਲ ਤੱਕ ਜੀ। ਹੁਣੇ ਪਿੱਛੇ ਜੇ ਮੈਨੂੰ ਹੁਣ ਉਸ ਮੰਦਿਰ ਦਾ ਨਾਮ ਵਿਸਰ ਗਿਆ, ਪਰ ਉਹ ਵੀ ਪਾਕਿਸਤਾਨ ਦੇ ਵਿੱਚ ਹੀ ਹੈ, ਤੇ ਕਹਿੰਦੇ ਕਿ ਹੁਣ ਉਹਦੇ ਦਰਸ਼ਨਾਂ ਨੂੰ ਵੀ ਇਹ ਜਾ ਸਕਣਗੇ। ਕਿਆ ਉਹਦਾ ਰੌਲਾ ਪਿਆ? ਨਹੀਂ। ਇਹਦੇ ਪਿੱਛੇ ਸਾਨੂੰ ਸਮਝਣ ਦੀ ਲੋੜ ਆ ਕਿ ਦੇਖੋ, ਜਦੋਂ ਇਹ ਸਮਝੌਤਾ ਹੋਇਆ ਹੈ ਨਾ, ਸਿੱਖਾਂ ਦੀ ਅਰਦਾਸ ਦੇ ਵਿੱਚ ਕੁੱਲ ਗੁਰੂ ਧਾਮਾਂ ਦੀ ਗੱਲ ਆਉਂਦੀ ਹੈ ਜਿਨ੍ਹਾਂ ਤੋਂ ਵਿਛੋੜਿਆ ਗਿਆ। ਤਾਂ ਸਿੱਖਾਂ ਦੀ ਜੇ ਅਰਦਾਸ ਗੁਰੂ ਮਹਾਰਾਜ ਨੇ ਪੂਰੀ ਕਰਨੀ ਤਾਂ ਉਹ ਕੁੱਲ ਗੁਰੂ ਧਾਮਾਂ ਦੀ ਕਰਨਗੇ। ਇਹ ਵਾਲੀ ਅਰਦਾਸ ਵੀ ਅਸੀਂ ਕਹਾਂਗੇ ਕਿ ਕਰਤਾਰਪੁਰ ਦੇ ਦਰਸ਼ਨਾਂ ਦੀ ਜਿਹੜੀ ਤਾਂਘ ਆ ਉਹ ਸਾਡੇ ਸਿੱਖਾਂ ਦੀ ਗੁਰੂ ਮਹਾਰਾਜ ਨੇ ਪੂਰੀ ਕੀਤੀ ਹੈ। ਪਰ ਜੇ ਆਪਾਂ ਦੋ ਦੇਸ਼ਾਂ ਦੀ ਗੱਲ ਕਰੀਏ ਨਾ, ਦੋਨਾਂ ਨੂੰ ਹੀ ਆਪਣੇ ਪੋਲੀਟੀਕਲ ਰਿਸ਼ਤੇ ਸੁਧਾਰਨੇ ਆ, ਕਿਉਂਕਿ ਦੋਨਾਂ ਨੂੰ ਹੀ ਪਤਾ ਕਿ ਅੱਗੇ ਚੱਲ ਕੇ ਜੀਓਪੋਲਿਟਿਕਸ ਇਸ ਤਰੀਕੇ ਨਾਲ ਹੀ ਬਦਲ ਰਹੀ ਹੈ ਕਿ ਇਹਨਾਂ ਨੂੰ ਜਿਹੜਾ ਇੱਕ ਵੱਡਾ ਉਹ ਕੋਰੀਡੋਰ ਖੋਲਣਾ ਪੈਣਾ ਆ ਜਿਹਦੇ ਵਿੱਚ ਵਪਾਰ ਕਰ ਸਕਣ। ਸੋ ਆਪਣੇ ਗਵਾਂਢੀ ਮੁਲਕ ਦੇ ਨਾਲ ਨਾ ਤਾਂ ਪਾਕਿਸਤਾਨ ਲੜਾਈ ਲੈ ਕੇ ਕੁਝ ਖੱਟ ਸਕਦਾ, ਨਾ ਇੰਡੀਆ। ਤਾਂ ਉਹ ਉਹਨਾਂ ਦਾ ਆਪਣਾ ਇੱਕ ਪੋਲੀਟੀਕਲ ਏਜੰਡਾ ਵੀ ਹੈਗਾ ਜੀ, ਬਿਲਕੁਲ। ਤੇ ਉਹਦੇ ਨਾਲ ਹੀ ਦੋਵਾਂ ਦੇ ਵਿੱਚ ਹੀ ਦੋਵਾਂ ਨੂੰ ਇਕਨੋਮਿਕ ਬੈਨੀਫਿਟ ਵੀ ਹੈਗਾ, ਕਿਉਂਕਿ ਸਿੱਖਾਂ ਨੇ ਇੱਧਰ ਵੀ ਫੀਸ ਦੇਣੀ ਹੈ ਤੇ ਉੱਧਰ ਜਾ ਕੇ ਵੀ ਕੁਛ ਨਾ ਕੁਛ ਕਰਨਾ, ਉਹਨਾਂ ਉੱਥੇ ਵੀ ਖਰੀਦਦਾਰੀ ਕਰਨੀ ਹੈ। ਸੋ ਦੋਨਾਂ ਦੀ ਇਕਨੋਮਿਕ ਬੈਨੀਫਿਟਸ ਆ। ਸਿੱਖ ਵਾਹਿਦ ਇਕਲੌਤੀ ਕੌਮ ਆ ਜਿਹੜੀ ਆਪਣਾ ਕਹਿ ਲੋ ਕਿ ਆਪਣੇ ਪੱਲਿਓਂ ਪੈਸੇ ਵੀ ਖਰਚ ਰਹੀ ਆ ਤੇ ਇਹ ਵੀ ਅਹਿਸਾਨ ਲੈ ਰਹੀ ਹੈ ਕਿ ਸਾਡੇ ਤੇ ਬਹੁਤ ਵੱਡਾ ਅਹਿਸਾਨ ਕਰਤਾ ਮੋਦੀ ਸਾਹਿਬ, ਬੱਲੇ ਬੱਲੇ ਤੁਸੀਂ ਤਾਂ ਬਹੁਤ ਵੱਡਾ ਅਹਿਸਾਨ ਕਰਤਾ, ਇਹ ਤੋਂ ਵੱਡਾ ਅਹਿਸਾਨ ਸਾਡੇ ਤੇ ਹੋ ਨਹੀਂ ਸੀ ਸਕਦਾ। ਮੋਦੀ ਸਾਹਿਬ ਨੂੰ ਸਿੱਖਾਂ ਨੂੰ ਸ਼ੁਕਰ ਕਰਨਾ ਚਾਹੀਦਾ, ਉਹਨਾਂ ਨੂੰ ਕਹਿਣਾ ਚਾਹੀਦਾ ਵੀ ਸਾਡੇ ਤੇ ਤੁਸੀਂ ਬਹੁਤ ਵੱਡਾ ਅਹਿਸਾਨ ਕੀਤਾ ਆ ਜੋ ਸਾਨੂੰ ਤੁਸੀਂ ਪੈਸੇ ਦੇ ਕੇ ਤੇ ਉੱਧਰ ਜਾ ਰਹੇ ਆ, ਹੈਨਾ। ਸੋ ਇਹ ਗੱਲ ਸਾਨੂੰ ਸਮਝਣ ਦੀ ਲੋੜ ਆ। ਹਰ ਚੀਜ਼ ਦੇ ਉੱਪਰ ਨਾ ਸਿੱਖ ਜਿਹੜੇ ਆ ਉਹ ਬੱਲੇ ਬੱਲੇ ਅਗਲੇ ਦੀ ਨਾ ਕਰਨ ਲੱਗ ਜਾ ਕਰਨ ਕਿ ਕਿਸੇ ਨੇ ਅਗਰ ਨੌਕਰੀਆਂ ਦਿੱਤੀਆਂ, ਕੱਲ ਪਰਸੋਂ ਭਗਵੰਤ ਮਾਨ ਸਾਹਿਬ ਕਹਿ ਰਹੇ ਸੀ ਇੰਨੀਆਂ ਨੌਕਰੀਆਂ, ਉਹ ਭਾਈ ਨੌਕਰੀਆਂ ਦੇਣੀਆਂ ਤੁਹਾਡਾ ਫਰਜ਼ ਆ, ਤੁਹਾਡੀ ਜੌਬ ਆ, ਤੁਸੀਂ ਉੱਥੇ ਬੈਠੇ ਕੁਰਸੀ ਤੇ ਤਾਂ ਹੋ। ਤਾਂ ਇਹ ਤੁਸੀਂ ਅਹਿਸਾਨ ਨਾ ਜਤਾਓ ਕਿ ਅਸੀਂ ਨੌਕਰੀਆਂ ਦੇ ਦਿੱਤੀਆਂ, ਸ਼ਰਮਿੰਦਗੀ ਮਹਿਸੂਸ ਕਰੋ ਕਿ ਤੁਸੀਂ ਉਹਨਾਂ ਲੋਕਾਂ ਨੂੰ ਕੁੱਟਿਆ ਜਿਹੜੇ ਨੌਕਰੀਆਂ ਮੰਗਣ ਆਏ ਸੀਗੇ ਜੀ, ਔਰ ਬਾਹਰਲਿਆਂ ਨੂੰ ਤੁਸੀਂ ਨੌਕਰੀਆਂ ਜਿਹੜੀਆਂ ਉਹ ਦੇ ਰਹੇ ਹੈਗੇ। ਤੇ ਇਸੇ ਤਰੀਕੇ ਨਾਲ ਮੋਦੀ ਸਾਹਿਬ ਹੁਣੇ ਵੀ ਸ਼ਰਮਿੰਦਗੀ ਮਹਿਸੂਸ ਕਰਨ ਕਿ ਸਿੱਖਾਂ ਦੇ ਕੋਲ ਬਹੁਤ ਸਾਰੇ ਗੁਰੂ ਧਾਮ ਹਜੇ ਵੀ ਵਿਛੜੇ ਹੋਏ ਆ। ਇਸ ਗੱਲ ਦੇ ਉੱਤੇ ਬੱਲੇ ਬੱਲੇ ਨਾ ਕਰਨ ਕਿ ਅਸੀਂ ਇੱਕ ਦੀ ਦੇ ਦਿੱਤੀ। ਆਪਾਂ ਥੋੜਾ ਜਿਹਾ ਹੋਰ ਅੱਗੇ ਚੱਲਦੇ ਹੈਗੇ ਆ ਤੇ ਇਸ ਦੇ ਵਿੱਚ ਬੋਲਦੇ ਹੋਏ ਜਿਹੜਾ ਹੈਗਾ JP ਨੱਡਾ ਹੋਣਾ ਨੇ ਕੁਛ ਇਹਦੇ 'ਚ ਹੋਰ ਗੱਲਾਂ ਕੀਤੀਆਂ, ਉਹਦੇ ਬਾਰੇ ਵੀ ਆਪਾਂ ਚਰਚਾ ਅੱਜ ਕਰਨੀ ਹੈਗੀ ਆ। ਉਹਨਾਂ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਜਿਹੜਾ ਵੀਰ ਬਾਲ ਦਿਵਸ ਜਿਹੜਾ ਮਨਾਇਆ ਗਿਆ, ਇਹ ਸਿਰਸਾ ਸਾਹਿਬ ਨੇ ਕਿਹਾ। ਤੇ JP ਨੱਡਾ ਨੇ ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ कि गुरु गोबिंद सिंह ने हमारे देश के लिए एकता अखंडता के लिए कितनी बड़ी कुर्बानी दी। तो तुहाडे तो मैं शुरू करदा जथेदार जी, की साहिबजादियां दी जिहड़ी शहादत है उस दा जिहड़ा राष्ट्रीकरण करना कितना क सही हैगा? की गुरु गोबिंद सिंह महाराज जी दे साहिबजादियां ने देश की एकता ते अखंडता दे लई कुर्बानी दी? ये फैसला वीर बाल दिवस के माध्यम से प्रधानमंत्री मोदी जी ने दुनिया में ये बताने का प्रयास किया है कि सिख समुदाय ने और गुरु गोबिंद सिंह जी ने हमारे देश के लिए, देश की एकता और अखंडता के लिए कितनी बड़ी कुर्बानी दी। यह बात भी दुनिया के सामने आई है, तो यह भी हम सबको साहिबजादे जोरावर सिंह और फतेह सिंह जी की आज जो शहादत है उसको दुनिया के सामने आज 26 तारीख को हम लोग सबको याद करते हैं। दुनिया देश को पता चलता है कि सिख कौम ने और सिख गुरुओं ने किस तरीके से देश की एकता और अखंडता के लिए काम किया। ਸਰਦਾਰ ਜਗਜੀਤ ਸਿੰਘ ਜੀ, ਪਹਿਲੀ ਤਾਂ ਗੱਲ ਇਹ ਆ ਵੀ ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ ਉਦੋਂ ਭਾਰਤ ਦੇਸ਼ ਨਾਲ ਦੀ ਕੋਈ ਚੀਜ਼ ਹੀ ਹੈ ਨਹੀਂ। ਇੱਕ ਗੱਲ ਤੇ ਇਹ ਸਪਸ਼ਟ ਕਰਨ ਵਾਲੀ ਹੈ। ਦੂਜੀ ਗੱਲ ਆ ਕਿ ਤੁਸੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਰਾਸ਼ਟਰਵਾਦ ਦੇ ਵਿੱਚ ਕਿਸ ਆਧਾਰ ਤੇ ਲਿਜਾ ਰਹੇ ਆ? ਜੀ ਜੀ, ਕੋਈ ਆਧਾਰ ਤਾਂ ਹੋਣਾ ਚਾਹੀਦਾ ਨਾ ਜੀ। ਜੀ ਜੀ, ਇੱਕ ਬੰਨੇ ਤੁਸੀਂ ਬਣਾ ਰਹੇ ਆ ਹਿੰਦੂ ਰਾਸ਼ਟਰ, ਤੇ ਹਿੰਦੂ ਰਾਸ਼ਟਰ 'ਚ ਸਾਰੀਆਂ ਪਛਾਣਾਂ ਖਤਮ ਕਰ ਰਹੇ ਆ। ਔਰ ਨਰਿੰਦਰ ਮੋਦੀ ਬਕਾਇਦਾ ਜਿਹੜਾ ਬ੍ਰਾਹਮਣਾਂ ਕੋਲੋਂ ਤਿਲਕ ਲੈ ਕੇ ਉੱਥੇ ਸੰਗੋਲ ਸਥਾਪਿਤ ਕਰ ਦਿੰਦਾ। ਹੁਣ ਇਸ ਰਾਸ਼ਟਰ ਲਈ ਜਾਂ ਇਹ ਦੇਸ਼ ਉਦੋਂ ਹੈ ਹੀ ਨਹੀਂ ਸੀ, ਤੇ ਤੁਸੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਰਾਸ਼ਟਰਵਾਦ ਦੇ ਹੱਕ 'ਚ ਕਿੱਦਾਂ ਭੁਗਤਾ ਸਕਦੇ ਆ? ਜੀ ਜੀ। ਦੂਜੀ ਗੱਲ, ਆਪਾਂ ਇਹ ਬਹੁਤ ਵਾਰੀ ਗੱਲ ਕਰੇ ਆਏ ਆ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਜਿਹੜੀ ਆ ਉਹ ਅੱਲਾ ਯਾਰ ਖਾਨ ਸੂਗੀ ਨੇ ਸਪਸ਼ਟ ਕੀਤੀ ਸੀ ਵੀ ਅਸੀਂ ਸ਼ਹਾਦਤ ਦੇ ਚੱਲੇ ਆ, ਆਪਣੀ ਕੌਮ ਦੀ ਆਜ਼ਾਦੀ ਲਈ ਬੂਟਾ ਲਾ ਚੱਲੇ ਆ, ਤੇ ਜਿਹੜਾ ਰਾਜ ਭਾਗ ਗਿਆ ਉਹ ਹੁਣ ਕੌਮ ਪਾਊਗੀ। ਔਰ ਦੂਸਰੀ ਗੱਲ ਬੜੀ ਸਪਸ਼ਟ ਆ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ 1704 'ਚ ਜਾਂ 1705 ਜਾਂ 1704 'ਚ। ਔਰ ਜਿਹੜਾ ਜੋਗੀ ਜੀ ਨੇ ਅੱਗੇ ਇੱਕ ਗੱਲ ਕਹੀ ਸੀ ਕਿ ਜੋਗੀ ਜੀ ਹੋਈ ਥੋੜੀ ਹੀ ਦੇਰ ਥੀ ਸਰਹੰਦ ਸ਼ਹਿਰ ਈਟੋਂ ਕਾ
ਢੇਰ ਸੀ। ਜੀ ਅਸੀਂ ਇਹ ਨੱਡਾ ਜੀ ਨੂੰ ਜਾਂ ਸਾਰਿਆਂ ਨੂੰ ਇਹ ਗੱਲ ਦੱਸਣੀ ਚਾਹੁੰਦੇ ਹਾਂ ਵੀ ਥੋੜਾ ਜਿਹਾ ਇਤਿਹਾਸ ਦੇਖੋ। ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਸਾਨੂੰ ਜਿਹੜੇ ਸਾਡੇ ਇਤਿਹਾਸ ਨੂੰ ਜਿੱਥੇ ਮਰਜ਼ੀ ਵਰਤ ਲਓ। ਔਰ ਜਦੋਂ ਗੁਰੂ ਤੁਹਾਡਾ ਭਲਾ ਕਰੇ ਬੰਦਾ ਸਿੰਘ ਬਹਾਦਰ ਨੇ ਵਾਕਈ ਬੜਾ ਚਿਰ ਨਹੀਂ ਹੋਇਆ, ਜੀ ਜੀ 1704 'ਚ ਸ਼ਹਾਦਤ ਹੁੰਦੀ ਹੈ। 1710 ਮਈ ਨੂੰ ਬੰਦਾ ਸਿੰਘ ਬਹਾਦਰ ਜਿਹੜਾ ਬਕਾਇਦਾ ਉਹਨਾਂ ਦੀ ਮੂਲੀਆ ਰਾਜ ਦੀ ਜੜ ਪੱਟ ਕੇ ਸਰਹੰਦ ਤੇ ਖਾਲਸਾ ਰਾਜ ਦਾ ਨਿਸ਼ਾਨ ਚਲਾਉਂਦਾ। ਜੀ ਦੂਸਰੀ ਗੱਲ, ਤੁਸੀਂ ਸਾਹਿਬਜ਼ਾਦਿਆਂ ਦੇ ਸਿਧਾਂਤ ਨੂੰ ਤੇ ਖਾਲਸੇ ਦੇ ਸਿਧਾਂਤ ਨੂੰ ਰਲਾ ਹੀ ਨਹੀਂ ਸਕਦੇ ਨਾਲ। ਕਿੱਦਾਂ ਨਹੀਂ ਰਲਾ ਸਕਦੇ? ਬੰਦਾ ਸਿੰਘ ਬਹਾਦਰ ਨੇ ਰਾਜ ਸਥਾਪਿਤ ਕੀਤਾ ਗੁਰੂ ਦੇ ਦੇਸ਼ਾਂ ਉਪਦੇਸ਼ਾਂ ਅਨੁਸਾਰ, ਜੀ ਔਰ ਉਹਦਾ ਸਭ ਤੋਂ ਵੱਡਾ ਪ੍ਰੂਫ ਕੀ ਹੈ? 6 ਸਾਲ ਬਾਅਦ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਖਾਲਸਾ ਰਾਜ ਸਥਾਪਿਤ ਹੁੰਦਾ। ਔਰ ਉਹ ਖਾਲਸਾ ਰਾਜ ਜਦੋਂ ਸਥਾਪਿਤ ਕਰਦਾ ਤਾਂ ਮੋਹਰ ਤੇ ਸਿੱਕਾ ਵੀ ਗੁਰੂ ਦੇ ਨਾਂ ਦਾ ਚਾਲੂ ਕਰਦਾ। ਬਿਲਕੁਲ, ਔਰ ਵਿਧਾਨ ਵੀ ਸਰਕਾਰੇ ਖਾਲਸਾ ਦਾ। ਸਰਕਾਰੇ ਖਾਲਸਾ। ਇਹ ਹੁਣ ਕੀ ਆ ਕਿ ਜਿਹੜਾ ਸਿੱਖ ਰਾਜ ਦਾ ਪੀਰੀਅਡ ਆ, ਹੁਣ ਪੰਜਾਬ ਦਾ ਪਹਿਲਾ ਇਹਨਾਂ ਦਾ ਵੈਦਿਕ ਕਾਲ ਲੈ ਲਓ, ਵਿਦੇਸ਼ੀ ਕਾਲ ਲੈ ਲਓ, ਉਦੋਂ ਬਾਅਦ ਉਹਦੇ ਦਰਮਿਆਨ 'ਚ ਜਿਹੜਾ ਸਿੱਖਾਂ ਨੇ ਰਾਜ ਕੀਤਾ, ਉਸ ਪੀਰੀਅਡ ਨੂੰ ਬਿਲਕੁਲ ਜਿਹੜਾ ਇਹ ਡਿਲੀਟ ਕਰਕੇ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿੱਧਾ ਆਪਣੇ ਨਾਲ ਲਾਉਣਾ ਚਾਹੁੰਦੇ। ਬਿਲਕੁਲ ਗਲਤ ਆ। ਇਹਦਾ ਕੋਈ ਆਧਾਰ ਨਹੀਂ ਹੈ, ਕੋਈ ਤੱਥ ਨਹੀਂ ਹੈ। ਜੇ ਹੋਰ ਵੀ ਇਹਨਾਂ ਨੇ ਕਿਸੇ ਨੇ ਸ਼ੰਕਾ ਕਰਨੀ ਹੋਵੇ ਤੇ ਜਦੋਂ ਮਰਜ਼ੀ ਆਮਣੇ ਸਾਹਮਣੇ ਬਹਿ ਕੇ ਗੱਲ ਕਰ ਸਕਦੇ ਆ। ਜੀ ਬਿਲਕੁਲ। ਸਾਹਿਬਜ਼ਾਦਿਆਂ ਦੀ ਸ਼ਹਾਦਤ ਰਾਸ਼ਟਰ ਲਈ ਨਹੀਂ ਹੋਈ ਹੈ। ਤੁਸੀਂ ਇਹ 'ਚ ਕੁਝ ਐਡ ਕਰਨਾ ਚਾਹੋਗੇ? ਇਹਦੇ 'ਚ ਮੈਂ 2 ਗੱਲਾਂ ਐਡ ਕਰੂੰਗੀ। ਸਾਨੂੰ ਸਿਰਫ ਇਹਨਾਂ ਕੰਸੈਂਟਰੇਟ ਕਰ ਲਈਏ ਕਿ ਰਾਸ਼ਟਰ ਦਾ ਮਤਲਬ ਕੀ ਹੁੰਦਾ ਤੇ ਕੁਰਬਾਨੀ ਦਾ ਮਤਲਬ ਕੀ ਹੁੰਦਾ। ਇੱਥੋਂ ਹੀ ਸਾਰੀਆਂ ਗੱਲਾਂ ਜਿਹੜੀਆਂ ਕਲੀਅਰ ਹੋ ਜਾਣਗੀਆਂ। ਜੀ ਕੁਰਬਾਨੀ ਤੇ ਬਲੀਦਾਨ ਦੋਨੋਂ ਹੀ ਇੱਕ ਤਰ੍ਹਾਂ ਦੀ ਆਫਰਿੰਗ ਹੁੰਦੀ ਆ। ਕੁਰਬਾਨੀ ਦੇ ਵਿੱਚ ਇਹ ਆ ਕਿ ਆਫਰਿੰਗ ਜਿਹੜੀ ਆ ਉਹ ਦਾਨ ਵਾਂਗੂ ਨਹੀਂ ਹੁੰਦੀ, ਪਰ ਕੁਰਬਾਨੀ ਹੋ ਜਾਂਦੀ ਆ। ਤੇ ਜਿਹੜੀ ਬਲੀਦਾਨ ਆ ਉਹ ਦਾਨ ਕਰੀਦੀ ਆ, ਮਤਲਬ ਜਿੱਦਾਂ ਕਿਸੇ ਨੇ ਆਪਣਾ ਸਿਰ ਵੱਢ ਕੇ ਬਲੀ ਦੇ ਕੇ ਤੇ ਆਪਣਾ ਉਹਨਾਂ ਨੇ ਆਫਰਿੰਗ ਦੇ ਦਿੱਤੀ। ਜਿਹੜੀ ਸ਼ਹੀਦੀ ਆ ਉਹਦਾ ਅਸਲ ਮਤਲਬ ਹੈਗਾ ਵਿਟਨੈਸ। ਅੱਜ ਵੀ ਤੁਸੀਂ ਪੰਜਾਬ ਦੀਆਂ ਜਿਹੜੀਆਂ ਅਦਾਲਤਾਂ ਚਲ ਜਾਓ, ਮੈਨੂੰ ਉਹਨਾਂ ਦੇ ਜ਼ਿਆਦਾ ਨੌਲੇਜ ਆ, ਉਹਦੇ ਵਿੱਚ ਚਲ ਜਾਓ, ਅੱਜ ਵੀ ਜਦੋਂ ਕਿਸੇ ਨੂੰ ਗਵਾਹੀ ਲਈ ਬੁਲਾਇਆ ਜਾਂਦਾ ਤਾਂ ਉਹਨੂੰ ਕਹਿੰਦਾ ਇਹਦੀ ਸ਼ਹਾਦਤ ਆ, ਇਹਦੀ ਸ਼ਹੀਦੀ ਆ। ਜੀ ਉਹਦਾ ਮਤਲਬ ਇਹ ਨਹੀਂ ਕਿ ਸੱਚੀ ਮੁੱਚੀ ਉਹਨਾਂ ਨੂੰ ਖਤਮ ਕਰ ਦੇਣਾ ਹੁੰਦਾ, ਉਹਨਾਂ ਨੇ ਆਪਣਾ ਵਿਟਨੈਸ ਦੇਣਾ ਹੁੰਦਾ। ਸੋ ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਆ ਨਾ, ਜਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੁੰਦੀ ਆ, ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਆ, ਉਹਨੂੰ ਬਲੀਦਾਨ ਨਹੀਂ ਕਿਹਾ ਜਾ ਸਕਦਾ, ਕਿਉਂਕਿ ਗੁਰੂ ਸਾਹਿਬ ਕਿਸੇ ਤਰੀਕੇ ਦੀ ਵੀ ਸੈਕਰੀਫਿਸ਼ੀਅਲ ਰਿਚੁਅਲ ਦੇ ਵਿੱਚ ਬਿਲੀਵ ਹੀ ਨਹੀਂ ਕਰਦੇ। ਠੀਕ ਹੈ ਜੀ। ਉਹਨਾਂ ਨੇ ਸ਼ਹਾਦਤ ਦਿੱਤੀ ਆ। ਸ਼ਹਾਦਤ ਮਤਲਬ ਉਹ ਵਿਟਨੈਸ ਹੋਏ ਆ ਕਿਹਦੇ ਲਈ? ਹਲੇਮੀ ਰਾਜ ਦੇ ਲਈ। ਜੀ। ਔਰ ਉਹ ਹਲੇਮੀ ਰਾਜ ਜਿਹੜਾ ਉਹ ਸਿੱਖਾਂ ਦਾ ਨੇਸ਼ਨ ਆ। ਹੁਣ ਇੱਥੇ ਆਪਣੀ ਅਗਲੀ ਜਿਹੜੀ ਕਲੈਰੀਫਿਕੇਸ਼ਨ ਆ ਉਹ ਆ ਰਾਸ਼ਟਰ ਦੀ, ਕਿ ਰਾਸ਼ਟਰ ਕੀ ਹੈ। ਜੀ। ਦੇਖੋ, ਕੋਈ ਵੀ ਰਾਸ਼ਟਰ ਬਣਨ ਦੇ ਲਈ ਨਾ ਘੱਟੋ ਘੱਟ ਜਿਹੜੇ 4-5 ਪੈਰਾਮੀਟਰਸ ਜਿਹੜੇ ਆ ਉਹ ਚੱਲਦੇ ਆ। ਪਹਿਲਾ ਹੈਗਾ ਹਿਸਟੋਰੀਕਲ, ਦੂਜਾ ਪੋਲੀਟੀਕਲ, ਸੋਸ਼ਲ, ਇਕਨੋਮਿਕ ਤੇ ਜਿਓਗ੍ਰਾਫੀਕਲ। ਜਿਹੜਾ ਇੰਡੀਆ ਜਿਹਨੂੰ ਅੱਜ ਕੱਲ੍ਹ ਭਾਰਤ ਕਹਿਣ ਦੀ ਕੋਸ਼ਿਸ਼ ਕਰ ਰਹੇ ਆ, ਉਹਦੇ ਵਿੱਚ ਕੋਈ ਵੀ 2 ਖਿੱਤੇ ਜਿਹੜੇ ਆ, ਨਾ ਤਾਂ ਉਹਨਾਂ ਦੀ ਹਿਸਟਰੀ ਸਾਂਝੀ ਆ। ਮਰਾਠਿਆਂ ਦਾ ਆਪਣਾ ਇਤਿਹਾਸ ਆ ਜੀ, ਤਮਿਲਨਾਡੂ ਵਾਲਿਆਂ ਦਾ ਆਪਣਾ ਇਤਿਹਾਸ ਆ, ਸਿੱਖਾਂ ਦਾ ਆਪਣਾ ਇਤਿਹਾਸ ਆ, ਰਾਜਪੂਤਾਂ ਦਾ ਆਪਣਾ ਇਤਿਹਾਸ ਆ। ਮਲਟੀਨੇਸ਼ਨਲ ਕੰਟਰੀਜ਼ ਆਪਾਂ ਕਹ ਲਈਏ ਵੀ ਯੂਨੀਅਨ ਆਫ ਸਟੇਟਸ ਜੋ ਉਹਨਾਂ ਦੇ ਸੰਵਿਧਾਨ ਵਿੱਚ ਲਿਖਿਆ। ਹਾਂਜੀ, ਉਹਨਾਂ ਦੀ ਆਪਣੀ ਹਿਸਟਰੀ ਵੀ ਡਿਫਰੈਂਟ ਆ। ਉਹਨਾਂ ਦਾ ਜਿਓਗ੍ਰਾਫਿਕਲੀ ਜੇ ਤੁਸੀਂ ਕਹੋ ਕਿ ਤਮਿਲਨਾਡੂ ਵਾਲੇ ਨੂੰ ਪੰਜਾਬ ਨਾਲ ਉਨਾ ਹੀ ਪਿਆਰ ਹੋਊਗਾ ਜਿੰਨਾ ਪੰਜਾਬੀਆਂ ਨੂੰ ਪੰਜਾਬ ਨਾਲ ਆ, ਉਹ ਪੋਸੀਬਲ ਨਹੀਂ ਹੈਗਾ। ਯਾਨੀ ਕਿ ਉਹ ਜਿਓਗ੍ਰਾਫਿਕਲੀ ਵੀ ਇੱਕ ਜਿਹੜਾ ਇੱਕ ਖਿੱਤੇ ਦੇ ਨਾਲ ਜੁੜੇ ਹੋਏ ਨਹੀਂ ਆ। ਇਕਨੋਮਿਕਲੀ ਜੇ ਇਕਨੋਮਿਕਲੀ ਵੀ ਸਾਰਿਆਂ ਨੂੰ ਇੱਕੋ ਬਰਾਬਰ ਹੁੰਦਾ ਨਾ, ਤੇ ਮੋਦੀ ਸਾਹਿਬ ਸਾਰਾ ਬਿਜ਼ਨਸ ਜਿਹੜਾ ਆ ਉਹ ਗੁਜਰਾਤ 'ਚ ਨਾ ਲੈ ਕੇ ਜਾ ਰਹੇ ਹੁੰਦੇ। ਤੁਸੀਂ ਗੌਰ ਕੀਤਾ ਹੋਊਗਾ ਪਿਛਲੇ ਕੁਝ ਸਮੇਂ ਤੋਂ ਫਿਲਮਾਂ ਵੀ ਜਿਹੜੀਆਂ ਬਣ ਰਹੀਆਂ ਨਾ, ਉਹਦੇ 'ਚ ਗੁਜਰਾਤੀ ਟੱਚ ਬਹੁਤ ਜ਼ਿਆਦਾ ਆ ਰਿਹਾ ਹੈ, ਕਿਉਂਕਿ ਉੱਥੇ ਕੁਝ ਤਰੀਕੇ ਦੀਆਂ ਸਬਸਿਡੀਜ਼ ਜ਼ਿਆਦਾ ਦਿੱਤੀਆਂ ਜਾ ਰਹੀਆਂ ਹੈ, ਬਿਕਾਜ਼ ਉਹ ਚਾਹੁੰਦੇ ਆ ਕਿ ਉਹ ਪੂਰੀ ਜਿਹੜੀ ਫਿਲਮ ਇੰਡਸਟਰੀ ਆ ਉਹ ਵੀ ਗੁਜਰਾਤ ਵੱਲ ਚਲ ਜੇ। ਸੋ ਇਕਨੋਮਿਕਲੀ ਵੀ ਸਿਰਫ ਉਹ ਇੱਕੋ ਖਿੱਤੇ ਦੀ ਜਿਹੜੀ ਅਪਲਿਫਟਮੈਂਟ ਬਾਰੇ ਸੋਚ ਰਹੇ ਆ। ਪਾਣੀ ਆ ਪੰਜਾਬ ਨੂੰ ਕੰਗਾਲ ਕਰ ਦਿਓ, ਹਰਿਆਣੇ ਨੂੰ ਕੰਗਾਲ ਕਰ ਦਿਓ, ਲੈ ਜਾਓ ਸਾਰਾ ਪਾਣੀ ਗੁਜਰਾਤ ਤੱਕ। ਇਹ ਚੱਲ ਰਿਹਾ ਨਾ ਕਿ ਇਹੋ ਜਿਹੇ ਦੇ ਪ੍ਰਬੰਧ ਕਰਕੇ ਗੁਜਰਾਤ ਤੱਕ ਪਾਣੀ ਲੈ ਕੇ ਜਾਣਾ। ਸੋ ਇਕਨੋਮਿਕਲੀ ਵੀ ਇੱਕੋ ਖਿੱਤੇ ਨੂੰ ਮਜ਼ਬੂਤ ਕਰ ਰਹੇ। ਕਿਉਂ? ਉਹਦੇ ਪਿੱਛੇ ਮੈਂ ਉਹਨਾਂ ਨੂੰ ਗਲਤ ਨਹੀਂ ਕਹਿੰਦੀ, ਕਿਉਂਕਿ ਮੋਦੀ ਸਾਹਿਬ ਆਪ ਗੁਜਰਾਤੀ ਆ, ਤਾਂ ਕਿਉਂਕਿ ਉਹਨਾਂ ਦਾ ਅਟੈਚਮੈਂਟ ਉਸ ਖਿੱਤੇ ਨਾਲ ਆ, ਉਹਨਾਂ ਦੀ ਪੰਜਾਬ ਨਾਲ ਅਟੈਚਮੈਂਟ ਹੋ ਨਹੀਂ ਸਕਦੀ। ਇਸ ਕਰਕੇ ਇੰਡੀਆ ਪੂਰਾ ਕਦੀ ਵੀ ਇੱਕ ਨੇਸ਼ਨ ਹੋ ਨਹੀਂ ਸਕਦਾ, ਯੂਨੀਅਨ ਆਫ ਸਟੇਟਸ ਤਾਂ ਹੋ ਸਕਦਾ ਆ, ਤਾਂ ਇੱਕ ਨੇਸ਼ਨ ਨਹੀਂ ਹੈਗਾ। ਇਹ ਅੱਜ ਵੀ ਨੇਸ਼ਨ ਨਹੀਂ ਆ। ਤੇ ਉਸ ਵੇਲੇ ਜਦੋਂ ਸਾਹਿਬਜ਼ਾਦੇ ਸ਼ਹੀਦ ਹੋ ਰਹੇ ਆ, ਉਦੋਂ ਤਾਂ ਬਿਲਕੁਲ ਹੀ ਨਹੀਂ ਸੀਗਾ। ਹੁਣ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਹੁੰਦੀ ਆ ਉਹ ਕਿਹੜੇ ਰਾਸ਼ਟਰ ਲਈ ਹੁੰਦੀ ਆ? ਉਸ ਰਾਸ਼ਟਰ ਲਈ ਹੁੰਦੀ ਆ ਜਿਹੜਾ ਅਨੰਦਪੁਰ ਸਾਹਿਬ ਤੋਂ ਬਣਦਾ, ਜਿਹੜਾ ਗੁਰੂ ਪਾਤਸ਼ਾਹ
ਹਰਿਮੰਦਰ ਸਾਹਿਬ ਦੀ ਨੀਂਹ ਰੱਖ ਕੇ ਬਣਾਉਂਦੇ ਆ। ਜੀ ਪੂਰੇ ਸਿੱਖ ਭਾਵੇਂ ਉਹ ਕਿਸੇ ਵੀ ਜਗ੍ਹਾ ਤੇ ਬੈਠੇ ਆ, ਸਿੱਖ ਕੈਨੇਡਾ ਬੈਠੇ ਆ, ਅਮਰੀਕਾ ਬੈਠੇ ਆ, ਫੀਜੀ ਵਿੱਚ ਵੀ ਬੈਠੇ ਆ, ਤਾਂ ਉਹਨਾਂ ਦਾ ਹਿਸਟੋਰੀਕਲ ਲਿੰਕ ਇੱਕ ਆ, ਜੀ ਉਹਨਾਂ ਦੀ ਹਿਸਟਰੀ ਇੱਕ ਆ। ਉਹ ਸਾਰੇ ਪੰਜਾਬ ਵੱਲ ਦੌੜਦੇ ਆ। ਕੋਈ ਛੋਟੀ ਜਿਹੀ ਵਿਪਤਾ ਪੰਜਾਬ ਤੇ ਪੈਂਦੀ ਆ, ਆਪਾਂ ਬਿਲਕੁਲ ਆਪਾਂ ਇੰਝ ਪੂਰਾ ਜ਼ੋਰ ਕਰਦੇ ਲਾ ਆ ਕਿ ਦਿੰਦੇ ਆਪਣਾ ਆ। ਜ਼ੋਰ ਜੀ। ਲਾ ਦਿੰਦੇ ਆ, ਕਿਉਂਕਿ ਸਾਡਾ ਸਾਰਾ ਜ਼ੋਰ ਹੀ ਉਸ ਖਿੱਤੇ ਦੀ ਡਿਵੈਲਪਮੈਂਟ ਵਾਸਤੇ ਮਤਲਬ ਲੱਗਦਾ ਅਸੀਂ ਹੈ। ਭਾਵੇਂ ਬਾਹਰ ਵੀ ਆ ਗਏ ਹਾਂ, ਲੇਕਿਨ ਜੜ੍ਹਾਂ ਸਾਡੀਆਂ ਉੱਥੇ ਸੋ ਹੈਗੀਆਂ। ਨੇਸ਼ਨ ਸਿੱਖਾਂ ਦਾ, ਸਿੱਖ ਆਪਣੇ ਆਪ ਦੇ ਵਿੱਚ ਇੱਕ ਨੇਸ਼ਨ ਆ। ਜੀ ਤੇ ਗੁਰੂ ਸਾਹਿਬਾਨਾਂ ਦੀ ਜਿਹੜੀ ਸ਼ਹਾਦਤ ਹੁੰਦੀ ਆ, ਇੱਕ ਤਾਂ ਉਹ ਸੱਚਾਈ ਖਾਤਰ ਹੁੰਦੀ ਆ। ਸੱਚਾਈ ਕਿਹਦੇ ਬੇਸ ਦੇ ਉੱਤੇ? ਉਹੀ ਹਲੇਮੀ ਰਾਜ ਜਿਹਦੇ ਉੱਤੇ ਬਾਅਦ ਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਬਣਦਾ ਆ। ਜੀ ਸੋ ਜੀ ਇਹ ਗੱਲ ਆਪਾਂ ਨੂੰ ਜੀ ਸਮਝਣੀ ਜਹਦਾਰ ਜੀ ਚਾਹੀਦੀ। ਤੁਸੀਂ ਕੁਛ ਇਹਦੇ ਚ ਐਡ ਮੈਂ ਕਰਨਾ ਇੱਕ ਚਾਹੁੰਦੇ ਮਿੰਟ 'ਚ ਗੱਲ ਜਗਜੀਤ ਸਿੰਘ ਜੀ ਨਿਬੇੜਨੀ। ਨੱਡਾ ਜੀ ਜਿਹੜੀ ਹੁਣ ਗੱਲ ਕਹੇ ਆ, ਇਹ ਜਿਸ ਧਰਮ 'ਚ ਬਲੀਵ ਕਰਦੇ, ਜਿਸ ਹਿੰਦੂ ਜੀ। ਮਾਨਸਤਾ 'ਚ ਬਲੀਵ ਕਰਦੇ ਆ, ਹੂੰ ਇਹਨਾਂ ਨੇ ਗੁਰੂ ਨਾਨਕ ਦੀ ਬਟਾਲੇ ਵਾਲੀ ਕੰਧ ਤੋਂ ਲੈ ਕੇ ਸਰਹੰਦ ਦੀ ਕੰਧ ਤੱਕ ਇਹਨਾਂ ਨੇ ਵਿਰੋਧਤਾ ਕੀਤੀ ਹੈ। ਜੀ ਇਹ ਕਿਸ ਆਧਾਰ ਤੇ ਕਹਿ ਰਹੇ ਵੀ ਅਸੀਂ ਉਹਨਾਂ ਨੂੰ ਆਪਣੇ ਹੱਕ 'ਚ ਭਰਤਾਉਣਾ? ਗੁਰੂ ਨਾਨਕ ਨੇ ਜਦੋਂ ਇਹਨਾਂ ਨੂੰ ਐਨ ਸਪਸ਼ਟ ਕਰਕੇ ਕਹਿਤਾ ਵੀ ਸਾਡਾ ਵੱਖਰਾ ਇਸ਼ਟ ਆ, ਜੀ ਇਹਨਾਂ ਨੇ ਗੁਰੂ ਨਾਨਕ ਸਾਹਿਬ ਜਦੋਂ ਵਿਆਹੁਣ ਗਏ ਆ ਤੇ ਉਹਨਾਂ ਨੂੰ ਕਹਿੰਦੇ ਜੀ ਤੁਸੀਂ ਅੰਗਰੇਜ਼ ਦੁਆਲੇ ਫੇਰੇ ਕਰੋ, ਉਹ ਕਹਿੰਦੇ ਅਸੀਂ ਨਹੀਂ ਕਰਾਂਗੇ। ਇਹਨਾਂ ਨੇ ਉਹ ਕੰਧ ਦੇ ਹੇਠਾਂ ਉਹਨਾਂ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ। ਜੀ ਸਾਰੀ ਦੁਨੀਆ ਨੂੰ ਪਤਾ। ਇਹਨੂੰ ਦੋ ਲਫ਼ਜ਼ਾਂ 'ਚ ਲੈ ਆਓ ਵੀ ਬਟਾਲੇ ਵਾਲੀ ਕੰਧ ਤੋਂ ਲੈ ਕੇ ਸਰਹੰਦ ਦੀ ਕੰਧ ਤੱਕ, ਉੱਦਾਂ ਤੋਂ ਬਾਅਦ 'ਚ ਵੀ। ਹੁਣ ਇਹ ਨੱਡਾ ਜੀ ਨੂੰ ਪੁੱਛੇ ਵੀ ਤੁਹਾਡੀ ਮਾਨਸਿਕਤਾ, ਤੁਹਾਡੇ ਜਿਸ ਰਾਸ਼ਟਰ ਦੀ ਤੁਸੀਂ ਗੱਲ ਕਰਦੇ ਆ, ਤੁਸੀਂ ਬਟਾਲੇ ਵਾਲੀ ਕੰਧ ਤੋਂ ਲੈ ਕੇ ਸਰਹੰਦ ਦੀ ਕੰਧ ਤੱਕ ਵਿਰੋਧਤਾ ਕੀਤੀ ਤੇ ਹੁਣ ਤੁਸੀਂ ਉਹਨਾਂ ਨੂੰ ਆਪਣੇ ਹੱਕ 'ਚ ਭਰਤਾਉਣਾ ਚਾਹੁੰਦੇ ਹੋ। ਜਦੋਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਹੋ ਰਹੀ ਆ, ਜਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਹੁਣ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋ ਰਹੀ ਹੈ, ਉਸ ਚੀਜ਼ ਵਾਸਤੇ ਦੇਖੋ ਕਿੰਨੀ ਖੂਬਸੂਰਤ ਗੱਲ ਆ। ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਮੈਂ ਇਹ ਜਨੇਊ ਨਹੀਂ ਪਾਉਣਾ ਕਿਉਂਕਿ ਮੇਰੀ ਇਹਦੇ 'ਚ ਕੋਈ Believe ਨਿਸ਼ਠਾ ਨਹੀਂ ਹੈਗੀ। ਜੀ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਕਿ ਠੀਕ ਆ, ਸਾਡੀ ਨਿਸ਼ਠਾ ਕੋਈ ਨਹੀਂ ਜਨੇਊ ਦੇ ਵਿੱਚ, ਪਰ ਕਿਸੇ ਦਾ ਜਨੇਊ ਅਸੀਂ ਲੈਣ ਵੀ ਨਹੀਂ ਦੇਣਾ। ਸੋ ਜਿਹੜੀ ਇੱਕ ਗੱਲ ਬਾਰ-ਬਾਰ ਕਈ ਵਾਰੀ ਵੀ ਰਿਪੀਟ ਹੁੰਦੀ ਆ ਕਿ ਮੈਂ ਤੇਰੇ ਖਿਆਲਾਂ ਨਾਲ ਹੋ ਸਕਦਾ ਵਾ ਕਿ ਸਹਿਮਤ ਨਾ ਹੋਵਾਂ, ਪਰ ਤੁਸੀਂ ਬੋਲ ਦਿਓ, ਤੁਹਾਨੂੰ ਜ਼ਿਆਦਾ ਚੰਗੀ ਤਰ੍ਹਾਂ ਆਉਂਦੀ ਹੈ ਕਿ ਮੈਂ ਭਾਵੇਂ ਤੇਰੇ ਖਿਆਲਾਂ ਨਾਲ ਸਹਿਮਤ ਨਾ ਹੋਵਾਂ, ਪਰ ਤੇਰੇ ਬੋਲਣ ਦੀ ਆਜ਼ਾਦੀ ਵਾਸਤੇ ਮੈਂ ਆਪਣੇ ਖੂਨ ਦਾ ਕਤਰਾ ਬਹਾ ਦਿਆਂ। ਹਾਂ, ਇਹ ਹੁਣ ਅੱਜ ਕੰਟੈਂਪਰੇਰੀ ਪੀਰੀਅਡ 'ਚ ਇੱਕ ਕੋਈ ਕਹਿ ਰਿਹਾ ਆ, ਸਾਨੂੰ ਉਹ ਬਹੁਤ ਫੈਂਸੀ ਲੱਗ ਰਹੀ ਆ, ਉਹ ਸਾਡੇ ਗੁਰੂ ਨੇ ਪ੍ਰੈਕਟੀਕਲ ਕਰਕੇ ਦਿਖਾਇਆ ਹੈ ਨਾ। ਸੋ ਇਹ ਆ ਸਿੱਖ ਜਿਹੜਾ ਹਲੇਮੀ ਰਾਜ। ਥੋੜਾ ਜਿਹਾ ਆਪਾਂ ਹੋਰ ਇੱਥੇ ਅੱਗੇ ਚੱਲਦੇ ਹੈਗੇ, ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ देश की एकता अखंडता के लिए सिख गुरुओं ने राष्ट्र भक्ति के लिए जो काम किया है वह भी दुनिया के सामने रखा जाएगा और ये काम जो है ये कॉफ़ी टेबल बुक करेगी। ये JP नड्डा होना ने भी कहा भी कॉफ़ी टेबल बुक काम की करेगी। ਇਹਦੇ ਬਾਰੇ ਥੋੜਾ ਜਿਹਾ ਜਹਦਾਰ ਜੀ ਕੀ ਕਹੋਗੇ? ਦੇਖੋ ਸਰਦਾਰ ਜਗਜੀਤ ਸਿੰਘ ਜੀ, ਗੱਲ ਬੜੀ ਸਪਸ਼ਟ ਆ। ਪਹਿਲਾਂ ਤਾਂ ਆਪਾਂ ਨੱਡਾ ਜੀ ਨੂੰ ਬੇਨਤੀ ਕਰ ਆਏ ਆ, ਹੁਣ ਇਹ ਕਹਿੰਦੇ ਆ ਵੀ ਗੁਰੂ ਸਾਹਿਬ ਨੇ ਦੇਸ਼ ਦੀ ਜਿਹੜੀ ਏਕਤਾ ਤੇ ਅਖੰਡਤਾ, ਰਾਈਟ, ਜਿਹੜੀ ਸਿੱਖੀ ਆ ਇਹ ਕਿਸੇ ਖਿੱਤੇ ਤੱਕ ਸੀਮਤ ਨਹੀਂ ਹੈ। ਬਿਲਕੁਲ, ਤੁਸੀਂ ਸਿੱਖੀ ਨੂੰ ਇੱਕ ਖਿੱਤੇ ਤੱਕ ਸੀਮਤ ਨਹੀਂ ਰੱਖ ਸਕਦੇ। ਰਾਸ਼ਟਰ ਜਾਂ ਦੇਸ਼ ਕੀ ਹੁੰਦਾ? ਧਰਤੀ ਦਾ ਇੱਕ ਟੁਕੜਾ ਜੀ, ਇੱਕ ਟੁਕੜੇ ਨੂੰ ਤੁਸੀਂ ਦੇਸ਼ ਜਾਂ ਰਾਸ਼ਟਰ ਕਹਿੰਦੇ ਆ ਨਾ ਜੀ। ਲੇਕਿਨ ਗੁਰੂ ਨਾਨਕ ਦੀ ਸਿੱਖੀ ਜਿਹੜੀ ਆ ਉਹ ਇੱਕ ਟੁਕੜੇ ਤੱਕ ਸੀਮਤ ਨਹੀਂ ਹੈ। ਇਹ ਧਿਆਨ ਦੇਣ ਯੋਗ ਗੱਲ ਆ। ਜੀ ਜੀ। ਹੁਣ ਗੁਰੂ ਸਾਹਿਬ ਦੀ ਏਡੀ ਵੱਡੀ ਜਿਹੜੀ ਵਿਸ਼ਾਲਤਾ ਜਾਂ ਸਿੱਖੀ ਆ ਜਿਹੜੀ ਕਿ ਪੂਰੀ ਦੁਨੀਆ ਨੂੰ ਕਲਾ ਵਿੱਚ ਲੈਂਦੀ ਹੈ, ਉਹਨਾਂ ਨੂੰ ਤੁਸੀਂ ਇੱਕ ਰਾਸ਼ਟਰ ਨਾਲ ਕਿੱਦਾਂ ਬੰਨ ਲਓਗੇ? ਇਹ ਤਾਂ ਸਿਰਫ ਸਿੱਖਾਂ ਨੂੰ ਬੁੱਧੂ ਬਣਾਉਣ ਲਈ ਜਾਂ ਜਿਹੜੀਆਂ ਸਾਡੀਆਂ, ਜਦੋਂ ਜਗਜੀਤ ਸਿੰਘ ਜੀ ਇਹ ਮਸਲੇ ਉਦੋਂ ਉੱਠਦੇ ਜਦੋਂ ਤੁਹਾਡੀਆਂ ਜਿਹੜੀਆਂ ਮੇਨ ਸੰਸਥਾਵਾਂ ਜਿਹੜੀਆਂ ਉਹਨਾਂ ਤੇ ਉਹਨਾਂ ਦਾ ਕੰਟਰੋਲ ਹੋ ਜੇ ਜੀ, ਤੇ ਜਦੋਂ ਕਿਸੇ ਕੌਮ ਦਾ ਤੁਸੀਂ ਜਿਹੜਾ ਵਿਗਾੜਨਾ ਸਭ ਕੁਝ ਜਾਂ ਉਹਨਾਂ ਦਾ ਵਿਰਸਾ ਤੇ ਉਹਨਾਂ ਦੀਆਂ ਮੇਨ ਸੰਸਥਾਵਾਂ ਤੇ ਪਹਿਲਾਂ ਕਬਜ਼ਾ ਕੀਤਾ ਜਾਂਦਾ, ਉਹ ਇਹ ਕਰ ਚੁੱਕੇ। ਜੀ ਜੀ, ਗੱਲ ਤੁਹਾਡੀ ਸਮਝ ਆਈ। ਹੁਣ ਉਹ ਨੱਡਾ ਜੀ ਨੂੰ ਪਤਾ ਵੀ ਆ ਜਿਹੜੇ ਨਾਲ ਇੰਨੀ ਬੰਦੇ ਬੈਠੇ ਆ ਇਹ ਮੇਰੇ ਨਾਲ ਸਹਿਮਤ ਆ। ਜੀ ਜੀ, ਬਿਲਕੁਲ। ਕਿਤੇ ਸਾਡੇ ਸਾਹਮਣੇ ਕਹਿ ਕੇ ਦਿਖਾ ਲੇ ਜੀ, ਫਿਰ ਅਸੀਂ ਉਹਨੂੰ ਪੰਜਾਬੀ ਸਮਝਾਵਾਂਗੇ ਜੀ ਵੀ ਗੁਰੂ ਸਾਹਿਬ ਦੀ ਸਿੱਖੀ ਨੂੰ ਤੁਸੀਂ ਇੱਕ ਰਾਜ ਸੀਮਤ ਨਹੀਂ ਰੱਖ ਸਕਦੇ। ਤੁਸੀਂ ਇਹ 'ਚ ਕੁਝ ਐਡ ਕਰਨਾ ਚਾਹੋਗੇ? ਦੇਖੋ, ਰਾਸ਼ਟਰਵਾਦੀ ਜਿਹੜੀ ਇੱਕ ਵਿਚਾਰਧਾਰਾ ਨਾ, ਜਿਹਨੂੰ ਨੈਸ਼ਨਲਿਜ਼ਮ ਕਹਿ ਦਿੰਦੇ ਆ, ਉਹ ਆਪਣੇ ਆਪ ਵਿੱਚ ਹੀ ਫਲॉड ਨੈਰੇਟਿਵ ਆ, ਉਹ ਆਪਣੇ ਆਪ ਵਿੱਚ ਹੀ ਫਲॉड ਆਈਡੀਓਲੋਜੀ ਆ। ਉਹ ਕਿੱਦਾਂ ਫਲॉड ਆਈਡੀਓਲੋਜੀ ਆ? ਕਿਉਂਕਿ ਇੱਕ ਅਮਰੀਕਨ ਆਥਰ ਆ, ਅੱਜ ਕੱਲ੍ਹ ਉਹ ਰਿਪਬਲਿਕਨ ਪਾਰਟੀ ਦੇ ਵਿੱਚ ਵੀ ਹੈਗੇ ਆ, ਕੈਂਡੈਂਸ ਓਵਨ, ਅਮਰੀਕਨ। ਉਹਨਾਂ ਨੇ ਇੱਕ ਵਾਰੀ ਕਹਿ ਦਿੱਤਾ ਕਿ ਜਿਹੜਾ ਹਿਟਲਰ ਸੀਗਾ
ਉਹਦਾ ਨੈਸ਼ਨਲਿਜ਼ਮ ਇਸ ਕਰਕੇ ਬੁਰਾ ਨਹੀਂ ਸੀ ਕਿ ਉਹ ਜਰਮਨੀ ਨੂੰ ਬਹੁਤ ਵਧੀਆ ਬਣਾਉਣਾ ਚਾਹੁੰਦਾ ਸੀਗਾ। ਉਹਦਾ ਨੈਸ਼ਨਲਿਜ਼ਮ ਇਸ ਕਰਕੇ ਬੁਰਾ ਸੀਗਾ ਕਿਉਂਕਿ ਉਹ ਜਰਮਨੀ ਤੋਂ ਬਾਹਰ ਵੀ ਜਿਹੜਾ ਉਹ ਆਪਣਾ ਰਾਜ ਭਾਗ ਇਸਟੈਬਲਿਸ਼ ਕਰਨਾ ਚਾਹੁੰਦਾ ਸੀਗਾ। ਪਰ ਉਹਦੇ ਅਗੇਂਸਟ ਆਪਾਂ ਜਦੋਂ ਦੇਖਦੇ ਹਾਂ ਤਾਂ ਜਰਮਨੀ, ਆਪਾਂ ਇਹਨੂੰ ਮੈਂ ਐਗਜ਼ਾਮਪਲ ਮਾਤਰ ਦੱਸ ਰਹੀ ਹਾਂ ਕਿ ਇਹ ਕਿਉਂ ਰਾਸ਼ਟਰਵਾਦ ਦੇ ਵਿੱਚ ਸਾਨੂੰ ਨਹੀਂ ਬੰਨਿਆ ਜਾ ਸਕਦਾ। ਜਰਮਨੀ ਦੇ ਵਿੱਚ ਵੀ ਉਹ ਆਪਣੇ ਜਰਮਨੀ ਦੇ ਜਿਹੜੇ ਜਿਊ ਸੀਗੇ ਉਹਨਾਂ ਦਾ ਉਹ ਮੈਸੇਕਰ ਕਰ ਰਿਹਾ ਹਿਟਲਰ। ਇੱਧਰ ਤੁਸੀਂ ਮੋਦੀ ਸਾਹਿਬ ਲੈ ਲਓ, ਉਹਨੂੰ ਐਗਜ਼ਾਮਪਲਸ ਨਾਲ ਆਪਾਂ ਦੇਖ ਲਈਏ ਤਾਂ ਉਹ ਕਹਿ ਰਹੇ ਕਿ ਇੰਡੀਆ ਨੂੰ ਮੈਂ ਵਿਸ਼ਵ ਗੁਰੂ ਬਣਾਉਂਗਾ, ਪਰ ਜਿਹੜੀਆਂ ਮਾਈਨੋਰਿਟੀਜ਼ ਆ ਉਹਨਾਂ ਨੂੰ ਜਾਂ ਤਾਂ ਮੈਜੋਰਿਟੀ ਦੇ ਵਿੱਚ ਐਸਿਮਿਲੇਟ ਹੋਣਾ ਪਊਗਾ, ਨਹੀਂ ਤੇ ਫਿਰ ਉਹਨਾਂ ਦਾ ਉਦਾਂ ਹੀ ਮੈਸੇਕਰ ਹੋਊਗਾ ਜਿੱਦਾਂ ਯਹੂਦੀਆਂ ਦਾ ਹੋਇਆ। ਜੀ ਜੀ। ਇੱਧਰ ਕਹਿ ਰਿਹਾ ਵਿਸ਼ਵ ਗੁਰੂ ਬਣਾਉਣਾ, ਉਧਰ ਹਿਟਲਰ ਵੀ ਜਿਹੜਾ ਹੈ ਉਹ ਜਰਮਨੀ ਤੋਂ ਬਾਹਰ ਵੀ ਜਾਣਾ ਚਾਹ ਰਿਹਾ ਸੀਗਾ। ਸੋ ਇਹਨਾਂ ਦੇ ਵਿੱਚ ਬੜੀਆਂ ਆਪਸ ਦੇ ਵਿੱਚ ਜਿਹੜੀਆਂ ਨਾ ਪੈਰਲਲਸ ਨੇ। ਜੀ ਜੀ। ਨੈਸ਼ਨਲਿਜ਼ਮ ਕਦੀ ਵੀ ਕਿਸੇ ਤਰੀਕੇ ਦਾ ਵੀ ਨੈਸ਼ਨਲਿਜ਼ਮ ਜਿਹੜਾ ਨਾ ਉਹ ਬਿਨਾਂ ਹੇਟਰਡ ਦੇ ਨਹੀਂ ਹੋ ਸਕਦਾ। ਉੱਤੇ ਤੁਹਾਨੂੰ ਹੇਟ ਪਾਉਣੀ ਪਊਗੀ ਕਿਉਂਕਿ ਹੇਟ ਤੋਂ ਬਿਨਾਂ ਤੁਹਾਨੂੰ ਇੱਕ ਵੱਡਾ ਮੇਜਰ ਤਬਕਾ ਜਿਹੜਾ ਉਹ ਇਕੱਠਾ ਨਹੀਂ ਹੋ ਸਕਦਾ। ਤਾਂ ਉਹਨਾਂ ਨੇ ਉਹ ਇਕੱਠਾ ਕਰਨ ਦੇ ਲਈ ਉਹਨਾਂ ਨੇ ਕਰਨਾ ਹੁੰਦਾ। ਹੁਣ ਸਿੱਖ ਗੁਰੂਆਂ ਨੇ ਜਿਹੜੀ ਜਦੋਂ ਕਹਿੰਦੇ ਆ ਕਿ ਉਹਨਾਂ ਨੇ ਰਾਸ਼ਟਰ ਦੀ ਏਕਤਾ ਤੇ ਅਖੰਡਤਾ, ਸਿੱਖ ਗੁਰੂਆਂ ਦੀ ਨਾ ਤਾਂ ਕੋਈ ਸੀਮਾ ਆ ਨਾ ਕੋਈ ਬਾਉਂਡਰੀ ਆ, ਉਹ ਅਕਾਲ ਦੇ ਪੁਜਾਰੀ ਆ ਜੀ। ਔਰ ਅਕਾਲ ਦਾ ਪੁਜਾਰੀ ਆਪ ਅਸੀਮ ਹੁੰਦਾ ਆ, ਉਹਦੀ ਕੋਈ ਸੀਮਾ ਨਹੀਂ ਹੁੰਦੀ। ਉਹਨਾਂ ਨੂੰ ਕਿਸੇ ਇੱਕ ਰਾਸ਼ਟਰਵਾਦੀ ਖਿੱਤੇ ਦੇ ਨਾਲ ਜੋੜ ਦੇਣਾ ਤੇ ਉਸ ਤੋਂ ਬਾਅਦ ਕਿਉਂਕਿ ਫਿਰ ਹੇਟਰਡ ਆਊਗਾ ਤੇ ਗੁਰੂ ਨਾਨਕ ਸਾਹਿਬ ਪਹਿਲੀਆਂ ਸਤਰਾਂ ਦੇ ਵਿੱਚ ਹੀ ਕਹਿ ਦਿੰਦੇ ਆ ਨਿਰਭਉ ਨਿਰਵੈਰ। ਜਿਹੜਾ ਨਿਰਵੈਰ ਆ ਉਹ ਕਦੀ ਕਿਸੇ ਨਾਲ ਨਫ਼ਰਤ ਨਹੀਂ ਕਰ ਸਕਦਾ। ਨਿਰਵੈਰ ਚਾਹੇ ਉਹ ਯਹੂਦੀ ਹੋਣ ਚਾਹੇ ਉਹ, ਮੈਂ ਫਿਰ ਹਿਟਲਰ ਦੀ ਗੱਲ ਕਰ ਰਹੀ ਹਾਂ, ਹਿਟਲਰ ਦੀ ਪ੍ਰੋਬਲਮ ਇਹ ਸੀ ਕਿ ਉਹਨੂੰ ਜਿਊਸ ਪਸੰਦ ਨਹੀਂ ਆ, ਹੈ ਨਾ, ਤੇ ਉਹ ਨਿਰਵੈਰ ਹੋ ਹੀ ਨਹੀਂ ਸਕਦਾ। ਨੈਸ਼ਨਲਿਜ਼ਮ ਦਾ ਆਈਡੀਆ ਹੀ ਕਦੀ ਨਿਰਵੈਰ ਨਹੀਂ ਹੋ ਸਕਦਾ ਕਿਉਂਕਿ ਨੈਸ਼ਨਲਿਜ਼ਮ ਦੇ ਵਿੱਚ ਜ਼ਰੂਰੀ ਆ ਕਿ ਤੁਹਾਨੂੰ ਇੱਕ ਤਾਂ ਇਹ ਹੋਵੇ ਕਿ ਮੇਰਾ ਦੇਸ਼ ਸਭ ਤੋਂ ਉੱਚਾ ਆ, ਦੂਜਾ ਇਹ ਹੋਵੇ ਕਿ ਮੇਰੇ ਦੇਸ਼ ਵਿੱਚ ਮੈਜੋਰਿਟੀ ਸਭ ਤੋਂ ਉੱਚੀ ਆ, ਹੈ ਨਾ, ਤੇ ਬਾਕੀਆਂ ਨੂੰ ਸਾਰਿਆਂ ਨੂੰ ਵੱਢ ਟੁੱਕ ਦਿਓ। ਸੋ ਨਾ ਤਾਂ ਨਿਰਵੈਰ ਹੋ ਸਕਦਾ ਨਾ ਨਿਰਭਉ ਹੋ ਸਕਦਾ। ਇਹਨਾਂ ਦੋਨਾਂ ਹੀ ਚੀਜ਼ਾਂ ਤੋਂ ਗੁਰੂ ਸਾਹਿਬ ਜਿਹੜੇ ਆ ਉਹ ਬਾਹਰ ਹੈਗੇ, ਉਹਨਾਂ ਦੀ ਉਹਦੇ ਵਿੱਚ ਆਉਂਦੇ ਹੀ ਨਹੀਂ। ਮਤਲਬ ਉਹ ਬਾਉਂਡਰੀਜ਼ ਦੇ ਵਿੱਚ ਆਪਾਂ ਉਹਨਾਂ ਨੂੰ, ਗੁਰੂ ਸਾਹਿਬ ਨੂੰ ਜਿਹੜਾ ਆਪਾਂ ਨਹੀਂ ਲਿਆ ਸਕਦੇ। ਜਥੇਦਾਰ ਜੀ ਤੁਹਾਡੇ ਕੋਲ ਆਉਂਦੇ ਆ, ਪਿਛਲੇ ਸਾਲਾਂ ਜੇ ਆਪਾਂ ਦੇਖਿਆ ਜਾਵੇ ਤੇ ਖਾਸ ਕਰਕੇ ਜਿਹੜੀ ਇਹਨਾਂ ਦੀ ਪਾਰਟੀ ਹੈਗੀ ਜਾਂ ਭਾਜਪਾ ਵੱਲੋਂ ਸਿੱਖ ਕੌਮ ਜਾਂ ਪੰਜਾਬ ਦੇ ਨਾਲ ਕਿਹੋ ਜਿਹੇ ਜਿਹੜੇ ਧੱਕੇ ਆਪਾਂ ਕਹੀਏ ਵੀ ਕੀਤੇ ਗਏ ਧਾਰਮਿਕ ਪੱਖੋਂ ਜੇ ਆਪਾਂ ਦੇਖਣਾ ਹੋਵੇ, ਤੁਸੀਂ ਇਤਿਹਾਸ ਦੀ ਖੋਜ ਕਰਦੇ ਰਹਿੰਦੇ ਹੋ, ਇਹਦੇ ਬਾਰੇ ਕੀ ਕਹੋਗੇ? ਦੇਖੋ ਸਰਦਾਰ ਜਗਜੀਤ ਸਿੰਘ ਜੀ, ਤੁਸੀਂ ਇਹ ਜਿਹੜਾ ਸਵਾਲ ਕੀਤਾ ਇਹਦੇ ਸਭ ਕੁਝ ਹੀ ਆ ਜਾਣਾ। ਇਹਨਾਂ ਨੇ ਗੁਰੂ ਸਾਹਿਬ ਦੇ, ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੇ ਦੇਵੀ ਰੁਤਬੇ ਨੂੰ ਖਤਮ ਕਰਨ ਲਈ ਜਦੋਂ ਨਰਿੰਦਰ ਮੋਦੀ ਦੀ ਸਰਕਾਰ ਬਣੀ ਜੀ, ਇਹਨਾਂ ਨੇ 2015 ਤੋਂ 2019 ਤੱਕ 3 ਅਰਧ ਸ਼ਤਾਬਦੀਆਂ ਮਨਾਈਆਂ ਔਰ ਉਹਨਾਂ ਦਾ ਮੇਨ ਮਕਸਦ ਇਹ ਸੀ ਕਿ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੇ ਦੇਵੀ ਰੁਤਬੇ ਨੂੰ ਖਤਮ ਕਰਨਾ। ਇਹ ਜਿਹੜਾ ਕਹਿੰਦੇ ਨਾ ਦੇਸ਼ ਦੀ ਏਕਤਾ ਤੇ ਅਖੰਡਤਾ, ਉਹਨਾਂ ਨੇ ਤੇ ਪੂਰੇ ਪਲਾਨ ਦੇ ਨਾਲ ਨਾ ਜੀ, ਪੂਰੇ ਅਕਾਲ ਪੁਰਖ ਨੇ ਜਿਹੜਾ ਦਿੱਤਾ ਖੰਡਾ, ਜਦੋਂ ਤੁਸੀਂ ਦੇਖਦੇ ਆ ਤੇ ਉਹਦੇ ਦੁਆਲੇ ਜਿਹੜਾ ਚੱਕਰ ਆ ਉਹ ਤੇ ਪੂਰੇ ਅਕਾਲ ਪੁਰਖ ਨੂੰ ਵਿੱਚ ਲੈਂਦੇ ਆ ਨਾ ਜੀ। ਬਿਲਕੁਲ, ਉੱਥੇ ਕਿਤੇ ਇੱਕ ਦੇਸ਼ ਦੀ ਤੇ ਗੱਲ ਹੈ ਨਹੀਂ, ਇਹ ਆ ਦੇਵੀ ਰੁਤਬਾ। ਇਹਨਾਂ ਨੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦਾ ਦੇਵੀ ਰੁਤਬਾ ਖਤਮ ਕਰਨ ਦੇ ਲਈ 2015 'ਚ 3 ਸ਼ਤਾਬਦੀਆਂ ਕਿੱਦਾਂ ਢੰਗ ਦੇ ਨਾਲ ਸ਼ੁਰੂ ਕੀਤੀਆਂ ਜੀ। ਪਹਿਲੀ ਇਹਨਾਂ ਨੇ ਮਨਾਈ 2015 'ਚ ਆਨੰਦਪੁਰ ਦਾ ਸਥਾਪਨਾ ਦਿਵਸ ਜੀ। ਉੱਥੇ ਵੀ ਇਹਨਾਂ ਨੇ ਸਿੱਖ ਧਰਮ ਦਾ ਮਿਲਗੋਬਾ ਕਰਨ ਲਈ ਬਹੁਤ ਕੁਝ ਕਰ ਲਿਆ ਔਰ 2015 ਦੇ ਵਿੱਚ ਹੀ ਸਰਦਾਰ ਜਗਜੀਤ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਔਰ ਇਹਨਾਂ ਦਾ ਇੱਕ ਪਲੈਨਿੰਗ ਤੇ ਇਹ ਸੀਗਾ ਕਿ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੇ ਦੇਵੀ ਰੁਤਬੇ ਨੂੰ ਖਤਮ ਕਰਨਾ, ਦੂਜਾ ਗ੍ਰੰਥ ਔਰ ਪੰਥ ਦੀ ਗਰਿਆਈ ਨੂੰ ਖਤਮ ਕਰਨਾ। ਨੋਟ ਕਰੋ ਨਾ ਜੀ ਗੱਲ ਜੀ ਜੀ। ਗੁਰੂ ਗੋਬਿੰਦ ਸਿੰਘ ਨੇ ਪੰਥ ਨੂੰ ਵੀ ਗਰਿਆਈ ਦਿੱਤੀ, ਗ੍ਰੰਥ ਨੂੰ ਵੀ ਗਰਿਆਈ ਦਿੱਤੀ। ਇਹਨਾਂ ਨੇ ਪੂਰੀ ਪਲੈਨਿੰਗ ਦੇ ਨਾਲ 3 ਅਰਧ ਸ਼ਤਾਬਦੀਆਂ ਰੱਖੀਆਂ ਵੀ ਗ੍ਰੰਥ ਔਰ ਪੰਥ ਦੀ ਗਰਿਆਈ ਵੀ ਖਤਮ ਕਰਨੀ ਹੈ, ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਵੀ ਦੂਰ ਕਰਨਾ। ਉਹਦਾ ਪਹਿਲੀ ਵਾਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 2015 ਜਦੋਂ ਚੈਲੰਜ ਕਰਕੇ ਹੁੰਦੀ ਹੈ, ਉਹ ਵੀ ਇਹ ਅਰਧ ਸ਼ਤਾਬਦੀ ਜੇ 2015 'ਚ ਹੋਈ ਨਾ ਜੀ। 2015 'ਚ ਮੋਹਨ ਭਾਗਵਤ ਜਿਹੜਾ ਸਾਰਾ ਸਾਡੇ ਇਤਿਹਾਸ ਸਰੋਤ ਜਿਹੜੇ ਬਦਲ ਕੇ ਹਿੰਦੂ ਧਰਮ 'ਚ ਲਿਆਉਣ ਲਈ 85 ਲੱਖ ਰੁਪਈਆ ਰਾਸ਼ਟਰੀ ਸਿੱਖ ਸੰਗਤ ਨੂੰ ਦਿੰਦਾ। 2015 'ਚ ਇਹ ਅਨਾਉਂਸ ਕਰਦੇ ਆ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਪ੍ਰਕਾਸ਼ ਉਤਸਵ ਪਟਨੇ ਮਨਾਵਾਂਗੇ।
ਔਰ ਉਹਦੇ ਤੋਂ ਪਹਿਲਾਂ ਜਿਹੜਾ ਇਹ ਐਲਾਨ ਕਰਦੇ ਆ ਗੁਰੂ ਸਾਹਿਬ ਦੇ ਬਾਰੇ, ਜੀ ਇਹ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਪਰ ਜਿੱਦਾਂ ਮੈਂ ਕਿਹਾ ਵੀ ਸਾਡੀਆਂ ਸੰਸਥਾਵਾਂ ਉਹਨਾਂ ਸੜਾ ਲਈਆਂ ਪਹਿਲਾਂ ਹੀ। ਔਰ ਉਹਨਾਂ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਉਰਸ ਮਨਾਉਣਾ ਸੀ, ਤਾਂ ਉਦੋਂ ਇੱਕ ਉਹਨਾਂ ਨੇ RSS ਨੇ ਬਕਾਇਦਾ ਲਿਖ ਕੇ ਅਖਬਾਰਾਂ 'ਚ ਐਲਾਨ ਕੀਤਾ ਕਿ ਉਹ ਕਹਿੰਦੇ RSS ਨੇ ਜਨਤਕ ਤੌਰ 'ਤੇ ਗੁਰੂ ਜੀ ਨੂੰ ਚਿੰਨ੍ਹਾਤਮਕ ਤੌਰ 'ਤੇ ਮੰਨ ਲਿਆ, ਭਾਵ ਉਹਨਾਂ ਦੀ ਕਿਸੇ ਤਸਵੀਰ ਜਾਂ ਮੂਰਤੀ ਨੂੰ ਉਹਨਾਂ ਦੀ ਜਿਹੜੀ ਉਹਨਾਂ ਦੀ ਸ਼ਖਸੀਅਤ ਦਾ ਪ੍ਰਗਟਾਵਾ ਕਰਦੀ ਹੈ ਉਹਨੂੰ ਪ੍ਰਵਾਨ ਕਰ ਲਿਆ। ਪਹਿਲਾਂ ਐਲਾਨ ਕਰ ਦਿੱਤਾ ਜੀ। ਦੂਜੇ ਬੰਨੇ ਬਡੂੰਗਰ ਜਿਹੜੇ ਆਪਣਾ ਕਿਰਪਾਲ ਸਿੰਘ ਬਡੂੰਗਰ ਆ, ਇਹ ਲੈ ਕੇ ਜਾਂਦੇ ਗੁਰੂ ਗੋਬਿੰਦ ਸਿੰਘ ਦੀ ਕਾਲਪਨਿਕ ਤਸਵੀਰ। ਔਰ ਸਰਦਾਰ ਜਗਜੀਤ ਸਿੰਘ ਜੀ ਨੋਟ ਕਰੋ, ਮੇਰੇ ਕੋਲ ਫੋਟੋ ਸਾਰੀਆਂ ਪਈਆਂ, ਫੋਟੋ ਦੇ ਉੱਤੇ ਲਿਖਿਆ ਜਾਂਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 350ਵੀਂ ਐਨਵਰਸਰੀ। ਉਹ ਜਿਹੜੀ ਤਸਵੀਰ ਆ ਉਹ ਇਹਨਾਂ ਦੇ ਬਾਦਲ ਹੋਣਾ ਦੀ ਹਾਜ਼ਰੀ 'ਚ, ਦੋਨੋਂ ਹੀ ਸਾਡੀਆਂ ਕਮੇਟੀਆਂ ਅੰਮ੍ਰਿਤਸਰ ਦੀ ਵੀ ਤੇ ਦਿੱਲੀ ਦੀ ਵੀ, ਸੰਤ ਸਮਾਜ ਵੀ, ਸਾਰਿਆਂ ਦੀ ਹਾਜ਼ਰੀ 'ਚ ਕਿਰਪਾਲ ਸਿੰਘ ਬਡੂੰਗਰ ਜਿਹੜੇ ਆ ਉਹ ਨਤੀਸ਼ ਨੂੰ ਤੇ ਨਰਿੰਦਰ ਮੋਦੀ ਨੂੰ ਉਹ ਤਸਵੀਰ ਗੁਰੂ ਦੀ ਭੇਟ ਕਰਦੇ ਆ, ਭਾਵ ਕਿ ਉਹਨਾਂ ਦੀ ਗੱਲ ਮੰਨ ਲਈ ਗਈ, ਆਇਆ ਹੈ ਤੁਹਾਡੇ ਗੁਰੂ ਗੋਬਿੰਦ ਸਿੰਘ, ਕਾਲਪਨਿਕ ਤਸਵੀਰ, ਔਰ ਉਹਦੇ ਉੱਤੇ ਲਿਖ ਦਿੱਤਾ ਜੀ। ਹੁਣ ਉਹ ਜਿਹੜੀ ਤਸਵੀਰ ਆ, ਉਹ ਤਸਵੀਰ ਨੂੰ ਪਹਿਲਾਂ ਤਾਂ ਮਨਾ ਲਿਆ ਵੀ ਆਹ ਤੁਹਾਡੇ ਗੁਰੂ ਗੋਬਿੰਦ ਸਿੰਘ ਹੈ। ਉਹਨਾਂ ਹੀ ਦਿਨਾਂ 'ਚ ਪਟਨੇ ਤੇ ਹੋਲਡਰ ਲੱਗਦੇ ਆ, ਮੇਰੇ ਕੋਲ ਫੋਟੋ ਪਈਆਂ, ਮੋਦੀ ਦੀ ਤੇ ਉਹਦੇ ਮੰਤਰੀ ਦੀ ਫੋਟੋ ਜਿਹੜੀ ਆ ਉੱਪਰ ਲੱਗਦੀ ਹੈ, ਤੇ ਗੁਰੂ ਗੋਬਿੰਦ ਸਿੰਘ ਦੀ ਫੋਟੋ ਜਿਹੜੀ ਹੈ ਉਹ ਥੱਲੇ ਲੱਗਦੀ ਹੈ। ਹੁਣ ਇਦੋਂ ਵੱਧ ਧਾਰਮਿਕ ਨੁਕਸਾਨ ਜਿਹੜਾ ਤੁਹਾਡਾ, ਇਦੋਂ ਵੱਡਾ ਤਾਂ ਨਹੀਂ ਨਾ ਜੀ ਹੋ ਸਕਦਾ ਜੀ। ਗ੍ਰੰਥ ਔਰ ਪੰਥ ਦੀ ਗਰਿਆਈ ਨੂੰ ਵੀ ਚੈਲੰਜ ਕਰ ਦਿੱਤਾ, ਗੁਰੂ ਗੋਬਿੰਦ ਸਿੰਘ ਦੇ ਦੇਵੀ ਰਤਬੇ ਨੂੰ ਵੀ ਖਤਮ ਕਰ ਦਿੱਤਾ ਆਪਦੇ ਵੱਲੋਂ ਉਹਨਾਂ ਨੇ, ਇੱਕ ਕਾਲਪਨਿਕ ਤਸਵੀਰ ਨੂੰ। ਨਾਲ ਇਹ ਜਗਜੀਤ ਸਿੰਘ ਜੀ ਉਹਨਾਂ ਬੁੱਤ ਵੀ ਲਵਾਇਆ, ਬੁੱਤ ਉੱਥੇ ਲੱਗਾ ਵੀ ਆ, ਥੋੜ੍ਹਾ ਜਿਹਾ ਰੌਲਾ ਪਿਆ ਵੀ ਅਸੀਂ ਚੁਕਾਤਾ ਜੀ, ਚੁਕਾਉਣਾ ਕਿਸੇ ਨੇ, ਬੁੱਤ ਬਣ ਚੁੱਕਾ, ਅੱਜ ਨਹੀਂ ਤਾਂ ਕੱਲ੍ਹ ਲਾਉਣਗੇ। ਔਰ ਜਦੋਂ 350ਵੇਂ ਤੋਂ ਬਾਅਦ ਹੀ ਐਲਾਨ ਉਸੇ ਵੇਲੇ ਕਰਦੇ ਆ ਵੀ ਅਸੀਂ ਗੁਰੂ ਨਾਨਕ ਦਾ 550ਵਾਂ ਜਿਹੜਾ ਉਹ ਅਸੀਂ ਮਨਾਵਾਂਗੇ, ਉਹ ਵੀ ਜਾਣੀ ਸਰਕਾਰ ਮਨਾਊਗੀ। ਹੁਣ ਪਹਿਲੀ ਤਾਂ ਗੱਲ ਦੇਖਣ ਵਾਲੀ ਹੈ ਵੀ ਜੇ ਸਾਡੀਆਂ ਇਹ ਆਪਾਂ ਨੂੰ ਆਉਂਦਾ ਨਾ ਵੀ ਜਦੋਂ ਕੇਂਦਰ ਢਿੱਲਾ ਪੈ ਜੇ ਤੇ ਸਭ ਕੁਝ ਖਿੰਡ ਪੁਣ ਜਾਂਦਾ ਜੀ। ਸਾਡਾ ਜਦੋਂ ਅਕਾਲ ਤਖਤ ਦਾ ਤੇ ਸ਼੍ਰੋਮਣੀ ਕਮੇਟੀ ਦਾ ਸਿਧਾਂਤ ਹੀ ਜਿਹੜਾ ਡਾਵਾਂਡੋਲ ਹੋ ਗਿਆ, ਉਹ ਸਭ ਕੁਝ ਖਿਲਰ ਗਿਆ ਨਾ ਜੀ। ਜੀ ਜੀ। ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਹੀ ਗੁਰੂ ਨਾਨਕ ਦਾ ਜਿਹੜਾ ਉਹ 550ਵਾਂ ਬਣਾਇਆ, ਔਰ ਗੁਰੂ ਨਾਨਕ ਨੂੰ ਵੀ ਬਿਲਕੁਲ ਦੁਨਿਆਵੀ ਰਤਬੇ ਤੇ ਲੈ ਆਂਦਾ। ਗੱਲ ਤੁਹਾਡੀ ਸਮਝ ਆਈ। ਔਰ ਜਿਹੜਾ ਇਹਨਾਂ ਨੇ ਆ ਤੁਸੀਂ ਗੱਲ ਕੀਤੀ ਆ ਵੀਰ ਬਾਲ ਦਿਵਸ ਤੇ, ਆਪਾਂ ਇੱਥੇ ਲੈ ਆਉਂਦੇ ਆ, ਪ੍ਰੋਗਰਾਮ ਲੰਮਾ ਹੁੰਦਾ ਜੀ। ਹੁਣ ਨਰਿੰਦਰ ਮੋਦੀ ਨੇ ਸਪਸ਼ਟ ਕਰਕੇ ਕਿਹਾ ਕਿ ਵੀ ਤੁਹਾਡੀ ਜਿਹੜੀ ਹੈਗੀ ਆ ਲਾਰਡ ਗੌਤਮ ਬੁੱਧਾ ਐਂਡ ਲਾਰਡ ਮਹਾਵੀਰ, ਵੀ ਟਰਾਈ ਟੂ ਲਿਵ ਬਾਈ ਦ ਵਰਡਸ ਆਫ ਗੁਰੂ ਨਾਨਕ ਦੇਵ ਜੀ, ਵੀ ਰੀਡ ਅਬਾਊਟ and follow the example of heroes of Maharana Pratap, Shivaji, ਛਤਰਪਤੀ ਵੀਰ ਸ਼ਿਵਾਜੀ, ਉਹਨੂੰ ਗੁਰੂ ਨਾਨਕ ਦੇ ਬਰਾਬਰ ਲੈ ਆਂਦਾ। ਹੁਣ ਜਿਹੜਾ ਨਰਿੰਦਰ ਮੋਦੀ ਗੁਰੂ ਨਾਨਕ ਨੂੰ ਦੁਨਿਆਵੀ ਨਾਇਕਾਂ ਦੇ ਬਰਾਬਰ ਲਿਆਉਂਦਾ, ਤੁਸੀਂ ਕਿਸ ਮੂੰਹ ਨਾਲ ਉਸ ਨਰਿੰਦਰ ਮੋਦੀ ਦੀ ਸਿਫਤ ਕਰਦੇ ਆ? ਇਦੋਂ ਵੱਡਾ ਚੈਲੰਜ, ਇਦੋਂ ਵੱਡਾ ਸਿੱਖਾਂ ਨਾਲ ਧੋਖਾ ਕਿਹੜਾ ਹੋ ਜੂ ਕਿ ਉਹ ਨਰਿੰਦਰ ਮੋਦੀ ਲਿਖ ਕੇ ਕਹਿ ਰਿਹਾ ਕਿ ਅਸੀਂ ਗੁਰੂ ਨਾਨਕ ਨੂੰ ਮਹਾਰਾਣਾ ਪ੍ਰਤਾਪ ਤੇ ਛਤਰਪਤੀ ਦੇ ਬਰਾਬਰ ਰੱਖਦੇ ਹਾਂ ਜੀ। ਇਹ ਸਰਦਾਰ ਜਗਜੀਤ ਸਿੰਘ ਜੀ ਬਹੁਤ ਸਾਨੂੰ ਸਾਰਿਆਂ ਨੂੰ ਅਸੀਂ ਦੁਬਾਰਾ ਬੇਨਤੀ ਕਰਾਂਗੇ ਕਿ ਜੇ ਸਾਡਾ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਤੇ ਗੁਰੂ ਨਾਨਕ ਦਾ ਦੇਵੀ ਰੁਤਬਾ, ਗੁਰੂ ਗ੍ਰੰਥ, ਗੁਰੂ ਪੰਥ ਦੀ ਗਰਿਆਈ ਖਤਮ ਕਰ ਦਿੱਤੀ, ਤੇ ਫੇਰ ਕੌਮ ਜਿਹੜੀ ਪਤਾ ਨਹੀਂ ਕਿੰਨਾ ਚਿਰ ਮੁੜ ਕੇ ਉੱਠ ਨਹੀਂ ਸਕੂਗੀ ਜੀ ਜੀ। ਹੁਣ ਰੌਲਾ ਕੀ ਇਸ ਵੇਲੇ ਹੈਗਾ ਵੀ ਕੋਈ ਵੀ ਬੰਦਾ, ਸਾਡੀ ਸੰਸਥਾ ਇਹ ਨਹੀਂ ਕਹਿ ਰਹੀ ਕਿ ਅਸੀਂ ਸਿੱਖ ਹਾਂ, ਸਿੱਖ ਕੌਮ ਦੀ ਅੱਡਰੀ ਵਿਲੱਖਣ ਹੋਂਦ ਹਸਤੀ ਹੈ, ਸਿੱਖ ਧਰਮ ਦਾ ਨਿਆਰਾ ਪਾਣਾ, ਔਰ ਸਾਡੇ ਕੋਲ ਸਭ ਤੋਂ ਗੁਰੂ ਗ੍ਰੰਥ ਸਾਹਿਬ ਜਿਹੜੇ ਮੌਲਿਕ ਰੂਪ 'ਚ ਮੌਜੂਦ ਆ। ਇੰਨਾ ਕੁਛ ਹੋਣ ਦੇ ਬਾਵਜੂਦ ਵੀ ਉਹ ਸਾਡੇ ਤੇ ਏਡੇ ਵੱਡੇ ਸਿਧਾਂਤਕ ਹਮਲੇ ਕਰ ਜਾਣ, ਤੇ ਇਹ ਸਾਡੇ ਬੰਦੇ ਕਿਤਾਬਾਂ ਛਪਾਉਣ ਮੋਦੀ ਦੇ ਹੱਕ 'ਚ,
ਤੇ ਅਸੀਂ ਮੋਦੀ ਨਾਲ ਸਾਡਾ ਕੋਈ ਜਾਤੀ ਥੋੜਾ ਵਿਰੋਧ ਨਹੀਂ ਜਿਹਾ ਹੈ। ਆਪਾਂ ਮਨੋਵਿਗਿਆਨਿਕ ਤੌਰ ਤੇ ਗੱਲ ਕਰ ਲਈਏ ਵੀ ਇਹਦਾ ਰੀਜ਼ਨ ਕੀ ਹੁੰਦਾ ਹੈ, ਕਿ ਆਪਾਂ ਕਿਸੇ ਦੀ ਉਥੋਂ ਕੋਈ ਪਦਵੀਆਂ ਲੈਣੀਆਂ ਚਾਹੁੰਦੇ ਆ, ਜਾਂ ਕੀ ਕਾਰਨ ਕੀ ਹੈ? ਜੇ ਆਪਾਂ ਥੋੜਾ ਜਿਹਾ ਹਟ ਕੇ ਦੇਖੀਏ ਵੀ ਇਦਾਂ ਦੇ ਜਿਹੜੇ ਕੰਮ ਕਰਨੇ, ਵੀ ਖੁਸ਼ਾਮਦੀਨ ਵਾਲੇ ਕੰਮ ਕਰਨੇ। ਦੇਖੋ ਇੱਕ ਤਾਂ ਇੱਕ ਗੱਲ ਇਹ ਆਪਾਂ ਸਮਝ ਲਈਏ ਕਿ ਜਿਹੜੀਆਂ ਮਾਈਨੋਰਿਟੀਜ਼ ਹੁੰਦੀਆਂ ਨਾ, ਜੀ, ਜੀ। ਉਹ ਵੈਸੇ ਹੀ ਇੱਕ ਬਹੁਤ ਡਰ ਦੇ ਮਾਹੌਲ 'ਚ ਰਹਿ ਰਹੀਆਂ ਹੁੰਦੀਆਂ। ਸਿੱਖਾਂ ਉੱਤੇ ਗੱਲ ਟੁੱਕਦੀ ਨਹੀਂ, ਪਰ ਅੱਜ ਕੱਲ ਦੇ ਜਿਹੜੇ ਅਜੋਕੇ ਸੋ ਕਾਲਡ ਸਿੱਖ ਆ ਜਿਹੜੇ ਬਣ ਗਏ, ਉਹਨਾਂ ਦੇ ਉੱਤੇ ਟੁੱਕਦੀ ਆ, ਕਿਉਂਕਿ ਸਿੱਖ ਡਰਦੇ ਨਹੀਂ ਹੁੰਦੇ, ਪਰ ਉਹ ਡਰਦੇ ਆ। ਉਹਨਾਂ ਨੂੰ ਇਹ ਪਤਾ ਕਿ ਖਾਸ ਤੌਰ ਤੇ ਜਦੋਂ ਤੁਸੀਂ ਇਹ ਦੇਖੋਗੇ ਨਾ, ਦਿੱਲੀ ਵਾਲੇ ਪਾਸੇ ਜ਼ਿਆਦਾ ਆ ਇਹ, ਕਿਉਂਕਿ ਇੱਕ ਉਹਨਾਂ ਨੇ 1984 ਵਾਲਾ ਕਤਲੇਆਮ ਜਿਹੜਾ ਵੇਖਿਆ, ਜੈਨੋਸਾਈਡ ਵੇਖਿਆ ਆ। ਸੋ ਉਹਨਾਂ ਨੂੰ ਇਹ ਵੀ ਲੱਗਦਾ ਕਿ ਕਿਤੇ ਨਾ ਕਿਤੇ ਇਹ, ਔਰ ਉਹਨਾਂ ਨੂੰ ਪਤਾ ਕਿ ਇਹ ਕਦੀ ਨਾ ਕਦੀ ਦੁਬਾਰਾ ਰਿਪੀਟ ਹੋਣਾ, ਕਿਉਂਕਿ ਜਿਹੜੀ ਜੈਨੋਸਾਈਡਲ ਪਲਸ ਆ ਉਹਨਾਂ ਦੇ ਵਿੱਚ ਹੈਗੀ ਆ, ਉਹ ਕਦੀ ਜਾਂਦੀ ਵੀ ਨਹੀਂ ਹੁੰਦੀ। ਜਿਹਦੇ ਮੂੰਹ ਨੂੰ ਇੱਕ ਵਾਰੀ ਖੂਨ ਲੱਗ ਜੇ ਉਹ ਰਹਿੰਦਾ ਆ। ਸੋ ਉਹਨਾਂ ਨੂੰ ਪਤਾ ਕਿ ਹੋਣਾ। ਸੋ ਇਹ ਵਿਚਾਰੇ ਆਪਣੇ ਵਹਿਮ ਦੇ ਵਿੱਚ ਇੱਕ ਭੁਲੇਖਾ ਪਾਲ ਕੇ ਬੈਠੇ ਆ ਕਿ ਸ਼ਾਇਦ ਅਸੀਂ ਬੀਬੇ ਪੁੱਤ ਬਣ ਕੇ ਰਹੀਏ ਤੇ ਅਸੀਂ ਬਚ ਜਾਵਾਂਗੇ। ਇਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਉਦੋਂ ਜਿਹੜੇ ਆਰਮੀ ਆਫੀਸਰ ਸੀਗੇ, ਜਿਹੜੇ ਇੱਥੋਂ ਤੱਕ ਕਿ ਰਾਸ਼ਟਰਪਤੀ ਨਹੀਂ ਛੱਡਿਆ, ਰਾਸ਼ਟਰਪਤੀ ਦੀ ਗੱਡੀ ਭੰਨੀ ਜਾ ਸਕਦੀ ਹੈ, ਉਹਦੇ ਤੇ ਤੁਸੀਂ ਤੇ ਕੋਈ ਕਿਸੇ ਖੇਤ ਦੀਆਂ ਮੂਲੀਆਂ ਹੈ ਨਹੀਂ, ਪਰ ਫਿਰ ਵੀ ਇਹਨਾਂ ਵੱਲੋਂ ਵਿਚਾਰਿਆਂ ਵੱਲੋਂ ਇੱਕ ਛੋਟੀ ਜਿਹੀ ਕੋਸ਼ਿਸ਼ ਹੁੰਦੀ ਆ। ਤੁਸੀਂ ਇਹਦਾ ਐਗਜ਼ਾਮਪਲ ਦੇਖੋਗੇ, ਜਦੋਂ ਇੱਥੇ ਯੂਕੇ ਦੇ ਵਿੱਚ ਵਿਰੋਧ ਹੋਇਆ ਸੀਗਾ ਕਿਸੇ ਵੀ ਕਾਰਨ ਕਰਕੇ, ਤਾਂ ਉਹਦਾ ਫਿਰ ਆਨਸਰ ਜਿਹੜਾ ਇੰਡੀਆ ਨੇ ਇਹਨੂੰ ਇਦਾਂ ਪ੍ਰੋਪਗੇਟ ਕੀਤਾ ਸੀਗਾ ਸ਼ਾਇਦ ਸਾਰੇ ਸਿੱਖ ਹੀ ਆ ਗਏ ਆ, ਪਰ ਉਹ ਕੁਝ ਚੰਦ ਦਿੱਲੀ ਵਾਲੇ ਸਿੱਖ ਸੀਗੇ। ਮੈਂ ਉਹਨਾਂ ਨੂੰ ਸਿੱਖ ਨਹੀਂ ਪ੍ਰੋਪਰ ਕਹਿੰਦੀ ਹੈ ਨਾ, ਬਟ ਉਹ ਦਿੱਲੀ ਵਾਲਾ ਜਿਹੜਾ ਇੱਕ ਕਲਚਰਲ ਜਾਂ ਸਿੰਬੋਲਿਕਲੀ ਸਿੱਖ ਜਿਹੜੇ ਬਣਦੇ ਆ, ਉਹ ਸੀਗੇ ਜਿਹੜੇ ਅੱਗੇ ਹੋ ਕੇ ਕਹਿੰਦੇ ਸੀਗੇ ਭਾਰਤ ਕੀ ਅਖੰਡਤਾ, ਇਹ ਉਹ ਭਾਰਤ ਦੀ ਅਖੰਡਤਾ ਫਾਈਨ, ਉਹਨਾਂ ਨੂੰ ਆਪਣਾ ਦੇਸ਼ ਵਾਸਤੇ ਜੇ ਉਹ ਲੜਨਾ ਚਾਹੁੰਦੇ ਮੋਰ ਦੈਨ ਵੈਲਕਮ। ਪਰ ਜਿਹੜੀ ਉੱਤੇ ਗੱਲ ਸਮਝਣ ਵਾਲੀ ਆ ਉਹ ਇਹ ਹੈ ਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਇਹਦਾ ਰਿਐਕਸ਼ਨ ਜਦੋਂ ਆਊਗਾ ਇਧਰੋਂ, ਤਾਂ ਉਹਦੇ ਵਿੱਚ ਅਸੀਂ ਨਾ ਪਿੱਛੇ ਜਾਈਏ। ਇਸ ਕਰਕੇ ਅਸੀਂ ਕੈਮਰਿਆਂ ਦੇ ਮੂਹਰੇ ਹੋ ਕੇ ਆਪਣਾ ਸ਼ਕਲਾਂ ਵਿਖਾ ਦਈਏ ਕਿ ਵੇਖੋ ਅਸੀਂ ਤੁਹਾਡੇ ਨਾਲ ਆ। ਤਾਂ ਇੱਕ ਤਾਂ ਇਹ ਡਰ ਦੇ ਵਿੱਚੋਂ ਨਿਕਲੀ ਗੱਲ ਹੁੰਦੀ ਹੈ। ਦੂਜਾ, ਇਨਸਾਨ ਦੀ ਇੱਕ ਫਿਤਰਤ ਆ, ਉਹ ਹਮੇਸ਼ਾ ਪਾਵਰ ਦੇ ਨਾਲ ਜਾਣਾ ਪਸੰਦ ਕਰਦਾ ਆ। ਤੁਸੀਂ ਇਹ ਦੇਖੋਗੇ ਕਿ ਪਾਵਰਫੁਲ ਬੰਦਾ, ਚਾਹੇ ਉਹ ਬਿਲਕੁਲ ਲਿਬੜਿਆ ਤਿਬੜਿਆ ਗੰਦਾ ਬੰਦਾ ਹੋਵੇ ਨਾ, ਉਹਦੇ ਲਈ ਵੀ ਲੋਕ ਕੁਰਸੀ ਛੱਡ ਦਿੰਦੇ ਆ। ਤੇ ਇੱਕ ਆਮ ਬੰਦਾ, ਚਾਹੇ ਉਹ ਜਿੰਨਾ ਮਰਜ਼ੀ ਸੋਹਣਾ ਸੁਚੱਜਾ ਸਾਫ ਸੁਥਰਾ ਹੋਵੇ, ਉਹਦੇ ਲਈ ਉਹ ਨਹੀਂ ਛੱਡਦੇ। ਇਹ ਇੱਕ ਪਾਵਰ ਦਾ ਆਪਣਾ ਜ਼ੋਰ ਹੁੰਦਾ, ਇੱਕ ਪਾਵਰ ਦੀ ਆਪਣੀ ਇੱਕ ਪਹਿਚਾਣ ਹੁੰਦੀ ਆ। ਇਹ ਲੋਕ ਜਿਹੜੇ ਆ, ਉਹਨਾਂ ਨੂੰ ਲੱਗਦਾ ਕਿ ਅਸੀਂ ਪਾਵਰ ਦੇ ਨਾਲ ਲੱਗ ਜਾਈਏ, ਅੱਜ ਨਹੀਂ ਕੱਲ ਸਾਨੂੰ ਕਿਤੇ ਨਾ ਕਿਤੇ ਕੁਛ ਨਾ ਕੁਛ ਮਿਲ ਹੀ ਜਾਊਗਾ। ਸਾਡੇ ਲੋਕਾਂ ਦੀ ਦੌੜ ਪਤਾ ਕਿੰਨੀ ਕੁ ਹੁੰਦੀ ਹੈ, ਜਿਹੜੇ ਪਿੰਡਾਂ ਵਾਲੇ, ਉਹਨਾਂ ਨੂੰ ਲੱਗਦਾ ਕਿ ਸਾਨੂੰ ਸਰਪੰਚ ਵੀ ਬਣ ਗਏ ਨਾ ਤੇ ਅਸੀਂ ਬੜੇ ਵੱਡੇ ਗੱਲ ਬਣ ਗਈ, ਹੈ ਨਾ। ਉਹਨਾਂ ਨੂੰ ਇਹ ਨਹੀਂ ਹੈਗਾ ਕਿ ਅਸੀਂ ਪ੍ਰਾਈਮ ਮਿਨਿਸਟਰ ਬਣਨਾ, ਉਹਨਾਂ ਨੂੰ ਹੈਗਾ ਕਿ ਮੋਦੀ ਸਾਹਿਬ ਦਾ ਈਵਨ ਕਿ ਜੇ ਆਪਾਂ ਇਸੇ ਹੀ ਇਹ ਜਿਹੜੀ ਆਪਾਂ ਗੱਲ ਕਰੀਏ ਨਾ, ਇਹਦੇ ਚ ਇੱਕ ਮੇਰਾ ਖਿਆਲ ਜਸਟਿਸ ਵੀ ਹੈਗੇ ਨੇ, ਤੇ ਉਹ ਇਸ ਗੱਲ ਤੋਂ ਹੀ ਬੜਾ ਖੁਸ਼ ਨੇ ਕਿ ਵੀ ਸਾਡੀਆਂ ਉੱਥੇ ਜਾ ਕੇ ਪ੍ਰਧਾਨ ਮੰਤਰੀ ਨੇ ਵੀ ਸਾਨੂੰ ਮਿਲੇ ਹੈਗੇ ਆ ਉਹ, ਤੇ ਸਾਡੇ ਨਾਲ ਫੋਟੋਆਂ ਖਿਚਾਈਆਂ। ਉਹ ਆਪਣੀ ਸਪੀਚ 'ਚ ਕਹਿੰਦੇ ਨੇ ਕਿ ਉਹ ਇਸ ਗੱਲ ਨੂੰ ਹੀ ਮਤਲਬ ਬੜਾ ਵਡਿਆ ਰਹੇ ਨੇ। ਹਾਂ, ਇਦਾਂ ਹੈਗਾ। ਜਦੋਂ ਮੋਦੀ ਸਾਹਿਬ ਨੂੰ ਕੁਝ ਡੈਲੀਗੇਟ, ਇੱਕ ਸਿੱਖਾਂ ਦਾ ਇੱਕ ਡੈਲੀਗੇਟ ਮਿਲਣ ਗਿਆ ਸੀਗਾ, 38 ਸਿੱਖ ਉਹਦੇ 'ਚ ਸੀਗੇ, ਤੇ ਉਹਨਾਂ ਦੇ ਵਿੱਚੋਂ ਇੱਕ ਜਿਹੜੇ ਆ ਉਹ ਮੈਨੂੰ ਨਿੱਜੀ ਤੌਰ ਤੇ ਜਾਣਦੇ ਆ, ਤੇ ਬੜੇ ਮੈਂ ਉਹਨਾਂ ਨੂੰ ਵੀਰ ਜੀ ਕਹਿੰਦੀ ਹੁੰਦੀ ਆ, ਕਿਉਂਕਿ ਅਸੀਂ ਸਮਾਜ ਤਾਂ ਉਸੇ 'ਚ ਹੀ ਰਹਿੰਦੇ ਆ ਨਾ। ਉਹਨਾਂ ਨੇ ਮੈਨੂੰ ਸਪੈਸ਼ਲ ਫੋਨ ਕਰਕੇ ਦੱਸਿਆ ਵੀ ਤੂੰ ਮੇਰੀ ਫੋਟੋ ਵੇਖੀ? ਤੇ ਮੈਂ ਕਿਹਾ ਜੀ ਕਾਹਦੀ? ਕਹਿੰਦੇ ਮੈਂ ਮੋਦੀ ਸਾਹਿਬ ਦੇ ਨਾਲ ਮਿਲਿਆ। ਤੇ ਮੈਂ ਕਿਹਾ ਕਿ ਭਾਜੀ ਵੀ ਇਹ ਕੋਈ ਵੱਡੀ ਗੱਲ ਥੋੜੀ, ਮੋਦੀ ਬੰਦਾ ਹੀ ਆ। ਕਹਿੰਦੇ ਨਹੀਂ ਉਹ ਪ੍ਰਾਈਮ ਮਿਨਿਸਟਰ ਆ। ਤੇ ਮਤਲਬ ਸਾਡੇ ਲੋਕਾਂ ਦਾ ਮਿਆਰ ਇੰਨਾ ਕੁ ਹੁੰਦਾ, ਸਾਈਕੋਲੋਜੀਕਲੀ ਅਸੀਂ ਪਾਵਰ ਦੇ ਅਧੀਨ ਹੁੰਦੇ ਆ। ਸਾਈਕੋਲੋਜੀਕਲੀ ਅਸੀਂ ਆਪਣੇ ਆਸ-ਪਾਸ ਇੱਕ ਨੈਰੇਟਿਵ ਖੜਾ ਕਰ ਲੈਨੇ ਆ ਕਿ ਜਿੰਨਾ ਮੈਂ ਪਾਵਰ ਦੇ ਲਾਗੇ ਹੋਊਂਗਾ, ਉਹਨਾਂ ਮੇਰੀ ਵੀ ਖੁਸ਼ਾਮਦੀਦ ਜ਼ਿਆਦਾ ਹੋਊਗੀ। ਪਰ ਇਹ ਉਹਨਾਂ ਦੇਸ਼ਾਂ 'ਚ ਜ਼ਿਆਦਾ ਹੁੰਦਾ ਜਿੱਥੇ ਕਹਿਣ ਨੂੰ ਡੈਮੋਕ੍ਰੇਸੀ ਆ, ਹੈਗੀ ਡਿਕਟੇਟਰਸ਼ਿਪ ਹੀ ਆ। ਹੁਣ ਇੱਥੇ ਜੇ ਤੁਸੀਂ ਮੰਨ ਲਓ ਕਿ ਕਿਸੇ ਨਾਲ ਵੀ ਅਗਰ ਫੋਟੋ ਆ ਵੀ ਗਈ, ਡਸਨਟ ਮੇਕ ਲੋਟ ਆਫ ਡਿਫਰੈਂਸ, ਕਿਉਂਕਿ ਬਹੁਤ ਸਾਰੇ ਉਹ ਵਿਚਾਰੇ ਵਿੱਚੇ ਸਾਡੇ ਨਾਲ ਹੀ ਤੁਰੇ ਫਿਰਦੇ ਹੁੰਦੇ ਆ। ਮੈਂ ਸਰਦਾਰ ਜੀ ਇੰਨਾ ਹੀ ਕਹਿਣ ਲੱਗਾ ਕਿ ਜਿਹੜੀ ਇਸ ਵੇਲੇ ਲੋੜ ਆ, ਜਦੋਂ ਅਸੀਂ ਆਪਣੇ ਸਿਧਾਂਤ ਤੋਂ, ਸਾਨੂੰ ਗੁਰੂ ਸਾਹਿਬ ਨੇ ਕਿਹਾ ਸੀ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦੇ ਵਿਚਾਰ ਕੇ ਝੂਠੇ ਕਰਤ ਦਵਾਜਾ। ਇਹਨੂੰ ਮੈਂ ਜੋੜੂੰਗਾ ਇੱਕ ਇਤਿਹਾਸਕ ਘਟਨਾ ਦੇ ਨਾਲ ਕਿ ਅੱਜ ਸਾਡਾ ਕੀ ਉਹ ਵਿਸ਼ਵਾਸ ਗੁਰੂ ਤੇ ਇੰਨਾ ਹੈ। ਇਹ ਜਦੋਂ ਬਹਾਦਰ ਸ਼ਾਹ ਨੇ ਮੰਨ ਲਿਆ, ਗੁਰੂ ਸਾਹਿਬ ਦਾ ਸਤਿਕਾਰ ਕੀਤਾ ਨਾ ਜੀ ਆਗਰੇ, ਤੇ ਉਹਨਾਂ ਦੇ ਨਾਲ ਇੱਕ ਦਿਨ ਸ਼ਿਕਾਰ ਖੇਡਣ ਜਾਂਦਾ, ਤੇ ਗੁਰੂ ਸਾਹਿਬ ਨੂੰ ਕਹਿੰਦਾ ਵੀ ਆ ਸ਼ੇਰ ਜਿਹੜਾ ਇਹਨੂੰ ਕੋਈ ਇਹ ਬੜਾ ਕੀ ਇਹਨੂੰ ਕਹਿੰਦਾ ਖੂੰਖਾਰ ਆ, ਤੇ ਇਹਦਾ ਸ਼ਿਕਾਰ ਕਰਨਾ। ਔਰ ਗੁਰੂ ਸਾਹਿਬ ਦੇ ਨਾਲ ਬੈਠੇ ਉਹਨਾਂ ਦੇ ਸਿੱਖ ਇੱਕ ਰੋਸ਼ਨ ਸਿੰਘ, ਉਹ ਬਹਾਦਰ ਸ਼ਾਹ ਨੂੰ ਕਹਿੰਦੇ ਵੀ ਸਾਡੇ ਹੁੰਦਿਆਂ ਗੁਰੂ ਨੂੰ ਕੀ ਲੋੜ, ਮੈਂ ਕਰਦਾ।
ਹੂੰ ਉਹ ਬੜਾ ਹੈਰਾਨ ਹੋਇਆ, ਕਹਿੰਦਾ ਕਰੇਗਾ? ਕਹਿੰਦਾ ਬਿਲਕੁਲ ਕਰੂੰਗਾ। ਹੂੰ ਔਰ ਉਹ ਰੋਸ਼ਨ ਸਿੰਘ ਨੇ ਜਦੋਂ ਸ਼ੇਰ ਮਾਰ ਲਿਆ ਜੀ ਜੀ ਤੇ ਉਹ ਬਹਾਦਰ ਸ਼ਾਹ ਨੇ ਖੁਸ਼ ਹੋ ਕੇ, ਉਦੋਂ ਦਾ ਸੀਗਾ ਵੀ ਉਹਨਾਂ ਦੇ ਗਲੇ 'ਚ ਜੇਵਰ ਵਗੈਰਾ ਪਾਉਂਦੇ ਸੀ, ਤੇ ਉਹ ਲਾ ਕੇ ਉਹਨੂੰ ਰੋਸ਼ਨ ਸਿੰਘ ਨੂੰ ਦੇਣ ਲੱਗਾ। ਜੀ ਉਹ ਕਹਿੰਦੇ ਨਾ। ਹੂੰ ਉਹ ਕਹਿੰਦਾ ਮੈਂ ਤੈਨੂੰ ਇਨਾਮ ਦੇਣ ਲੱਗਾ। ਉਹ ਕਹਿੰਦਾ ਮੈਂ ਕੁਝ ਮੰਗਣਾ ਹੋ ਤਾਂ ਆਪਣੇ ਗੁਰੂ ਕੋ ਮੰਗੂਗਾ, ਦੁਨਿਆਵੀ ਬਾਦਸ਼ਾਹ ਕੋਲੋਂ ਨਹੀਂ। ਹੂੰ ਤੇ ਇਹ ਇੱਥੇ ਗੱਲ ਪੂਰੀ ਨਹੀਂ, ਟੁੱਕਦੀ ਮੈਂ ਹੈਗੀ ਗਾਂਹ ਹੈ। ਚੱਲਦੇ ਆ ਨਾ, ਜੀ, ਮੈਂ ਜੋ ਮੰਗਣਾ ਹੂੰ। ਆਪਣੇ ਗੁਰੂ ਕੋਲੋਂ ਮੰਗੂਗਾ। ਹੂੰ ਸਿੱਖਾਂ ਨੇ ਰਾਜ ਗੁਰੂ ਕੋ ਮੰਗਿਆ ਉਦੋਂ ਜਦੋਂ ਅਹਿਮਦ ਸ਼ਾਹ ਅਬਦਾਲੀ ਮਿੰਨਤਾਂ ਕਰਦਾ ਵੀ ਤੁਸੀਂ ਰਾਜ ਲੈ ਲਓ ਤਾਂ ਆਪਾਂ ਰਲ ਕੇ ਚੱਲਦੇ ਆਂ। ਜੀ ਜੀ ਪਰ ਉਹ ਜੰਗਲਾਂ 'ਚ ਰਹਿੰਦੇ ਆ, ਹੂੰ ਖਾਣ ਨੂੰ ਕੋਈ ਚੀਜ਼ ਨਹੀਂ, ਘੋੜਿਆਂ ਦੀਆਂ ਕਾਠੀਆਂ ਤੇ ਸੌਂਦੇ ਆ। ਜੀ ਜੀ ਪਰ ਉਹ ਕਹਿੰਦੇ ਵੀ ਸਾਡੇ ਗੁਰੂ ਨੇ ਕਿਹਾ ਸੀ ਰਾਜ ਕਰੇਗਾ ਖਾਲਸਾ, ਤਾਂ ਅਸੀਂ ਰਾਜ ਕਰਾਂਗੇ ਹੂੰ ਜਿੰਨਾ ਚਿਰ ਅੱਜ ਖਾਲਸਾ ਪੰਥ ਹੂੰ ਇੱਕ ਤਾਂ ਪਹਿਲਾਂ ਆਪਣਾ ਜਿਹੜਾ ਸਿਧਾਂਤਕ ਤੌਰ ਤੇ ਆਓ ਜੀ ਵੀ ਜਿਹੜਾ ਗੁਰੂ ਪੰਥ ਆ ਉਹਦੀ ਬੜੀ ਸਪਸ਼ਟ ਆ ਕਿ ਗੁਰੂ ਪੰਥ ਉਹਨੂੰ ਕਹਿੰਦੇ ਤਿਆਰ ਸਿੰਘਾਂ ਦੇ ਸਮੂਹ ਨੂੰ ਪੰਥ ਕਹਿੰਦੇ ਆ, ਜਿਹਦੀ ਤਿਆਰੀ 10 ਗੁਰੂ ਸਾਹਿਬਾਨ ਨੇ ਕੀਤੀ ਹੂੰ ਤੇ ਉਹਨੂੰ ਗੁਰਿਆਈ ਜਿਹੜੀ ਆ ਉਹ ਦਸ਼ਮੇਸ਼ ਪਿਤਾ ਨੇ ਦਿੱਤੀ। ਜੀ ਹੁਣ ਜਿੰਨਾ ਚਿਰ ਸਾਡਾ ਵਿਸ਼ਵਾਸ ਇੱਥੇ ਨਹੀਂ ਆਉਂਦਾ, ਹੂੰ ਹੁਣ ਇਹ ਜਿਹੜੇ ਮੋਦੀ ਦੀਆਂ ਸਿਫਤਾਂ ਕਰਦੇ, ਫਰਜ਼ ਕਰੋ ਮੋਦੀ ਹਾਰ ਜਵੇ, ਹੂੰ ਫਿਰ ਇਹ ਕਿਸੇ ਕਿੱਥੇ ਹੋਰ ਦੀ ਜਾਣਗੇ? ਹੋਰ ਪਾਸੇ ਜਾਣਗੇ। ਪਰ ਗੁਰੂ ਤਾਂ ਸਦੀਵੀ ਹੈ ਨਾ ਜੀ, ਜੀ ਜੀ ਗੁਰੂ ਨੇ ਹਮੇਸ਼ਾ ਰਹਿਣਾ। ਹੂੰ ਪੰਥ ਉਖੜਿਆ ਕਿੱਥੋਂ ਆ ਕਿ ਗੁਰੂ ਤੇ ਵਿਸ਼ਵਾਸ ਛੱਡ ਕੇ ਦੁਨਿਆਵੀ ਬਾਦਸ਼ਾਹ ਤੇ ਹੋ ਗਿਆ। ਜੀ ਬਿਲਕੁਲ ਇਹ ਗੱਲ ਬਹੁਤ ਸਾਰਿਆਂ ਦੇ ਸੰਭਲਣ ਵਾਲੀ ਆ, ਸਮਝਣ ਵਾਲੀ ਆ। ਵਿਸ਼ਵਾਸ ਗੁਰੂ ਤੇ ਰੱਖੋ, ਜੀ ਜੋ ਗੁਰੂ ਨੇ ਕਿਹਾ ਉਹ ਕਰੋ। ਇਹ ਦੁਨਿਆਵੀ ਬਾਦਸ਼ਾਹ ਤੇ ਆਸਰਾ ਰੱਖਣ ਜੀ ਦਾ ਤੁਸੀਂ ਇਹਦੇ ਚ ਮੈਂ ਇੱਕ ਗੱਲ ਨਾ, ਕਿਉਂਕਿ ਬੜਾ ਵਧੀਆ ਨੁਕਤਾ ਇਹ ਕਿ ਗੁਰੂ ਦੇ ਉੱਤੇ ਉਹਨਾਂ ਦਾ ਵਿਸ਼ਵਾਸ ਆ। ਹੁਣ ਗੁਰੂ ਦੇ ਉੱਤੇ ਵਿਸ਼ਵਾਸ ਤਾਂ ਹੈਗਾ, ਪਰ ਨਾਲ ਨਾਲ ਉਹਨਾਂ ਨੇ ਗੁਰੂ ਦੇ ਵਿਸ਼ਵਾਸ ਦੇ ਉੱਤੇ ਚੱਲਦਿਆਂ ਆਪਣੇ ਆਪ ਨੂੰ ਇੰਨਾ ਟ੍ਰੇਨ ਵੀ ਕੀਤਾ ਕਿ ਉਹ ਸ਼ੇਰ ਦੇ ਸਾਹਮਣੇ ਜਾ ਕੇ ਖੜੇ ਹੋ ਸਕਦੇ ਆ, ਔਰ ਡੰਡੇ ਦੇ ਨਾਲ ਸ਼ੇਰ ਮਾਰਿਆ। ਡੰਡੇ ਦੇ ਨਾਲ ਸ਼ੇਰ। ਔਰ ਜੀ। ਉਹਦੇ ਵਿੱਚ ਹੁਣ ਤੁਸੀਂ ਇਹ ਸੋਚੋ ਵੀ ਉਹਨਾਂ ਦੀ ਪ੍ਰੈਕਟਿਸ ਕਿੰਨੀ ਹੋਊਗੀ। ਜਿਹੜਾ ਬੰਦਾ ਆਪਣੇ ਖਿੱਤੇ ਦੇ ਵਿੱਚ ਕਿਸੇ ਤਰੀਕੇ ਨਾਲ ਵੀ ਮਿਹਨਤ ਕਰਕੇ ਅੱਗੇ ਗਿਆ ਹੁੰਦਾ, ਜੀ ਉਹ ਚਾਪਲੂਸੀ ਨਹੀਂ ਕਰ ਸਕਦਾ। ਜਿਹਨੇ ਮਿਹਨਤ ਨਹੀਂ ਕਰਨੀ, ਜਿਹਦੇ ਅੱਲੇ ਪੱਲੇ ਕੁਛ ਨਹੀਂ ਨਾ, ਉਹਨੂੰ ਪਤਾ ਕਿ ਸ਼ਾਰਟਕਟ ਮੇਰੇ ਕੋਲ ਇਹੀ ਆ ਕਿ ਮੈਂ ਕਿਸੇ ਦੇ ਜੁੱਤੀਆਂ ਝਾੜ ਲਾਂ, ਇੰਨੀ ਕੀ ਗੱਲ ਫਤਿਹ ਆ। ਜੀ ਮੈਂ ਔਨ ਰਿਕਾਰਡ ਇਹ ਗੱਲ ਤੁਹਾਨੂੰ ਕਹਿ ਰਹੀ ਹਾਂ, ਔਰ ਬੇਸ਼ੱਕ ਇਹ ਜਾਵੇ, ਮੈਂ ਚਾਹੁੰਦੀ ਵੀ ਆ ਕਿ ਸੁਣਨ। ਤੁਸੀਂ ਸਿਰਸਾ ਸਾਹਿਬ, ਜਿਹੜੇ ਉਹਨਾਂ ਦੇ ਨਾਲ ਹੋਰ 2-4 ਹੈ ਨਾ ਹੈਗੇ ਜਿੰਨੇ ਵੀ, ਉਹਨਾਂ ਨੂੰ ਇੱਕ ਮੰਚ ਤੇ ਬੁਲਾ ਲਓ ਤੇ ਆਪਾਂ ਉਹਨਾਂ ਦੇ ਨਾਲ ਇੱਕ ਡਿਸਕਸ਼ਨ ਦੇ ਵਿੱਚ, ਐਂਡ ਆਈ ਕੈਨ ਅਸ਼ੋਰ ਯੂ ਕਿ ਉਹ ਡਿਸਕਸ਼ਨ ਦੇ ਵਿੱਚ ਪਾਰਟਿਸਿਪੇਟ ਨਹੀਂ ਕਰ ਸਕਦੇ। ਉਹ ਇਕੱਲੇ ਸਿਰਫ ਮਾਈਕ ਫੜ ਕੇ ਬੋਲਣ ਵਾਲੇ। ਉਹਨਾਂ ਨੂੰ ਪਤਾ ਕਿ ਉਹਨਾਂ ਦਾ ਕੱਦ ਕਿੰਨਾ ਕਾ, ਉਹਨਾਂ ਨੂੰ ਪਤਾ ਕਿ ਉਹ ਬੁਲਾਰੇ ਕਿੱਦਾਂ ਦੇ ਆ, ਉਹਨਾਂ ਨੂੰ ਪਤਾ ਕਿ ਉਹਨਾਂ ਦੇ ਅੱਲੇ ਪੱਲੇ ਹੈ ਕੀ, ਤੇ ਇਸ ਕਰਕੇ ਉਹਨਾਂ ਨੇ ਵੀ ਪਤਾ ਕਿ ਅਸੀਂ ਆਪਣੇ ਰੁਤਬੇ ਦੇ ਉੱਤੇ ਆਈਏ, ਆਪਣੇ ਬਲਬੂਤੇ ਤੇ ਆਈਏ, ਸਾਨੂੰ ਕੁਝ ਮਿਲਣਾ ਨਹੀਂ ਹੈਗਾ। ਅਸੀਂ ਇੱਕ ਐਸੇ ਵੀ ਆਪ ਨਹੀਂ ਲਿਖ ਸਕਦੇ, ਉਹ ਵੀ ਸਾਨੂੰ ਕਿਸੇ ਨੂੰ ਹਾਇਰ ਕਰਨਾ ਪੈਣਾ। ਤੇ ਇੱਥੇ ਅਸੀਂ ਗੱਲ ਕਰ ਰਹੇ ਹਾਂ ਪਾਵਰ ਲੈਣ ਦੀ, ਤਾਂ ਫਿਰ ਉਹ ਕਿੱਦਾਂ ਲਈਏ? ਅਸੀਂ ਪਾਵਰਫੁਲ ਦੇ ਨਾਲ ਉਹਦੀਆਂ ਜੁੱਤੀਆਂ ਝਾੜ ਲੈਂਦੇ ਆ। ਗੱਲ ਬੜੀ ਸਿੱਧੀ ਹੈ। ਸਾਨੂੰ ਇਹ ਜਿੰਨਾ ਇਹ ਆਪਣੇ ਇਤਿਹਾਸ ਨੂੰ ਰਿਪੀਟ ਕਰਨਾ ਪਊ ਜੀ। ਸਾਡਾ ਗੁਰੂ ਉਹ ਆ ਜਿਹਨੂੰ ਔਰੰਗਜ਼ੇਬ ਦੇ ਮੁੰਡੇ ਨੇ ਬਰਾਬਰ ਤਖਤ ਤੇ ਬਾਲ ਕੇ ਔਰੰਗਜ਼ੇਬ ਦੇ ਗੁਨਾਹਾਂ ਦੀ ਮਾਫੀ ਮੰਗੀ ਸੀ ਜੀ। ਅਸੀਂ, ਔਰ ਉਹ ਗੁਰੂ ਸਾਡਾ ਅੱਜ ਵੀ ਹੈ। ਉਹ ਗੁਰੂ ਜਦੋਂ ਦੇਹਧਾਰੀ ਪ੍ਰਥਾ ਖਤਮ ਕਰਦਾ ਤੇ ਉਹ ਕਹਿੰਦੇ ਕਿ ਸਾਡੀ ਆਤਮਾ ਗ੍ਰੰਥ 'ਚ ਹੈ, ਸਰੀਰ ਪੰਥ 'ਚ ਹੈ। ਜੀ ਅਸੀਂ ਉਸ ਗੁਰੂ ਦੇ ਵਾਰਿਸ ਹਾਂ ਤੇ ਸਾਨੂੰ ਇੱਕ ਨਾ ਇੱਕ ਦਿਨ ਉੱਥੇ ਆ ਕੇ ਖੜਨਾ ਪਊਗਾ। ਸਾਨੂੰ ਅਨੰਦਪੁਰ ਸਾਹਿਬ ਮੁੜਨਾ ਪਊਗਾ ਤੇ ਤਾਂ ਜਿਹੜੇ ਸਾਰੇ ਮਸਲੇ ਜਿਹੜੇ ਹੱਲ ਹੋਣਗੇ। ਥੋੜਾ ਜਿਹਾ ਦੁਬਾਰਾ ਇਸੇ ਪ੍ਰੋਗਰਾਮ ਦੇ ਪ੍ਰਕਰਨ ਵੱਲ ਚੱਲਦੇ ਹਾਂ, ਕਿਉਂਕਿ ਗੱਲ ਚੱਲ ਰਹੀ ਹੈਗੀ ਆ ਜਿਹੜੀ ਸਿਕਸ ਐਂਡ ਮੋਦੀ ਜਰਨੀ ਆਫ 9 ਇਅਰਸ, ਉਹਦੀ ਆਪਾਂ ਜਿਹੜੀ ਪੜਚੋਲ ਜਿਹੜੀ ਹੈ ਕਰ ਰਹੇ ਹਾਂ, ਜਿਹੜਾ ਪ੍ਰੋਗਰਾਮ ਉੱਥੇ ਜਿਹੜਾ ਘੁੰਡ ਚਕਾਈ ਦਾ ਜਿਹੜਾ ਹੋਇਆ ਹੈਗਾ। ਤੇ ਪਿਛਲੇ ਜੇ ਆਪਾਂ ਕਿ ਸਾਲਾਂ ਦੇ ਵਿੱਚ ਭਾਜਪਾ ਦੇ ਵੱਲੋਂ ਸਿੱਖ ਕੌਮ ਤੇ ਪੰਜਾਬ ਨਾਲ ਪੋਲੀਟੀਕਲ ਤੌਰ ਤੇ ਕਿਹੜੇ ਜਿਹੜੇ ਧੱਕੇ ਕੀਤੇ ਗਏ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ, ਪੋਲੀਟੀਕਲੀ ਤੇ ਉਹ ਹਮੇਸ਼ਾ, ਜਿੱਦਾਂ ਜਥੇਦਾਰ ਸਾਹਿਬ ਨੇ ਪਹਿਲਾਂ ਕਿਹਾ ਸੀਗਾ ਕਿ ਉਹ ਬਟਾਲੇ ਦੀ ਕੰਧ ਤੋਂ ਸ਼ੁਰੂ ਹੋ ਜੋ, ਤੇ ਉਹ ਅੱਜ ਤੱਕ ਚੱਲੇ ਹੀ ਆ ਰਹੇ ਆ, ਹੈ ਨਾ। 9 ਸਾਲ ਤਾਂ ਬਹੁਤ ਛੋਟਾ ਸਮਾਂ। ਪਰ ਜੇ ਆਪਾਂ ਦੇਖੀਏ, ਸਾਡੇ ਉੱਤੇ ਬੜੇ ਲੜੀਵਾਰ ਤਰੀਕੇ ਦੇ ਨਾਲ ਸਾਡੀ ਬੋਲੀ, ਕਿਉਂਕਿ ਪੋਲੀਟੀਕਲੀ ਜੋ ਸਾਨੂੰ ਸਮੇਟ ਕੇ ਬੈਠਦੀ, ਜਿਹਦੇ ਕਰਕੇ ਅਸੀਂ ਸਿੱਖ ਨੇਸ਼ਨ ਆ, ਉਹ ਹੈਗਾ ਸਾਡੀ ਹਿਸਟੋਰੀਕਲ ਇਕੁਐਲਿਟੀ, ਸਾਡੀ ਹਿਸਟੋਰੀਕਲ ਇੱਕੋ ਲਿੰਕ ਜਿਹੜਾ ਆ। ਉਹਨਾਂ ਨੇ ਹੁਣ ਕੀ ਕੀਤਾ ਕਿ ਸਿੱਖਾਂ ਨੂੰ ਇੰਨੀਆਂ ਕੁ ਧੜਿਆਂ ਦੇ ਵਿੱਚ ਵੰਡ ਦਿੱਤਾ ਆ ਕਿ ਸਿੱਖ ਆਪਸ ਦੇ ਵਿੱਚ ਹੀ ਉਹ ਲੜੀ ਜਾ ਰਹੇ। ਉਹਦੇ ਪਿੱਛੇ ਮੈਂ ਕੁਛ ਤਾਂ ਇਹ ਵੀ ਕਹੂੰਗੀ, ਕਿਉਂਕਿ ਜਿਹੜੀ ਗੱਲ ਆਪਾਂ ਹੁਣੇ ਪਹਿਲਾਂ ਕਰ ਰਹੇ ਸੀਗੇ ਨਾ ਕਿ ਤੁਹਾਡੇ ਪੱਲੇ ਕੀ ਆ,
ਉਹ ਡਿਫਾਈਨ ਕਰੂਗਾ ਤੁਹਾਡਾ ਕਰੈਕਟਰ। ਜੀ ਸਿੱਖਾਂ ਦਾ ਉਸ ਲੈਵਲ ਤੱਕ ਆਉਣਾ, ਵੇਖੋ ਲੋਕ ਉਹੀ ਸੀ, ਰॉ ਮਟੀਰੀਅਲ ਉਹੀ ਸੀ। ਜਿਹੜਾ ਬਾਬਰ ਆਉਂਦਾ ਤਾਂ ਉਹ ਕੁੱਟ ਖਾ ਰਹੇ ਆ ਵਿਚਾਰੇ, ਪਰ ਫਿਰ ਉਹ ਰॉ ਮਟੀਰੀਅਲ ਦੀ ਇੰਨੇ ਲੰਬੇ ਸਮੇਂ ਤੱਕ ਟ੍ਰੇਨਿੰਗ ਹੁੰਦੀ ਆ ਜੀ ਤੇ ਉਹ ਟ੍ਰੇਨਿੰਗ ਐਸੀ ਹੋ ਜਾਂਦੀ ਆ ਕਿ ਉਹ ਸ਼ੇਰ ਨੂੰ ਡੰਡੇ ਨਾਲ ਮਾਰ ਲੈਂਦੇ ਆ। ਇਹ ਰॉ ਮਟੀਰੀਅਲ ਉਹੀ ਆ, ਪਰ ਉਹ ਹੁੰਦੀ ਆ ਟ੍ਰੇਨਿੰਗ। ਸੋ ਉਹ ਜਿਹੜੀ ਇੱਕ ਜਦੋਂ ਆਪਾਂ ਗੱਲ ਕਰਦੇ ਨਾ ਬਾਰ-ਬਾਰ, ਮੈਨੂੰ ਸਮਝ ਨਹੀਂ ਆਉਂਦੀ, ਅੱਧੀਆਂ ਗੱਲਾਂ ਲੈ ਲੈਂਦੇ ਆ ਇਹ ਪੂਰੀ ਲੈਣ। ਜੇ ਅਰਦਾਸ ਦੇ ਉੱਪਰ ਹੀ ਦੇਖਣਾ, ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ, ਉਹ ਕਦੋਂ ਹੋ ਸਕਦੀ ਆ? ਮਨ ਨੀਵਾ ਮਤਲਬ ਕੋਈ ਹੰਕਾਰ ਨਹੀਂ ਆ, ਮੱਤ ਉੱਚੀ ਮਤਲਬ ਇੰਟੈਲੈਕਚੁਅਲੀ ਕੈਪੇਬਿਲਿਟੀ ਵਾਈਜ਼ ਉਹ ਬਹੁਤ ਉੱਪਰ ਹੋ ਗਏ। ਸੋ ਇਹ ਦੋਨੋਂ ਚੀਜ਼ਾਂ ਦਾ ਜਿਹੜਾ ਸਮੀਕਰਨ ਉਹ ਆਪਣੇ ਕੋਲ ਹੈਗਾ ਸੀਗਾ। ਹਿਸਟੋਰੀਕਲੀ ਅਸੀਂ ਖੁੰਝੇ ਤਾਂ ਆ ਕਿਉਂਕਿ ਸਾਡੇ ਗੁਰੂ ਨੇ ਸਾਨੂੰ ਸ਼ਬਦ ਦੇ ਲੜ ਲਾਇਆ ਸੀ। ਬੇਸ਼ੱਕ ਉਹ ਸ਼ਬਦ ਜਿਹੜਾ ਬਹੁਤ ਵਿਰਾਟ ਆ, ਪਰ ਜੇ ਆਪਾਂ ਇਹਨੂੰ ਇੱਕ ਬੜੇ ਹੇਠਲੇ ਲੈਵਲ ਤੇ ਵੀ ਸਮਝਣਾ ਹੋਵੇ ਤਾਂ ਅਸੀਂ ਆਪ ਪੜ੍ਹਨਾ ਹੀ ਛੱਡ ਦਿੱਤਾ, ਅਸੀਂ ਆਪਣੀ ਹੋਂਦ ਨੂੰ ਸਮਝਣਾ ਹੀ ਛੱਡ ਦਿੱਤਾ। ਸਾਨੂੰ ਜੋ ਕੋਈ ਸੁਣਾਈ ਜਾਂਦਾ ਉਹਦੇ ਪਿੱਛੇ ਲੱਗੀ ਜਾਂਦੇ ਆ। ਸੋ ਉਹ ਹਿਸਟੋਰੀਕਲ ਲਿੰਕ ਤੋੜਨ ਦੇ ਲਈ ਉਹਨਾਂ ਨੇ ਬੁੱਤ ਖੜੇ ਕੀਤੇ। ਉਹਨਾਂ ਨੇ ਬਕਾਇਦਾ ਕਿਉਂਕਿ ਉਦੋਂ ਬਾਦਲ ਸਾਹਿਬ ਦੇ ਬੀਜੇਪੀ ਇਕੱਠੇ ਕੰਮ ਕਰਦੇ ਹੁੰਦੇ ਸੀਗੇ, ਸੋ ਉਹਨਾਂ ਦਾ ਹੀ ਕੰਮ ਮੰਨਿਆ ਜਾਵੇ ਕਿ ਜਦੋਂ ਸਾਡੇ ਦਰਬਾਰ ਸਾਹਿਬ ਦੇ ਗਲਿਆਰੇ ਬਿਲਕੁਲ ਬਾਹਰਲੇ ਪਾਸੇ ਜਿਹੜੀ ਉਹ ਹੈਰੀਟੇਜ ਸਟਰੀਟ ਬਣਾਈ, ਉੱਥੇ ਭੰਗੜੇ ਪਾਉਂਦੇ ਬੁੱਤ ਲਾ ਦਿੱਤੇ। ਸਰਦਾਰ ਉਦਮ ਸਿੰਘ ਦੇ ਹੱਥ ਦੇ ਵਿੱਚ ਰਿਵਾਲਵਰ ਦੀ ਜਗ੍ਹਾ ਤੇ ਤਾਂ ਉਹਨਾਂ ਨੇ ਇੰਜ ਮੰਗਤਾ ਜਿਹਾ ਬਣਾ ਖੜਾ ਕਰ ਦਿੱਤਾ। ਇਹ ਸਾਰੇ ਪੋਲੀਟੀਕਲ ਹਮਲੇ ਆ, ਪਰ ਇਹ ਪੋਲੀਟੀਕਲ ਹਮਲੇ ਹੋਏ ਕਿਉਂ ਆ? ਕਿ ਸਾਡੀ ਹਿਸਟਰੀ ਨੂੰ ਤੋੜਿਆ ਜਾਵੇ। ਹੁਣ ਮੈਂ ਸਰਦਾਰ ਉਦਮ ਸਿੰਘ ਨੂੰ ਉਸ ਤਰੀਕੇ ਨਾਲ ਇਮੇਜਿਨ ਨਹੀਂ ਕਰ ਸਕਦੀ ਜੀ। ਮੈਂ ਸਰਦਾਰ ਉਦਮ ਸਿੰਘ ਨੂੰ ਇਦਾਂ ਹੀ ਇਮੇਜਿਨ ਕਰੂੰਗੀ ਕਿ ਉਹਨਾਂ ਦੇ ਹੱਥ 'ਚ ਰਿਵਾਲਵਰ ਆ ਔਰ ਉਹ ਇੰਨੇ ਲੰਬੇ ਸਮੇਂ ਤੱਕ ਜਦੋਜਹਿਦ ਕਰਕੇ ਵੀ ਆਪਣਾ ਬਦਲਾ ਪੂਰਾ ਕਰ ਜਾਂਦੇ ਆ। ਦੂਜੇ ਪਾਸੇ ਬਦਲਾ ਨਹੀਂ, ਆਪਾਂ ਇਹਨੂੰ ਬਦਲਾ ਵੀ ਛੋਟਾ ਜਿਹਾ ਦੋਸ਼ੀ ਨੂੰ ਆਪਾਂ ਕੀ ਸਜ਼ਾ ਦੇ ਜਾਂਦੇ ਆ ਖਾਲਸਾਈ ਰਵਾਇਤਾਂ ਦੇ ਹਿਸਾਬ ਨਾਲ ਜੀ। ਤੇ ਦੂਜੇ ਪਾਸੇ ਉਹ ਉਹਨਾਂ ਨੂੰ ਜਿਸ ਤਰੀਕੇ ਨਾਲ, ਹੁਣ ਕੁਝ ਸਿੱਖ ਕਹਿੰਦੇ ਆ ਕਿ ਨਹੀਂ ਜੀ ਉਹ ਠੀਕ ਆ, ਕਟੋਟ ਲਾਇਆ ਤਾਂ ਹੈ, ਮੇਰੇ ਵਰਗਾ ਕਹਿੰਦਾ ਨਹੀਂ ਉਹ ਗਲਤ ਆ ਕਿਉਂਕਿ ਮੈਸੇਜ ਗਲਤ ਪੋਰਟਰੇ ਕਰ ਰਹੇ। ਹਾਂਜੀ, ਉੱਥੋਂ ਆਪਣੇ ਕਨਫਿਊਜ਼ਨਸ ਪੈ ਗਏ, ਕਨਫਲਿਕਟ ਪੈ ਗਏ। ਤਾਂ ਸਿੱਖਾਂ ਨੂੰ ਸਭ ਤੋਂ ਪਹਿਲਾਂ ਤੇ ਉਹਨਾਂ ਦੀ ਹਿਸਟਰੀ ਨਾਲੋਂ ਤੋੜਨ ਦੇ ਲਈ ਸਿੱਖਾਂ ਨੂੰ ਸੈਗਮੈਂਟ ਵਿੱਚ ਵੰਡ ਦਿੱਤਾ। ਫਿਰ ਉਹਨਾਂ ਨੇ, ਔਰ ਇਹ ਅੱਜ ਪਹਿਲੀ ਵਾਰੀ ਨਹੀਂ ਹੋਇਆ, ਜਦੋਂ ਖਾਲਸਾ ਰਾਜ ਸੀਗਾ ਉਦੋਂ ਵੀ ਡੋਗਰੇ ਭੇਖੀ ਬਣ ਕੇ ਵਿੱਚ ਵੜ ਗਏ ਸੀਗੇ, ਉਦੋਂ ਵੀ ਉਹਨਾਂ ਨੇ ਅੰਮ੍ਰਿਤ ਛਕੇ ਹੋਏ ਸੀਗੇ, ਲੱਗਦਾ ਸੀਗਾ ਵੀ ਇਹ ਸਿੱਖ ਹੀ ਆ, ਪਰ ਉਹ ਅਸਲ 'ਚ ਸਿੱਖ ਸੀਗੇ ਨਹੀਂ ਅੰਦਰੋਂ। ਇਸੇ ਤਰੀਕੇ ਨਾਲ ਉਹਨਾਂ ਨੇ ਸਾਡੇ ਹੀ ਵਿੱਚ ਕੁਝ ਇਹੋ ਜਿਹੇ ਸਿੱਖ ਸਾਧ ਵਾੜ ਦਿੱਤੇ ਆ, ਹੈਨਾ, ਜਿਹੜੇ ਕਿ ਉਹ ਬਾਬਾਇਜ਼ਮ, ਮੈਂ ਬਾਰ-ਬਾਰ ਹਰ ਮੰਚ ਤੇ ਕਹਿੰਦੀ ਹੁੰਦੀ ਕਿ ਮੈਂ ਬਾਬਾਇਜ਼ਮ ਹੀ ਕਹਿੰਦੀ ਆ ਇਹਨੂੰ, ਉਹਦੇ ਵਿੱਚ ਵੜ ਕੇ ਤੇ ਉਹਨਾਂ ਨੇ ਇੰਨਾ ਪ੍ਰਫੁੱਲਤ ਕਰ ਦਿੱਤਾ ਆ ਕਿ ਸਿੱਖਾਂ ਦਾ ਹਰ ਇੱਕ ਹਿੱਸਾ ਜਿਹੜਾ ਉਹ ਆਪਣੇ ਆਪਣੇ ਮਹਾਂਪੁਰਸ਼ ਦੇ ਪਿੱਛੇ ਲੱਗ ਗਿਆ। ਤੇ ਜਿਹੜਾ ਅਸਲ 'ਚ ਵਿੱਚ ਸਿੱਖਾਂ ਦਾ ਮਹਾਂਪੁਰਸ਼ ਆ, ਜਿਹਦੇ ਪਿੱਛੇ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਲਾ ਕੇ ਗਏ ਸੀ, ਅਸੀਂ ਉਹਨਾਂ ਨੂੰ ਕਿਤੇ ਵਸਾਰ ਦਿੱਤਾ। ਅਸੀਂ ਉਹ ਬਾਬਿਆਂ ਦੀਆਂ ਜਾਂ ਕਹਿ ਲਈ ਕਿ ਸੋ ਕਾਲਡ ਬਾਬਿਆਂ ਦੀਆਂ ਤਸਵੀਰਾਂ ਨੂੰ ਹੀ ਮੱਥੇ ਟੇਕਣੇ ਚਾਲੂ ਕਰ ਦਿੱਤੇ। ਸੋ ਇਸ ਤਰੀਕੇ ਨਾਲ ਸਾਡੇ ਉੱਤੇ ਜਿਹੜੇ ਆਈਡੀਓਲੋਜੀਕਲ ਹਮਲੇ ਹੋਏ ਆ, ਇਹਨੂੰ ਆਪਾਂ ਪੋਲਿਟਿਕਸ ਦੇ ਵਿੱਚ ਹੀ ਵਾੜ ਕੇ ਦੇਖਾਂਗੇ। ਹਿਸਟੋਰੀਕਲੀ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਕਰਕੇ ਜਾਣਦੇ ਹਾਂ। ਸਾਨੂੰ ਕੋਈ ਮਤਲਬ ਨਹੀਂ ਕਿ ਗੁਰੂ ਪਾਤਸ਼ਾਹ ਦੀ ਸ਼ਰਨ 'ਚ ਆਉਣ ਤੋਂ ਪਹਿਲਾਂ ਉਹ ਕੀ ਸੀ, ਬਿਲਕੁਲ ਸਾਡੇ ਵਾਸਤੇ ਉਹ ਜੋ ਮਰਜ਼ੀ ਹੋਣ, ਪਰ ਜਦੋਂ ਉਹਨਾਂ ਦੇ ਨਾਮ ਦੇ ਉੱਤੇ ਇੱਕ ਸੜਕ ਰੱਖੀ ਜਾਂਦੀ ਹੈ ਜਾਂ ਉਹ ਜਿਹੜਾ ਉਹਨਾਂ ਨੇ ਮੈਮੋਰੀਅਲ ਸਥਾਪਿਤ ਕਰਦੇ ਆ ਤਾਂ ਉਹ ਬੰਦਾ ਬੈਰਾਗੀ ਰੱਖ ਦਿੰਦੇ ਆ। ਔਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਉਹਨਾਂ ਦਾ ਜਿਹੜਾ ਪ੍ਰੈਜ਼ੈਂਟ ਹੈਗਾ ਜਾਂ ਆਪਾਂ ਕਿ ਜਿਹੜੇ ਕਾਰਨਾਮੇ ਉਹਨਾਂ ਨੇ ਕੀਤੇ ਉਹ ਖੰਡੇ ਦੀ ਪੌਲ ਲੈਣ ਤੋਂ ਬਾਅਦ ਕੀਤੇ, ਕਾਰਨਾਮੇ ਉਹ ਲੈ ਲਏ ਤੇ ਨਾਮ ਪਿਛਲਾ ਨਹੀਂ ਛੱਡਦੇ। ਇਹੀ ਗੱਲ ਆ ਨਾ, ਕਿਉਂਕਿ ਉਹਨਾਂ ਨੇ ਕੀ ਕੀਤਾ ਕਿ ਉਹ ਆਪਣਾ ਪਿਕ ਐਂਡ ਚੂਜ਼ ਕਰਦੇ ਆ, ਹੈ ਨਾ। ਜਾਂ ਤੇ ਫਿਰ ਤੁਸੀਂ ਇਹ ਐਜ਼ ਏ ਬਰਾਗੀ ਉਹਨਾਂ ਦੀਆਂ ਕੀ ਉਪਲਬਧੀਆਂ ਸੀ ਐਗਜ਼ੈਕਟਲੀ ਉਹ ਲਿਖ ਕੇ ਲਾਓ ਵੀ ਆ ਉਹਨਾਂ ਨੇ ਅਚੀਵਮੈਂਟ ਕੀਤੀਆਂ ਸੀ ਤੇ ਆ ਸੀ ਸੜਕ ਦਾ ਨਾਂ ਤਾਂ ਕਰਕੇ ਰੱਖਿਆ। ਹੁਣ ਕਾਰਨਾਮੇ ਵੀ ਉਹ ਲੈ ਲੈਣੇ ਜਿਹੜੇ ਖੰਡੇ ਦੀ ਪੌਲ ਤੋਂ ਬਾਅਦ ਦੇ ਆ, ਤੇ ਫਿਰ ਉਹ ਲੈ ਲੈਣਾ ਆਪਣੇ ਆਪ ਚ ਆਪਾਂ ਵਿਰੋਧੀ ਜਿਹਾ ਕੰਮ ਹੋ ਜਾਂਦਾ। ਇਹ ਤੁਸੀਂ ਦੇਖੋਗੇ ਕਿ ਤਕਰੀਬਨ ਹਰ ਜਗ੍ਹਾ ਤੇ ਇਸ ਤਰ੍ਹਾਂ ਹੀ ਆ, ਹੈ ਨਾ। ਉਹਨਾਂ ਨੇ ਜਦੋਂ ਕਹਿੰਦੇ ਆ ਕਿ ਜੀ ਫਲਾਣੇ ਵੀ ਪਹਿਲਾਂ ਹਿੰਦੂ ਸੀ, ਜੇ ਤੁਸੀਂ ਉਸੇ ਚੀਜ਼ ਨੂੰ ਫੜ ਕੇ ਚੱਲਣਾ ਤੇ ਉਦੋਂ ਉਹ ਕਿਉਂ ਗ੍ਰੇਟ ਸੀਗੇ ਜੀ, ਉਹ ਦੇਖੋ। ਉਹ ਮਹਾਨ ਜਿਹੜੇ ਆ ਉਹ ਖੰਡੇ ਦੀ ਪਹੁਲ ਹੋਣ ਤੋਂ ਬਾਅਦ ਲੈਣ ਤੋਂ ਬਾਅਦ ਹੋਏ ਆ। ਤਾਂ ਕਾਰਨਾਮੇ ਤੁਸੀਂ ਉਹ ਲੈਣੇ ਆ ਪਰ ਨਾਮ ਪੁਰਾਣੇ ਰੱਖਣੇ ਆ। ਇਹ ਆਪਣੇ ਆਪ ਦੇ ਵਿੱਚ ਨਾ ਜਿਹੜੇ ਚਿੰਦੀ ਚੋਰ ਜਿਹੜੇ ਕਿਸਮ ਦੇ ਲੋਕ ਨਹੀਂ ਹੁੰਦੇ, ਇਹ ਉਹੋ ਜੀ ਘਟਨਾ ਹੈਗੀ ਆ, ਹੈ ਨਾ। ਬੋਲੀ ਨੂੰ ਕਿਉਂਕਿ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ, ਇਹ ਅੰਗਰੇਜ਼ਾਂ ਨੂੰ ਵੀ ਪਤਾ ਸੀ ਜੀ ਕਿ ਸਿੱਖਾਂ ਕੋਲ ਜਦ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹੈਗੇ ਨੇ ਤਦ ਤੱਕ ਇਹ ਥਿੜਕ ਨਹੀਂ ਸਕਦੇ ਜੀ। ਤਾਂ ਇਹ ਤੋਂ ਤੋੜਨ ਦਾ ਇੱਕੋ ਤਰੀਕਾ ਕਿ ਗੁਰਮੁਖੀ ਤੋਂ ਤੋੜ ਦਿਓ। ਹੁਣ ਤੁਸੀਂ ਇਹ ਦੇਖੋ ਕਿ ਗੁਰਮੁਖੀ ਤੋਂ ਤੋੜਦੇ ਉਹਨਾਂ ਨੇ ਬੋਲੀ, ਸਾਡੀ ਕਸ਼ਮੀਰ ਚੋਂ ਬੋਲੀ ਖਤਮ ਕੀਤੀ, ਹੋਰ ਕਈ ਥਾਵਾਂ ਦੇ ਉੱਤੇ ਉਹਨਾਂ ਨੇ ਕਈ ਤਰ੍ਹਾਂ ਦੇ ਹਮਲੇ ਕੀਤੇ ਆ। ਉਹਦੇ ਨਾਲ ਸਾਨੂੰ ਇਹ ਲੱਗਦਾ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਇਹ ਆਮ ਰਿਵਾਜ ਹੋ ਗਿਆ, ਪਰ ਉਸ ਤੋਂ ਪਹਿਲਾਂ ਵੀ ਜਦੋਂ ਇਹਨਾਂ ਨੇ ਪ੍ਰੋਸੈਸ਼ਨ ਕੱਢਦੇ ਆ, ਜਦੋਂ ਕਹਿੰਦੇ ਆ ਕਿ ਹਿੰਦੀ, ਹਿੰਦੂ, ਹਿੰਦੁਸਤਾਨ, ਤੇ ਫਿਰ ਉਹ ਹਿੰਦੀ ਦੀ ਉਹ ਗੱਲ ਕਰ ਰਹੇ ਆ,
ਜੀ ਹੁਣ ਹਿੰਦੀ ਆਪਣੇ ਆਪ ਵਿੱਚ ਕੋਈ ਭਾਸ਼ਾ ਹੈ ਨਹੀਂ। ਹੂੰ ਹਿੰਦੀ ਦੀ ਜੇ ਆਪਾਂ ਇਹਦੀ ਕਹੀਏ ਕਿ ਕੋਈ ਇਹਦਾ ਕੋਈ ਰੂਟ ਲੱਭੀਏ ਤਾਂ ਉਹ ਹੈ ਨਹੀਂ, ਪਰ ਉਹ ਆਪਣੇ ਆਪ ਦੇ ਵਿੱਚ ਰਲੀ ਮਿਲੀ ਜੀ ਭਾਸ਼ਾ ਹੈ ਜਿਹੜੀ ਕਿ ਕਲੋਨੀਅਲ ਟਾਈਮ ਦੇ ਵਿੱਚ ਹੋਣ ਚ ਆਉਂਦੀ ਆ। ਉਸ ਤੋਂ ਬਾਅਦ ਇਹਨਾਂ ਨੇ ਉਹਨੂੰ ਇੱਕ ਰਾਸ਼ਟਰ ਭਾਸ਼ਾ ਵਾਂਗੂ ਵਰਤਣਾ ਸ਼ੁਰੂ ਕਰ ਦਿੱਤਾ ਤੇ ਉਹਦੇ ਮੁਕਾਬਲੇ ਉਹ ਪੰਜਾਬੀ ਨੂੰ ਡਾਊਨ ਕਰਦੇ ਆ ਤੇ ਆਪਾਂ ਹੁਣ ਵੀ ਦੇਈ ਜਾ ਰਹੇ ਆ। ਸੋ ਇਹ ਵੀ ਇੱਕ ਪੋਲੀਟੀਕਲ ਪ੍ਰੋਬਲਮ ਸਾਡੇ ਕੋਲ ਆਉਂਦੀ ਆ। ਪਾਣੀਆਂ ਦਾ ਮੁੱਦਾ ਸਾਡੇ ਕੋਲ ਬਹੁਤ ਵੱਡਾ, ਕਿਸੇ ਵੀ ਖਿੱਤੇ ਨੂੰ ਅਗਰ ਤੁਸੀਂ ਬੰਜਰ ਕਰ ਦਿਓਗੇ, ਪੰਜਾਬ ਦੀ ਜਿਹੜੀ ਪੰਜਾਬ ਐਗਰੀਰੀਅਨ ਇਕਨੋਮੀ ਆ, ਪੰਜਾਬ ਦੇ ਵਿੱਚ ਐਗਰੀਕਲਚਰ ਤੋਂ ਬਾਹਰ, ਕਿਉਂਕਿ ਤੁਸੀਂ ਇੱਕ ਧਾਰੀਵਾਲ ਦੀ ਮਿਲ ਹੋਇਆ ਕਰਦੀ ਸੀ ਜੋ ਅੰਗਰੇਜ਼ਾਂ ਨੇ ਲਾਈ ਸੀ, ਤੁਸੀਂ ਉਸ ਮਿਲ ਦੀ ਅੱਜ ਜਾ ਕੇ ਹਾਲਤ ਵੇਖ ਲਓ ਤਾਂ ਉਹ ਹਾਲਤ ਜਿਹੜੀ ਹੈ ਪਾਣੀ ਤੋਂ ਪਤਲੀ ਆ। ਇਹ ਨਹੀਂ ਹੈ ਕਿ ਸਰਕਾਰ ਕੋਲ ਫੰਡ ਨਹੀਂ ਹੈਗੇ, ਉੱਥੋਂ ਦੇ ਜਿਹੜੇ ਵਰਕਰ ਆ ਉਹਨਾਂ ਨੂੰ ਕਦੀ ਕੁਝ ਮਿਲਦਾ ਹੀ ਨਹੀਂ। ਹੁਣ ਉਹਨਾਂ ਦੇ ਬੱਚੇ ਜਿਹੜੇ ਹੌਲੀ ਹੌਲੀ ਉਸ ਮਿਲ ਚੋਂ ਨਿਕਲ ਕੇ ਆਪਣੇ ਆਪਣੇ ਕੰਮਾਂ ਦੇ ਉੱਤੇ ਚਲੇ ਗਏ ਆ, ਉਹ ਮਿਲ ਬੰਦ ਹੋ ਗਈ ਆ। ਸੋ ਅਗਰ ਆਪਾਂ ਦੇਖੀਏ ਕਿ ਜਿੰਨਾ ਵੀ ਸਭ ਤੋਂ ਵੱਧ ਸੂਟ ਪੰਜਾਬ ਪਾਉਂਦਾ ਆ, ਬਣਦਾ ਗੁਜਰਾਤ 'ਚ ਆ। ਜੀ ਸਭ ਤੋਂ ਵੱਧ ਜੋ ਕੁਝ ਮਤਲਬ ਉਹਨਾਂ ਨੇ ਕੀ ਕੀਤਾ ਕਿ ਮਾਰਕੀਟ ਪੰਜਾਬ ਨੂੰ ਬਣਾ ਲਿਆ ਆ ਤੇ ਜਿਹੜਾ ਮੈਨੂਫੈਕਚਰਰ ਆ ਉਹ ਪੰਜਾਬ ਤੋਂ ਬਾਹਰ ਆ। ਜੀ ਜੀ ਹੈ ਨਾ। ਸੋ ਇਹ ਵੀ ਇੱਕ ਪੋਲੀਟੀਕਲ ਤਰੀਕੇ ਨਾਲ ਹਮਲਾ ਹੈ। ਇਸੇ ਤਰੀਕੇ ਨਾਲ ਪਾਣੀ ਵਾਸਤੇ ਆ, ਉਹਨਾਂ ਨੇ ਸਿਰਫ ਸਾਨੂੰ ਪਹਿਲਾਂ ਤੇ ਸੀਮਤ ਕੀਤਾ ਐਗਰੀਕਲਚਰ ਤੱਕ। ਐਗਰੀਕਲਚਰ ਵਿੱਚ ਵੀ ਫਿਰ ਉਹਨਾਂ ਨੇ ਸਾਨੂੰ ਡਿਕਟੇਟ ਕੀਤਾ ਕਿ ਤੁਸੀਂ ਕੀ ਲਾਓਗੇ। ਉਹਨਾਂ ਨੇ ਸਾਨੂੰ ਝੋਨਾ ਤੇ ਕਣਕ ਤੱਕ ਲਿਆ ਕੇ ਸੀਮਤ ਕਰ ਦਿੱਤਾ। ਲੋਕ ਫਾਰਮਰਸ ਨੂੰ, ਕਿਸਾਨਾਂ ਨੂੰ ਇਹਦੇ ਗੁਨੇਗਾਰ ਮੰਨਦੇ ਆ, ਪਰ ਭਾਈ ਜਿਸ ਚੀਜ਼ ਦੇ ਉੱਪਰ MSP ਮਿਲੂਗੀ ਲੋਕ ਉਹੀ ਲਾਉਣਗੇ। ਉਹਨਾਂ ਨੇ ਇਹ ਨਹੀਂ ਦੇਖਣਾ ਨਾ ਵੀ ਪਾਣੀ ਕਿੰਨਾ ਵਰਤਿਆ ਜਾਣਾ, ਕਿਉਂਕਿ ਉਹਨਾਂ ਦੇ ਲਈ ਹਰ ਕਿਸੇ ਦੇ ਬੱਚੇ ਇੱਕੋ ਬਰਾਬਰ ਹੁੰਦੇ ਆ। ਜੇ ਇੱਕ ਬੰਦੇ ਦਾ ਦਿਲ ਕਰਦਾ ਮੇਰਾ ਬੱਚਾ ਵਧੀਆ ਪੜ੍ਹੇ, ਦੂਜੇ ਦਾ ਵੀ ਉਹੀ ਦਿਲ ਕਰਦਾ ਆ, ਤੇ ਉਹਨਾਂ ਨੂੰ ਪੈਸੇ ਚਾਹੀਦੇ ਆ, ਤਾਂ ਉਹ ਕੰਮ ਕਰ ਰਹੇ ਆ। ਹੁਣ ਉਹਨਾਂ ਨੇ ਪਾਣੀਆਂ ਦਾ ਵੀ ਜਿਹੜਾ ਉਹਨਾਂ ਨੇ ਵਹਿਣ ਬਦਲਣਾ ਸ਼ੁਰੂ ਕਰਤਾ, ਪਰ ਉਹਦੇ ਨਾਲ ਉਹ ਚਲਾਕੀ ਕੀ ਕਰਦੇ ਆ, ਜਦੋਂ ਪਾਣੀ ਨਾਲ ਨੁਕਸਾਨ ਹੋਊਗਾ ਤੇ ਉਹ ਪੰਜਾਬ ਦਾ ਹੋਊਗਾ। ਆਪਾਂ ਦੇਖਿਆ ਹੀ ਹੈ ਹੁਣ ਕੀ ਕੁਝ ਵਾਪਰ ਰਿਹਾ। ਔਰ ਇਹ ਕਿਤੇ ਨਾ ਕਿਤੇ ਤੁਸੀਂ ਦੇਖੋਗੇ ਕਿ ਅੱਗੇ ਚੱਲ ਕੇ ਅੱਜ ਤੋਂ ਕੁਝ ਸਾਲਾਂ ਬਾਅਦ ਇਸੇ ਚੀਜ਼ ਨੂੰ ਮੁੱਦਾ ਬਣਾ ਕੇ ਕਿ ਕਿਉਂਕਿ ਪੰਜਾਬ ਦਾ ਉਦੋਂ ਨੁਕਸਾਨ ਬਹੁਤ ਵੱਡਾ ਹੋਇਆ ਸੀ, ਸਾਨੂੰ ਪੰਜਾਬ ਵੱਲ ਜਾਂਦੇ ਪਾਣੀ ਨੂੰ ਕਿਸੇ ਹੋਰ ਮੋੜ ਦੇਣਾ ਪੈਣਾ ਆ, ਤਾਂ ਕਿ ਪੰਜਾਬੀ ਆਪ ਕਹਿਣ ਕਿ ਹਾਂ ਉਦੋਂ ਆਪਾਂ ਬੜੇ ਖੱਜਲ ਹੋਏ ਸੀਗੇ, ਤੁਸੀਂ ਦੇ ਦਿਓ। ਤੇ ਉਹ ਇਸ ਤਰੀਕੇ ਦੇ ਜਿਹੜੇ ਨਾ ਬੜੇ ਮਾਈਨਿਊਟ ਹਮਲੇ ਜਿਹੜੇ ਆ ਉਹ ਹੁੰਦੇ ਰਹਿੰਦੇ ਆ। ਜੀ ਜਹਦਾਰ ਜੀ, ਇਹ 'ਚ ਤੁਸੀਂ ਕੁਝ ਹੋਰ ਪੋਲੀਟੀਕਲ ਜੇ ਆਪਾਂ ਦੇਖੀਏ ਕੁਝ ਕੀ ਹਮਲੇ ਕੀਤੇ ਗਏ ਨੇ? ਸਰਦਾਰ ਜੀ ਸਿੰਘ ਜੀ, ਦੋ ਗੱਲਾਂ ਐਂਡ ਤੇ ਕਹਿਣੀਆਂ। ਇੱਕ ਤਾਂ ਜਿਹੜੇ ਇਹ ਸਾਰਾ ਜਿਹੜਾ ਦੋਸ਼ ਹੈ ਕਾਂਗਰਸ ਨੂੰ ਦੇਈ ਜਾਂਦੇ ਆ, ਉਹਦੇ 'ਚ ਪਹਿਲੀ ਤਾਂ ਗੱਲ ਇਹ ਆ ਕਿ ਜਿਹੜਾ ਅਡਵਾਨੀ ਆ ਉਹ ਸਾਫ਼ ਤੌਰ ਤੇ ਮੰਨਦਾ ਵੀ ਹਮਲਾ ਅਸੀਂ ਕਰਵਾਇਆ। ਉਦੋਂ ਬਾਅਦ RSS ਦਾ ਮੁਖੀ ਜਦੋਂ ਦਿੱਲੀ ਕਤਲੇਆਮ ਹੋਇਆ, ਨਾਨਾ ਦੇਸ਼ਮੁਖ, ਉਹਨੇ ਇੱਕ ਬਕਾਇਦਾ ਲਿਖਿਆ ਇੰਦਰਾ ਗਾਂਧੀ ਤੇ RSS ਦਾ ਗੱਠਜੋੜ। ਉਹਦੇ ਚ ਸਿੱਧੇ ਲਫ਼ਜ਼ਾਂ 'ਚ ਕਹਿੰਦਾ ਵੀ ਇਹ ਸਿੱਖ ਹੀ ਕਸੂਰਵਾਰ ਆ, ਭੀੜਾਂ ਦਾ ਕੋਈ ਕਸੂਰ ਨਹੀਂ ਸੀ। ਹੋਰ ਵੀ ਉਹਨੇ ਬਹੁਤ ਕੁਛ ਜਿਹੜਾ ਲਿਖਿਆ ਹੋਇਆ ਇਸ ਬੰਨੇ ਨੂੰ ਲਿਖਿਆ। ਹੁਣ ਉਹ ਜਿਹੜੇ ਮੈਂ ਇਹਨਾਂ ਨੂੰ ਬੇਨਤੀ ਕਰਨ ਲੱਗਾ ਵੀ ਇਹ ਨਰਿੰਦਰ ਮੋਦੀ ਦਾ RSS ਹੋਣੀ ਉਹ ਆ ਜਿਨ੍ਹਾਂ ਨੇ ਨਾਨਾ ਦੇਸ਼ਮੁਖ ਦੀ ਮੌਤ ਹੋ ਗਈ, ਮਰਨ ਤੋਂ ਬਾਅਦ ਉਹਨੂੰ ਸਭ ਤੋਂ ਵੱਡਾ ਭਾਰਤ ਰਤਨ ਦਾ ਅਵਾਰਡ ਨਰਿੰਦਰ ਮੋਦੀ ਤੇ ਭਾਜਪਾ ਸਰਕਾਰ ਨੇ ਦਿੱਤਾ, ਜਿਹਨੇ ਹਿੱਕ ਠੋਰ ਕੇ ਕਿਹਾ ਸੀ ਕਿ ਸਿੱਖਾਂ ਦਾ ਕਤਲੇਆਮ ਜਾਇਜ਼ ਹੋਇਆ, ਤੇ ਉਹਦੇ ਨਾਂ ਤੇ ਪੰਚਾਇਤੀ ਅਵਾਰਡ ਵੀ ਜਿਹੜੇ ਚੱਲਦੇ ਪਏ ਪੰਜਾਬ ਦਿੱਤੇ ਗਏ। ਇੱਕ ਤੇ ਇਹ ਸਾਨੂੰ ਧਿਆਨ 'ਚ ਰੱਖਣੀ ਚਾਹੀਦੀ ਗੱਲ ਜੀ ਬਈ ਦਰਬਾਰ ਸਾਹਿਬ ਤੇ ਜਿਹੜਾ ਹਮਲਾ ਹੋਇਆ ਇਹ ਮਿਲੀ ਭੁਗਤਿਆ ਭਾਜਪਾ ਦੀ ਤੇ ਕਾਂਗਰਸ ਦੀ। ਸਿੱਖਾਂ ਦਾ ਸਮੂਹਿਕ ਕਤਲੇਆਮ ਹੋਇਆ ਤੇ ਉਹਦੇ 'ਚ RSS ਨੇ ਵਿਸ਼ੇਸ਼ ਭੂਮਿਕਾ ਨਿਭਾਈ ਆ। ਸਾਨੂੰ ਇਹ ਗੱਲ ਇੱਕ ਤੇ ਧਿਆਨ 'ਚ ਰੱਖਣੀ ਚਾਹੀਦੀ ਹੈ। ਦੂਜੀ ਗੱਲ, ਸਾਨੂੰ ਖੁਸ਼ ਨਹੀਂ ਹੋਣਾ ਚਾਹੀਦਾ ਵੀ ਲੋ ਜੀ ਇਹਨਾਂ ਨੇ ਸਾਡੇ ਦਿਨ ਮਨਾਉਂਦੇ ਆ। ਮੈਂ ਆਖਰੀ ਮਿਸਾਲ ਦੇ ਕੇ ਤੁਹਾਨੂੰ ਵੀ ਇਹ ਕਰ ਕੀ ਰਹੇ ਆ। ਹੁਣ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਮਨਾਇਆ ਲਾਲ ਕਿਲੇ ਤੇ। ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਸੀਸਗੰਜ ਗੁਰਦੁਆਰਾ ਮਨਾਉਣਾ ਚਾਹੀਦਾ ਸੀ ਜੀ, ਜਿੱਥੇ ਸ਼ਹਾਦਤ ਨਾ ਕਿ ਲਾਲ ਕਿਲੇ ਤੇ। ਕਿਉਂਕਿ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਤਾਂ ਲਾਲ ਕਿਲੇ ਨੂੰ ਅਗਲਿਆਂ ਨੇ ਫਤਿਹ ਕਰਕੇ ਉੱਥੇ ਆਪਣਾ ਨਿਸ਼ਾਨ ਸਾਹਿਬ ਵੀ ਚੜਾ ਲਿਆ। ਔਰ ਜਿਹੜੀ ਇਹ ਤਖਤ ਦੀ ਗੱਲ ਕਰਦੇ, ਜਿਹੜੀ ਅਮਿਤ ਸ਼ਾਹ ਨੇ ਕਿਹਾ ਜੀ ਜਿਸ ਤਖਤ ਤੇ ਬਹਿ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿਹੜਾ ਸ਼ਹੀਦ ਕਰਨ ਦਾ ਹੁਕਮ ਦਿੱਤਾ ਗਿਆ, ਅੱਜ ਤੁਸੀਂ ਉਹਦਾ ਸ਼ਹੀਦੀ ਦਿਨ ਮਨਾਉਣੇ ਆ, ਤੇ ਉਹ ਤਖਤ ਤਾਂ ਸਿੱਖਾਂ ਨੇ ਚੱਕ ਕੇ ਆਲਰੇਡੀ ਅੰਮ੍ਰਿਤਸਰ ਲਿਜਾ ਕੇ ਸੁੱਟ ਦਿੱਤਾ ਸੀ। ਸੋ ਇਸ ਕਰਕੇ ਸਿੱਖ ਜਿਹੜੇ ਖੁਸ਼ ਹੋ ਰਹੇ ਆ ਨਾ
ਇਹਨਾਂ 'ਚ ਖਾਸ ਕਰ ਤਰਲੋਚਨ ਸਿੰਘ, ਦੇਖੋ ਜੀ ਸਰਕਾਰ ਨੇ ਦਿਨ ਮਨਾਇਆ, ਸਰਕਾਰ ਨੇ ਸਾਹਿਬਜ਼ਾਦਿਆਂ ਦੇ ਵੀਰ ਦਿਵਸ ਮਨਾਇਆ ਜੀ। ਈਵਨ ਕਿ ਜਿਹੜਾ ਇਹਦੇ 'ਚ ਰੈਜ਼ੋਲੂਸ਼ਨ ਹੈ ਨਾ, ਉਹਦੇ 'ਚ ਵੀ ਇਹਨਾਂ ਨੇ ਬੜਾ ਇੱਥੇ ਕਿਹਾ, ਉਹ ਵੀ ਥੋੜਾ ਜਿਹਾ ਵਿੱਚ ਆਪਾਂ ਐਡ ਕਰ ਦਿੰਦੇ ਆ। ਕਹਿੰਦੇ ਕਿ ਪਹਿਲੀ ਵਾਰ ਨਰਿੰਦਰ ਮੋਦੀ ਨੇ ਗੁਰੂ ਨਾਨਕ ਦਾ ਸਾਂਝੀ ਵਾਲਤਾ ਦਾ ਸੁਨੇਹਾ ਘਰ ਘਰ ਪਹੁੰਚਾਇਆ। ਛੋਟੇ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਘਰ ਘਰ ਤੱਕ ਜਿਹੜਾ ਪਹੁੰਚਾਇਆ ਗਿਆ। ਉਸ ਤੋਂ ਬਾਅਦ ਕਰਤਾਰਪੁਰ ਦੇ ਲਾਂਘੇ ਦੀ ਗੱਲ ਕੀਤੀ। ਫਿਰ ਉਹਨਾਂ ਨੇ ਖਾਸ ਕਰਕੇ ਕਿਹਾ ਕਿ ਸਿੱਖ ਗੁਰੂਆਂ ਦੀਆਂ ਜਨਮ ਸ਼ਤਾਬਦੀਆਂ ਸਰਕਾਰ ਵੱਲੋਂ ਮਨਾਈਆਂ ਗਈਆਂ। ਹੁਣ ਇਹਦੇ 'ਚ ਇਹੀ ਤੁਹਾਡੇ ਵਾਲੀ ਗੱਲ ਆ ਜਾਂਦੀ ਹੈ ਕਿ ਮਨਾਈਆਂ ਤੇ ਗਈਆਂ, ਪਰ ਉਹਦੇ 'ਚ ਪਰੋਸਿਆ ਕੀ ਗਿਆ? ਕਿਉਂਕਿ ਸਾਡੇ ਵੀ ਜਿਹੜੇ ਲੋਕ ਨੇ ਉੱਥੇ ਹੀ ਲੈ ਕੇ ਉਨੀ ਕੁ ਚੀਜ਼ ਵੀ ਬਣਾਈ ਜੀ, ਬੜੇ ਵੱਡੇ ਪੱਧਰ ਤੇ ਹੋ ਗਈ। ਇਹ ਕਹਿ ਰਹੇ ਆ ਕਿ ਗੁਰੂ ਨਾਨਕ ਦਾ ਉਪਦੇਸ਼ ਘਰ ਕਰ ਦਿੱਤਾ, ਪਰ ਗੁਰੂ ਨਾਨਕ ਦਾ ਉਪਦੇਸ਼ ਇਹ ਆ ਵੀ ਤੁਸੀਂ ਜਿਹੜਾ ਧਰਮ ਨਿਰਪੱਖ ਛੱਡ ਕੇ ਤੇ ਉੱਥੇ ਬ੍ਰਾਹਮਣਵਾਦ ਦੀ ਸੰਗੋਲਵਾਦ ਦੀ ਜਿਹੜਾ ਸਥਾਪਿਤ ਕਰ ਦਿਓ। ਕੀ ਇਹ ਗੁਰੂ ਨਾਨਕ ਦਾ ਉਪਦੇਸ਼ ਹੈ? ਜੀ ਜੀ। ਤੁਸੀਂ ਗੁਰੂ ਨਾਨਕ ਦਾ ਨਾਮ ਵਰਤ ਕੇ ਸਭ ਕੁਝ ਉਹਦੇ ਉਲਟ ਕਰ ਰਹੇ ਆ। ਕੋਈ ਮੈਨੂੰ ਇਹ ਸਾਡੇ ਸਾਹਮਣੇ ਆ ਕੇ ਦੱਸਣ ਕਿ ਗੁਰੂ ਨਾਨਕ ਦੀ ਵਿਚਾਰਧਾਰਾ ਸੀ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵ ਦੇ, ਜਿਹੜਾ ਬੀਬਾ ਨੇ ਕਲੀਅਰ ਕਰ ਦਿੱਤਾ। ਗੱਲ ਹਲੀਮੀ ਰਾਜ ਦੀ ਹੈ, ਸਭ ਸਖਾਲੀ ਉੱਠੀਆਂ ਇਹ ਹੋਆ ਹਲੀਮੀ ਰਾਜ ਜੀ। ਤੇ ਇਹਦੇ 'ਚ ਜਿਹੜਾ 350 ਸਾਲ ਆਪਾਂ ਦਰਸ਼ਕਾਂ ਨੂੰ ਦੱਸ ਚੱਲੇ ਵੀ ਮਨਾਇਆ ਗਿਆ ਸੀ ਜਦੋਂ ਉਹਨਾਂ ਸਮਿਆਂ 'ਚ ਦਿੱਲੀ ਵਿੱਚ ਖਾਸ ਕਰਕੇ, ਤੇ ਉੱਥੇ ਇੱਕ ਵੱਡੇ ਫੰਕਸ਼ਨ ਦੇ ਵਿੱਚ ਆਪਾਂ ਦੇਖਿਆ ਕਿ ਖਾਸ ਕਰਕੇ ਦੇਹਧਾਰੀ ਜਿਹੜਾ ਗੁਰੂਡਮ ਹੈਗਾ ਉਹਨੂੰ ਪ੍ਰਮੋਟ ਕੀਤਾ ਗਿਆ। ਨਾਮਧਾਰੀ ਜਿਹੜੇ ਹੈਗੇ ਆ, ਜਿਹੜੇ ਕਿ ਆਪਾਂ ਕਹੀਏ ਕਿ ਸਿੱਖੀ ਦੀ ਮੁੱਖ ਧਾਰਾ ਦੇ ਵਿੱਚ ਨਹੀਂ ਆਉਂਦੇ, ਉਹਨਾਂ ਨੂੰ ਬੜੇ ਵੱਡੇ ਲੈਵਲ ਤੇ ਜਿਹੜਾ ਉਹਨਾਂ ਦਾ ਇਕੱਠ ਹੁੰਦਾ ਹੈ ਤੇ ਉੱਥੇ RSS ਦੇ ਵੱਲੋਂ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮਨਾਇਆ ਜਾਂਦਾ ਹੈ। ਇਹਦੇ ਬਾਰੇ ਕੀ ਕਹੋ ਵੀ ਜਿਹੜਾ ਦੇਹਧਾਰੀ ਨੂੰ ਵੀ ਬਾਰ-ਬਾਰ ਜਦੋਂ ਪੰਜਾਬ ਆਉਂਦੇ ਨੇ ਉਦੋਂ ਵੀ ਡੇਰਾਵਾਦ ਚਾਹੇ ਰਾਧਾ ਸਵਾਮੀ ਡੇਰੇ ਜਾਣ ਜਾਂ ਦੂਜੇ ਬੰਨੇ ਜਾਣ, ਗੁਰੂ ਨਾਨਕ ਦੀ ਵਿਚਾਰਧਾਰਾ ਤੇ ਗੁਰੂਡਮ ਵਾਲੀ ਹੈ ਨਹੀਂ, ਫਿਰ ਇੱਥੇ ਕਿੱਥੇ ਤੇ ਫਿਰ ਆਪਸ 'ਚ ਕਨਫਲਿਕਟ ਹੋ ਗਿਆ ਨਾ। ਕਹਿ ਰਿਹਾ ਵੀ ਇਹ ਸਭ ਕੁਝ ਕਿਉਂ ਹੋ ਰਿਹਾ? ਇਹਨਾਂ ਨੇ ਤਰਲੋਚਨ ਸਿੰਘ ਵਰਗੇ ਸਿੱਖੀ ਸਰੂਪ 'ਚ ਬਹੁਤ ਸਾਰੇ ਜਿਹੜੇ ਲੇਖਕ ਆ ਤਿਆਰ ਕਰ ਲਏ, ਜਿਹੜੀ ਇਹ ਸਟੇਟ ਆ ਜੀ। ਹੁਣ ਇਹਦੇ 'ਚ ਉਹਨਾਂ ਨੇ ਇੰਨੇ ਸਿੱਖੀ ਸਰੂਪ ਵਾਲੇ ਲੇਖਕ ਤਿਆਰ ਕਰ ਲਏ ਵੀ ਸਿੱਖਾਂ ਦੀ ਵੱਖਰੀ ਪਛਾਣ ਕਿੱਦਾਂ ਖਤਮ ਕਰਨੀ ਹੈ, ਸਿੱਖ ਸਿਧਾਂਤ ਕਿੱਦਾਂ ਖਤਮ ਕਰਨਾ। ਤਰਲੋਚਨ ਸਿੰਘ ਨੇ ਇਹਦੇ 'ਚ ਇੱਕ ਕਿਤਾਬਾਂ ਇਹਦੀਆਂ 2 ਛਪੀਆਂ ਜਿਹੜੀਆਂ, ਉਹਦੇ 'ਚ ਇੱਕ ਤੇ ਬੜਾ ਕਲੀਅਰ ਕਰਦਾ ਬਈ RSS ਵਾਲੇ ਜਿਹੜੇ ਆ ਇਹ ਤਾਂ ਗੁਰੂ ਗੋਬਿੰਦ ਸਿੰਘ ਦੀ ਫੋਟੋ ਜਿਹੜੀ ਆ ਉਹ ਆਪਣੀਆਂ ਛਾਵਾਂ ਚਲਾਉਂਦੇ ਆ। ਗੁਰੂ ਗੋਬਿੰਦ ਸਿੰਘ ਦੀ ਕਾਲਪਨਿਕ ਫੋਟੋ ਨਾਲ ਗੁਰੂ ਨਾਨਕ ਦਾ ਤੇ ਸਾਡੇ ਇਤਿਹਾਸ ਦਾ ਕੀ ਲੈਣ ਦੇਣਾ ਜੀ। ਪਰ ਇਹ ਇਹਨਾਂ ਨੇ ਇੰਨਾ ਵੱਡਾ ਜਿਹੜੀ ਇਹ ਤਰਲੋਚਨ ਸਿੰਘ ਨੇ ਇਹਨਾਂ ਨੂੰ ਇੱਕ ਗੈਂਗ ਬਣਾ ਕੇ ਦੇ ਦਿੱਤੀ, ਮੈਂ ਤਾਂ ਗੈਂਗ ਹੀ ਕਹੂੰਗਾ ਵੀ ਇੰਨਾ ਕੁਝ ਲਿਖਿਆ ਜਾ ਰਿਹਾ। ਇਹ ਕਹਿ ਦੇਣਾ ਵੀ ਗੁਰੂ ਗੋਬਿੰਦ ਸਿੰਘ ਦੀ ਫੋਟੋ RSS ਜਿਹੜੇ ਉਹ ਲਾਉਂਦੇ ਕਰਕੇ ਵੀ RSS ਤਾਂ ਸਿੱਖਾਂ ਦੀ ਚੰਗੀ ਬਹੁਤ ਆ, ਬੜੀ ਹਮਦਰਦ ਆ। ਦੂਜਾ ਫਿਰ ਬੜੀ ਗੱਲ ਘੁਮਾ ਘਮੂ ਕੇ ਇਹ ਵੀ ਨਾਲ ਕਹਿ ਦੇਣਾ ਬਈ ਉਹਨਾਂ ਨੇ ਜੀ ਇਹ ਤਾਂ ਮੰਨ ਲਿਆ ਸੀਗਾ ਵੀ ਸਿੱਖ ਧਰਮ ਆ, ਪਰ ਸਿੱਖ ਕੌਮ ਨਹੀਂ ਹੈ। ਜਦ ਗੱਲ ਲਿਖਦਾ ਇਹ ਕਹਿੰਦਾ ਜੀ ਸਿੱਖ ਹਿੰਦੂ ਕੌਮ। ਔਰ ਉਹਦਾ ਜਵਾਬ ਜਿਹੜਾ ਹੁਣ ਇਹਦਾ ਰੌਲਾ ਪੈਂਦਾ ਨਾ ਜੀ ਇਹਦੇ ਆਰਟੀਕਲ ਦਾ ਜੀ, ਇਹਨੇ ਕਈਆਂ ਸਿਰਲੇਖਾਂ ਦੇ ਵੱਖਰਿਆਂ 'ਚ ਜਿਹੜਾ ਉਹ ਛਪਾਇਆ ਸੀਗਾ। ਉਹਦਾ ਜਵਾਬ ਮੇਰੇ ਆ ਜਿਹੜੀ ਕਿਤਾਬ ਆ ਨਾ ਜੀ ਲੇਖ ਸੰਗ੍ਰਹਿ ਜੀ ਜੀ, ਇਹਦੇ ਤੇ ਪੜ੍ਹ ਲਿਓ। ਉਹਦਾ ਮੈਂ ਕੱਲੀ ਜਿਹੜਾ ਉਹਨੇ ਮੇਰਾ ਖਿਆਲ ਉਹਨਾਂ ਦਾ ਆਇਆ ਸੀ ਵੀ 5 ਪਿਆਰੇ ਵੀ ਕਹਿੰਦੇ ਹਿੰਦੂ ਹੀ ਸਨ। ਉਹ ਤਾਂ ਆਪਾਂ ਜੀ ਉਹ ਸਾਰਾ ਪ੍ਰੋਗਰਾਮ 'ਚ ਕਲੀਅਰ ਕਰਤਾ, ਪਰ ਇਹਦੇ 'ਚ ਵੀ ਕੀਤਾ ਹੋਇਆ। ਇਹਦੇ 'ਚ ਮੈਂ ਉਹਦੀ ਕੱਲੀ ਜਵਾਬ ਦੇ ਕੇ ਗੱਲ ਦਾ ਉਹਨੂੰ ਗਲਤ ਸਾਬਤ ਕੀਤਾ ਹੋਇਆ। ਔਰ ਉਹਦਾ ਸਿਰਲੇਖ ਹੀ ਇਹ ਰੱਖਿਆ ਵੀ ਸਿੱਖਾਂ ਨੂੰ ਹਿੰਦੂਆਂ ਕੋਲੋਂ ਘੱਟ ਖਤਰਾ, ਉਹਨਾਂ ਕੇਸਾਧਾਰੀ ਹਿੰਦੂ ਸਿਆਸਤਦਾਨਾਂ ਤੋਂ ਖਤਰਾ ਜਿਹੜੇ ਸਿੱਖ ਕੌਮ ਦੀ ਅਡਰੀ ਹੋਂਦ ਹਸਤੀ ਨੂੰ ਨਹੀਂ ਮੰਨਦੇ ਜੀ। ਇਹ ਜਦੋਂ ਵੀ ਕਿਸੇ ਦਾ ਟਾਈਮ ਲੱਗੇ ਇਹਦੇ 'ਚ ਪੜ੍ਹ ਸਕਦਾ। ਉਹਦੀ ਹਰ ਗੱਲ ਦਾ ਟੂ ਦੀ ਪੁਆਇੰਟ ਇਹਦੇ 'ਚ ਜਵਾਬ ਦਿੱਤਾ ਹੋਇਆ। ਪਰ ਇਹ ਜਿੱਦਾਂ ਬੀਬਾ ਜੀ ਨੇ ਵੀ ਕਿਹਾ ਵੀ ਪੜ੍ਹਨਾ ਤਾਂ ਅਸੀਂ ਛੱਡ ਹੀ ਦਿੱਤਾ। ਹੁਣ ਇਹ ਕੀ ਕਰ ਰਹੇ ਆ ਕਿ ਇਹਨਾਂ ਨੂੰ ਪਤਾ ਵੀ ਸਿੱਖ ਪੜ੍ਹਦੇ ਨਹੀਂ ਤੇ ਜੋ ਮਰਜ਼ੀ ਲਿਖਵਾਈ ਜਾਂਦੇ ਆ, ਜੋ ਮਰਜ਼ੀ ਲਿਖਾਈ ਜਾਂਦੇ ਔਰ ਜੋ ਮਰਜ਼ੀ ਬੋਲੀ ਜਾਂਦੇ ਆ, ਜੋ ਮਰਜ਼ੀ ਬੋਲੀ ਜਾਂਦੇ, ਉੱਥੇ ਬੈਠ ਕੇ ਸੁਣੀ ਵੀ ਜਾਂਦੇ ਆ। ਅੱਛਾ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਇਹ ਕਿਸ ਆਧਾਰ ਤੇ ਕਹਿ ਰਹੇ ਆ ਵੀ ਇਹ ਗੁਰੂ ਨਾਨਕ ਦੇ ਪੇਸ਼ਾਂ ਦਾ ਇਹਨਾਂ ਨੇ ਵਿਚਾਰ ਕੀਤਾ? ਗੁਰੂ ਨਾਨਕ ਕੋਈ ਸਧਾਰਨ ਵਿਅਕਤੀ ਨਹੀਂ ਵੀ ਉਹਦੇ ਉਪਦੇਸ਼ ਤੁਸੀਂ ਗਾਂਹ ਦੱਸਦੇ ਕੀ ਹੈ। ਗੁਰੂ ਨਾਨਕ ਬਕਾਇਦਾ ਅਕਾਲ ਪੁਰਖ ਦਾ ਸਰੂਪ ਔਰ ਦੁਨੀਆ ਤੇ ਆਏ ਰੱਬ ਦਾ ਰਾਜ ਸਥਾਪਿਤ ਕਰਨਾ, ਔਰ ਉਹਨਾਂ ਨੇ ਕੀਤਾ। ਜਦੋਂ ਤੁਸੀਂ ਇਹ ਕਹਿੰਦੇ ਆ ਬਾਬਰ ਜਾਬਰ, ਗੱਲ ਇੱਥੇ ਮੁੱਕੀ ਥੋੜੀ ਹੈ। ਗੁਰੂ ਨਾਨਕ ਨੇ ਇੱਕ ਬੰਨੇ ਜਦੋਂ ਆਪਾਂ ਕਹਿੰਦੇ ਬਾਬੇ ਕੇ ਤੇ ਬਾਬਰ ਕੇ ਜੀ, ਜਿਹੜੇ ਬਾਬਰ ਆ ਉਹ ਰਾਜ ਚਲਾਉਂਦਾ ਤਲਵਾਰ ਦੇ ਜ਼ੋਰ ਨਾਲ ਤੇ ਜ਼ੁਲਮੀ ਰਾਜ ਉਹਨੂੰ ਕਿਹਾ ਜਾ ਸਕਦਾ।
ਉਹਦੇ ਬਰਾਬਰ ਗੁਰੂ ਨਾਨਕ ਜੀ ਚਲਾਉਂਦੇ ਆ, ਗੱਲ ਸ਼ੁਰੂ ਕਰਦੇ ਆ ਰਬਾਬ ਤੋਂ ਤੇ ਗਾਂ ਲਿਜਾਂਦੇ ਆ ਉਹਨੂੰ ਨਗਾਰੇ ਤੱਕ। ਜੀ ਜੀ ਇਹ ਗੁਰੂ ਨਾਨਕ ਦਾ ਇਤਿਹਾਸ ਹੈ ਨਾ ਜੀ, ਸਾਡੇ ਕੋਈ ਬਣਾਈਆਂ ਗੱਲਾਂ ਥੋੜੀ। ਬਿਲਕੁਲ ਬਿਲਕੁਲ। ਉਹ ਗੁਰੂ ਨਾਨਕ ਨੂੰ ਇਹ ਤਾਂ ਇਦਾਂ ਵੀ ਗੁਰੂ ਨਾਨਕ ਬੜੇ ਮਹਾਂਪੁਰਸ਼ ਸੀ ਜੀ, ਉਹਨਾਂ ਨੇ ਬੜੀਆਂ ਸਾਨੂੰ ਚੰਗੀਆਂ ਗੱਲਾਂ ਦੱਸੀਆਂ। ਗੁਰੂ ਨਾਨਕ ਨੂੰ 10 ਜੋਤਾਂ 'ਚ ਆ ਕੇ ਕੰਮ ਕਰਨਾ ਪਿਆ ਜੀ। ਇੰਨੇ 10 ਜੋਤਾਂ 'ਚ ਕੀਤਾ ਨਾ ਜੀ। ਜੀ ਉਦੋਂ ਬਾਅਦ ਬੰਦਾ ਸਿੰਘ ਬਹਾਦਰ ਨੂੰ ਜਥੇਦਾਰ ਬਣਾ ਕੇ ਭੇਜਦੇ ਆ। ਇਹ ਇਤਿਹਾਸ 'ਚ ਕਿਤੇ ਵੀ ਦੱਸਣ ਕਿ ਗੁਰੂ ਨਾਨਕ ਤੋਂ ਪਹਿਲਾਂ ਇੰਨੇ ਹਮਲੇ ਇਹਨਾਂ ਦੇ ਹੁੰਦੇ ਰਹੇ। 1152 'ਚ ਬਕਾਇਦਾ ਮੁਸਲਮਾਨੀ ਰਾਜ ਸਥਾਪਿਤ ਹੋਇਆ। ਇਹ ਜਿਹੜੇ ਕਹਿੰਦੇ ਨਾ ਹਿੰਦੂ ਰਾਸ਼ਟਰ, ਇਹਨਾਂ 'ਚੋਂ ਇਸ ਇਤਿਹਾਸ 'ਚੋਂ ਇੱਕ ਹਿੰਦੂ ਕੱਢ ਕੇ ਲਿਆਉਣ ਜਿਹਨੇ ਇਹਨਾਂ ਨੂੰ ਚੈਲੰਜ ਕੀਤਾ ਸੀ। ਸਾਨੂੰ ਹਿੰਦੂਆਂ ਨਾਲ ਕੋਈ ਜਾਤੀਵਾਦ ਦੀ ਮੈਂ ਗੱਲ ਨਹੀਂ ਕਰ ਰਿਹਾ, ਮੈਂ ਇਹਨਾਂ ਹਿੰਦੂ ਲੀਡਰਾਂ ਦੀ ਗੱਲ ਕਰ ਰਿਹਾ ਜਿਹੜੇ ਦਾਅਵਾ ਕਰਦੇ ਆ। ਇਹ ਇਤਿਹਾਸ ਚੋਂ ਇੱਕ ਹਿੰਦੂ ਕੱਢ ਕੇ ਲਿਆਉਣ ਜਿਨ੍ਹਾਂ ਨੇ ਚੈਲੰਜ ਕੀਤਾ ਹੋਵੇ ਗੁਰੂ ਨਾਨਕ ਤੋਂ ਪਹਿਲਾਂ ਜਾਂ ਮਗਰੋਂ। ਜੀ ਗੱਲ ਤੁਹਾਡੀ ਪਕੜ 'ਚ ਆਉਂਦੀ ਨਾ। ਜੀ ਜੀ ਬਿਲਕੁਲ। ਫਿਰ ਸਾਰੇ ਸੰਘਰਸ਼ ਦੇ ਵਿੱਚ ਕਿਤੇ ਮੈਨੂੰ ਕੋਈ ਹਿੰਦੂ ਕੱਢ ਕੇ ਦਿਖਾ ਲਓ ਜਿਹੜਾ ਲੜਿਆ ਹੋਵੇ। ਜੀ ਬਿਲਕੁਲ ਜੀ। ਤੇ ਥੋੜਾ ਜਿਹਾ ਹੋਰ ਆਪਾਂ ਅੱਗੇ ਚੱਲਦੇ ਹਾਂ। ਪਰ ਮੈਂ ਇੱਕ ਖਿਮਾ ਮੰਗਾ, ਮੈਂ ਸਾਰੇ ਹਿੰਦੂਆਂ ਨੂੰ ਨਹੀਂ ਕਹਿ ਰਿਹਾ। ਬਿਲਕੁਲ ਮੈਂ ਇਹ ਹਿੰਦੂ ਲੀਡਰਸ਼ਿਪ ਨੂੰ ਕਹਿ ਰਿਹਾ ਜਿਹੜੇ ਸਾਡੇ ਇਤਿਹਾਸ ਨੂੰ ਰੋਲਦੇ ਆ। ਉੱਦਾਂ ਸਾਨੂੰ ਗੁਰੂ ਦਾ ਹੁਕਮ ਹੈ ਵੀ ਅਸੀਂ ਸਾਰਿਆਂ ਨੂੰ ਪਿਆਰ ਕਰਦੇ ਹਾਂ। ਸਾਨੂੰ ਕਿਸੇ ਹਿੰਦੂ ਸਿੱਖ ਵਾਲੀ ਗੱਲ ਨਹੀਂ, ਪਰ ਜਿਹੜੀ ਹਿੰਦੂ ਇਹਨਾਂ ਦੀ ਲੀਡਰਸ਼ਿਪ ਆ ਉਹਨੂੰ ਅਸੀਂ ਜ਼ਰੂਰ ਚੈਲੰਜ ਕਰਾਂਗੇ। ਜੀ ਬਿਲਕੁਲ ਜੀ। ਔਰ ਇਸ ਗੱਲ ਤੇ ਵੀ ਬੜਾ ਜ਼ੋਰ ਦਿੱਤਾ ਗਿਆ ਕਿ ਕਾਲੀਆਂ ਸੂਚੀਆਂ ਜਿਹੜੀਆਂ ਨੇ ਖਤਮ ਕੀਤੀਆਂ ਗਈਆਂ ਨੇ। ਤੇ ਕਿਰਨਪ੍ਰੀਤ ਜੀ ਤੁਹਾਡੇ ਵੱਲ ਆਉਣਾ ਕਿ ਜਿਹੜੀ ਅਣਕਹੀ ਐਮਰਜੈਂਸੀ ਪਿਛਲੇ ਦਿਨੀ ਜੇ ਆਪਾਂ ਮਾਰਚ ਦੀ ਗੱਲ ਕਰੀਏ, ਸਿੱਖ ਨੌਜਵਾਨਾਂ ਤੇ ਲਾਈ ਗਈ, ਕੋਈ ਕਤਲ ਨਹੀਂ ਹੋਇਆ, ਕੋਈ ਆਪਾਂ ਕਹਿ ਲਈਏ ਵੀ ਕਿਤੇ ਕੋਈ ਇੱਦਾਂ ਦੀ ਕਤਲੋ-ਗਾਰਤ ਜਾਂ ਇਸ ਤਰ੍ਹਾਂ ਦਾ ਕੋਈ ਹਜੂਮ ਜਿਹਨੇ ਕਿਤੇ ਬਹੁਤ ਕੁਛ ਆਪਾਂ ਕਹੀਏ ਕਿ ਕਿਤੇ ਦੰਗਿਆਂ ਵਾਲੀ ਸਥਿਤੀ ਕਰ ਦਿੱਤੀ ਹੋਵੇ, ਕੁਛ ਨਹੀਂ ਇਸ ਤਰ੍ਹਾਂ ਦਾ ਹੁੰਦਾ। ਪਰ ਜੋ ਕੁਛ ਸੈਂਟਰ ਤੇ ਸਟੇਟ ਵੱਲੋਂ ਪੰਜਾਬ ਦੇ ਨਾਲ ਜਾਂ ਸਿੱਖ ਨੌਜਵਾਨੀ ਨਾਲ ਕੀਤਾ ਗਿਆ ਵੀ ਉਹ ਸੂਚੀਆਂ ਖਤਮ ਕਰਤੀਆਂ, ਨਵੀਆਂ ਸ਼ੁਰੂ ਕਰਤੀਆਂ, ਤੇ ਕੀ ਇੱਥੇ ਫਿਰ ਫਾਇਦਾ ਕੀ ਹੋਇਆ ਖਤਮ ਕਰਨ ਦਾ? ਵੇਖੋ ਜੀ, ਜਿਨ੍ਹਾਂ ਦੇ ਨਾਮ ਕਾਲੀ ਸੂਚੀ ਚੋਂ ਨਿਕਲੇ ਆ, ਮੈਨੂੰ ਤੇ ਉਹਨਾਂ ਵਾਸਤੇ ਵੀ ਚਲੋ ਠੀਕ ਆ, ਕਿਸੇ ਦਾ ਤੇ ਭਲਾ ਹੋਇਆ ਹੈ ਨਾ। ਹਾਂ, ਇਹ ਬਾਅਦ ਦੀ ਗੱਲ ਆ ਸੋਚ ਵਿਚਾਰਨ ਵਾਲੀ ਵੀ ਉਹ ਨਾਮ ਚੁਣੇ ਕਿੱਦਾਂ ਗਏ, ਕਿ ਇਹਨਾਂ ਦੇ ਇਨਾਮ ਜਿਹੜੇ ਆ ਉਹ ਕੱਢਦੇ, ਉਹਨਾਂ ਦੇ ਇਨਾਮ ਜਿਹੜੇ ਔਰ ਬਾਅਦ ਚ ਉਹਨਾਂ ਤੋਂ ਬਕਾਇਦਾ ਵੀਡੀਓ ਪਵਾਈਆਂ ਜਾਂਦੀਆਂ। ਹਾਂਜੀ, ਕਿ ਉਹਨਾਂ ਨੂੰ ਜਲੀਲ ਕੀਤਾ ਜਾਂਦਾ ਇੱਕ ਤਰ੍ਹਾਂ ਦਾ। ਉਹ ਇੱਕ ਅਲੱਗ ਮੁੱਦਾ ਆ, ਕਿਉਂਕਿ ਇਹ ਹਰ ਇੱਕ ਬੰਦੇ ਨੇ ਇੰਡੀਵਿਜੂਅਲੀ ਵੇਖਣਾ ਕਿ ਉਹ ਕਿਹੜੇ ਪਾਸੇ ਖੜਾ। ਖੰਡੇ ਦੀ ਜਿਹੜੀ ਇੱਕ ਵਾਰੀ ਬਾਬਾ ਦੀਪ ਸਿੰਘ ਨੇ ਲਕੀਰ ਵਾਹੀ ਸੀ ਖੰਡੇ ਨਾਲ ਨਾ, ਉਹ ਅੱਜ ਵੀ ਉੱਥੇ ਬਰਕਰਾਰ ਆ। ਹੁਣ ਇਹ ਅਗਲੇ ਨੇ ਵੇਖਣਾ ਜਿਹੜਾ ਖੰਡੇ ਦੀ ਉਸ ਲਕੀਰ ਦੇ ਪਰਲੇ ਬੰਨੇ ਜਾਊਗਾ ਉਹਨੇ ਜ਼ਲੀਲ ਹੋਣਾ ਹੀ ਹੋਣਾ, ਚਾਹੇ ਉਹਨੂੰ ਜਿਹੜਾ ਮਰਜ਼ੀ ਕਰ ਜਾਏ। ਤੇ ਇਸ ਕਰਕੇ ਸਾਨੂੰ ਉਹਨਾਂ ਨਾਲ ਕੋਈ ਇਹ ਵੀ ਨਹੀਂ, ਮੈਂ ਨਾ ਤਾਂ ਮੈਨੂੰ ਉਹਨਾਂ ਤੇ ਕੋਈ ਰੋਸ ਆ, ਕਿਉਂਕਿ ਜਿਹੜਾ ਉਸ ਲਕੀਰ ਨੂੰ ਟੱਪ ਹੀ ਗਿਆ ਉਹ ਸਾਡਾ ਹੈ ਹੀ ਨਹੀਂ। ਨਾ ਤਾਂ ਆਪਾਂ ਨੂੰ ਉਹਨਾਂ ਨਾਲ ਰੋਸ ਆ, ਨਾ ਉਹਨਾਂ ਨਾਲ ਕੋਈ ਪਿਆਰ ਆ। ਜਿਹੜੀ ਗੱਲ ਆ ਕਿ ਇੱਕ ਜਿਹੜੀ ਅਣਕਹੀ ਐਮਰਜੈਂਸੀ ਲੱਗੀ ਆ, ਐਂਡ ਦੇਖੋ ਇਹ ਨਾ, ਜੇ ਆਪਾਂ ਇਸ ਗੱਲ ਦੇ ਉੱਤੇ ਬੱਲੇ ਬੱਲੇ ਕਰੀ ਜਾਈਏ ਕਿ ਉਹਨਾਂ ਨੇ ਜੀ ਕਾਲੀਆਂ ਸੂਚੀਆਂ ਖਤਮ ਕਰ ਦਿੱਤੀਆਂ, ਸਾਨੂੰ ਦੇਖਣਾ ਚਾਹੀਦਾ ਵੈਰੀ ਰੀਸੈਂਟ ਐਗਜ਼ਾਮਪਲ ਆ ਅਵਤਾਰ ਸਿੰਘ ਖੰਡਾ ਦੀ। ਅਵਤਾਰ ਸਿੰਘ ਖੰਡਾ ਕਿਸੇ ਉਹਨੇ ਹਜੇ ਕਿ ਜੇ ਤੁਸੀਂ ਉਹਨਾਂ ਦੀ ਇੱਕ ਅੱਧੀ ਵੇਖੋ ਜਿਹੜੀ ਉਹਨਾਂ ਦੀ ਵੀਡੀਓ ਆ, ਤੇ ਉਹਦੇ ਵਿੱਚ ਉਹ ਇਹੀ ਕਹਿ ਰਿਹਾ ਕਿ ਜੇ ਕੱਲ ਨੂੰ ਅਸੀਂ ਆਜ਼ਾਦ ਹੁੰਨੇ ਆ ਤੇ ਅਸੀਂ ਤੁਹਾਡੇ ਨਾਲ ਹੀ ਵਪਾਰ ਵੀ ਕਰਨਾ, ਇਹ ਵੀ ਉਹ ਕਹਿ ਰਹੇ ਆ। ਤੁਸੀਂ ਕਿਸੇ ਦੇ ਹੱਕ 'ਚ ਹੋ ਨਾ ਹੱਕ 'ਚ ਹੋ, ਉਹ ਗੱਲ ਬਾਤ ਦੀ ਆ, ਪਰ ਤੁਸੀਂ ਇਸ ਤਰੀਕੇ ਨਾਲ, ਔਰ ਇੰਡੀਆ ਕਹਿੰਦਾ ਜੀ ਕਿ ਅਸੀਂ ਉਧਰ ਨਹੀਂ ਆਉਣ ਦੇਣੀਆਂ, ਔਰ ਟੈਕਨੀਕਲ ਪੁਆਇੰਟ ਇਹ ਬਣਾਏ ਕਿ ਕਿਉਂਕਿ ਉਹਦੇ ਕੋਲ ਕੋਈ ਪ੍ਰੂਫ ਨਹੀਂ ਸੀ। ਜੇ ਉਹਦੇ ਕੋਲ ਕੋਈ ਪ੍ਰੂਫ ਨਹੀਂ ਸੀ ਤੇ ਉਹਨੂੰ ਪਹਿਲਾਂ ਤੁਸੀਂ ਬਾਹਰ ਕਢਾਉਣ ਦੀ ਗੱਲ ਕਿੱਦਾਂ ਕਰਦੇ ਸੀ? ਕਿਹੜੇ ਹਿਸਾਬ ਨਾਲ ਤੁਸੀਂ ਉਹਨਾਂ ਦੇ ਜਿਹੜੇ ਆ ਉਹ ਲੈ ਕੇ ਆਉਂਦੇ ਹੁੰਦੇ ਸੀਗੇ ਪ੍ਰੋਸਟਰਸ, ਹਾਂਜੀ, ਉਹ ਕਿੱਦਾਂ ਲੈ ਕੇ ਆਉਂਦੇ ਹੁੰਦੇ ਸੀ? ਕਿਹੜੇ ਬੇਸ ਤੇ ਕਹਿੰਦੇ ਹੁੰਦੇ ਸੀਗੇ ਕਿ ਸਾਡਾ ਬੰਦਾ ਸਾਨੂੰ ਦੇ ਦਿਓ? ਤੇ ਜੇਕਰ ਉਦੋਂ ਕਹਿੰਦੇ ਸੀ, ਹੁਣ ਇੱਥੋਂ ਅਵਤਾਰ ਸਿੰਘ ਖੰਡਾ ਦੀ, ਚਲੋ ਉਹ ਚਲਾ ਗਿਆ ਨੌਜਵਾਨ, ਪਰ ਉਸ ਦੀ ਮੌਤ ਔਰ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਜੋ ਚੱਲਦਾ ਰਿਹਾ, ਉਹਨੂੰ ਸਿੱਖਾਂ ਨੂੰ ਆਪਣੇ ਆਪ ਨੂੰ ਵੀ ਸਵੈ ਪੜਚੋਲ ਕਰਨਾ ਚਾਹੀਦਾ। ਇਸ ਮਾਧਿਅਮ ਤੋਂ ਮੈਂ ਇਹ ਗੱਲ ਬੜੇ ਤਰੀਕੇ ਨਾਲ ਕਹਿ ਦਿਆਂ ਕਿ ਸਿੱਖਾਂ ਦੀ ਜਿਹੜੀ ਬੱਲੇ ਬੱਲੇ ਆ ਨਾ, ਕਿ ਸਾਡੀ ਪਾਵਰ ਬੜੀ ਆ, ਉਹਦੀ ਵੀ ਸਾਨੂੰ ਪੜਚੋਲ ਕਰਨੀ ਚਾਹੀਦੀ ਆ। ਇੱਥੋਂ ਸਾਨੂੰ ਇਹ ਪੜਚੋਲ ਕਰਨਾ ਚਾਹੀਦਾ ਕਿ ਸਾਡੇ ਲਈ ਮੋਦੀ ਗਵਰਨਮੈਂਟ ਕਿੰਨੀ ਕੁ ਚੰਗੀ ਆ, ਔਰ ਉਹ ਕਿੰਨਾ ਕੁ ਨਰਮ ਰਵੱਈਆ ਰੱਖ ਸਕਦੀ ਆ ਸਿੱਖਾਂ ਦੇ ਵਾਸਤੇ। ਉਹਨਾਂ ਦਾ ਨਰਮ ਰਵੱਈਆ ਸਿਰਫ ਉਹਨਾਂ ਲੋਕਾਂ ਨਾਲ ਹੋਊਗਾ ਜਿਹੜੇ ਉਹਨਾਂ ਦੇ ਹੱਥੋਂ ਜ਼ਲੀਲ ਹੋਣ ਨੂੰ ਤਿਆਰ ਨੇ। ਜਦੋਂ ਅਮਿਤ ਸ਼ਾਹ ਹੋਣੀ ਬੈਠੇ ਹੁੰਦੇ ਆ, ਤੁਸੀਂ ਅਕਸਰ ਫੋਟੋਆਂ ਦੇਖੋਗੇ ਤਾਂ ਬਾਕੀ ਜਿੰਨੇ ਵੀ ਬੈਠਦੇ ਆ ਉਹ ਬਕਾਇਦਾ ਆਪਣੀ ਜੁੱਤੀਆਂ ਬਾਹਰ ਖੋਲ ਕੇ ਆਉਂਦੇ ਆ, ਹੈ ਨਾ। ਤਾਂ ਜੇ ਤਾਂ ਤੁਸੀਂ ਇਸ ਤਰੀਕੇ ਦੇ ਉਹਨਾਂ ਦੇ ਕਹਿਣ ਕਹਾਉਣ ਦੇ ਹਿਸਾਬ ਨਾਲ ਚੱਲਣ ਨੂੰ ਤਿਆਰ ਆ, ਫਿਰ ਤਾਂ ਤੁਹਾਡੀ ਕਾਲੀ ਸੂਚੀ ਚੋਂ ਨਾਮ ਵੀ ਨਿਕਲੂਗਾ, ਫਿਰ ਹਰ ਕੁਝ ਹੋਊਗਾ। ਪਰ ਜੇਕਰ ਤੁਸੀਂ ਉਹਨਾਂ ਦੇ ਖਿਲਾਫ ਕੋਈ ਵੀ ਆਵਾਜ਼, ਜੋ ਭਾਵੇਂ ਉਹ ਗਲਤ ਕਰ ਰਹੇ ਸਹੀ ਕਰ ਰਹੇ,
ਉਹਦੇ ਖਿਲਾਫ ਅਗਰ ਆਵਾਜ਼ ਚੱਕੋਗੇ ਤਾਂ ਤੁਹਾਨੂੰ ਫਿਰ ਕਾਲੀ ਸੂਚੀ ਜ਼ਰੂਰੀ ਨਹੀਂ ਕਿ ਕਾਲੀ ਸੂਚੀ 'ਚ ਪਾਇਆ ਜਾਵੇ, ਬਿਨਾਂ ਕਾਲੀ ਸੂਚੀ 'ਚ ਪਾਏ ਹੋਏ ਵੀ ਤੁਸੀਂ ਕਾਲੀ ਸੂਚੀ 'ਚ ਹੀ ਹੋ। ਜੀ ਇਹ ਉਹਨਾਂ ਦੀ ਮਰਜ਼ੀ ਆ ਤੁਹਾਨੂੰ ਕਦੋਂ ਉਹ ਬੈਨ ਕਰ ਦੇਣ ਤੇ ਕਦੋਂ ਰੱਖ ਲੈਣ। ਸੋ ਸਿੱਖਾਂ ਨੂੰ ਇਹ ਗੱਲ ਸਮਝਣੀ ਪੈਣੀ ਆ, ਦੇਖਣੀ ਪੈਣੀ ਆ ਕਿ ਜਿਹੜੀਆਂ ਉੱਪਰ ਦੀਆਂ ਪਰਤਾਂ ਉਹਨਾਂ ਦੇਖ ਲਿਆ ਕਰੀਏ। ਦੂਸਰੀ ਗੱਲ ਇਹ ਵੀ ਆ, ਮਾਫ ਕਰਨਾ ਜੇ ਇਸ ਗੱਲ ਨਾਲ ਕਿਸੇ ਦੇ ਦਿਲ ਨੂੰ ਕੋਈ ਠੇਸ ਪਹੁੰਚੇ ਦੇ, ਦੇਖੋ 1984 ਦੀਆਂ ਉਹ ਕਾਲੀ ਸੂਚੀਆਂ ਬਣੀਆਂ ਹੋਈਆਂ, ਉਹ ਅਗਰ ਉਸ ਦੇਸ਼ 'ਚ ਜਾਂਦੇ ਆ ਨਹੀਂ ਜਾਂਦੇ, ਉਹਨਾਂ ਨੂੰ ਇਹਨਾਂ ਕੋਈ ਬਹੁਤਾ ਵੱਡੀ ਗੱਲ ਵੀ ਨਹੀਂ ਆ। ਉਹਨਾਂ ਦਾ ਹੁਣ ਟਾਰਗੇਟ ਆ ਅਗਲੀ ਨੌਜਵਾਨੀ ਜੀ, ਕਿਉਂਕਿ 30 ਸਾਲ ਹੋ ਗਏ, ਉਹਨਾਂ ਨੂੰ ਪਤਾ 30 ਸਾਲ ਹੀ ਇਹ ਬਹਿੰਦੇ ਆ ਫਿਰ ਖੜੇ ਹੋ ਜਾਂਦੇ ਆ। ਉਹਨਾਂ ਨੇ ਜਿੰਨੇ ਮੁੰਡੇ ਜਿੰਨੇ ਚੰਗਾ ਕੰਮ ਕਰਨ ਵਾਲੇ ਸੀ ਚੁੱਕ ਕੇ ਅੰਦਰ ਮਾਰੇ ਆ। ਤੁਸੀਂ ਜੱਗੀ ਜੌਲ ਦਾ ਕੇਸ ਲੈ ਲਓ, ਆਪਾਂ ਨੂੰ ਨਹੀਂ ਪਤਾ ਕੇਸ ਦੇ ਵਿੱਚ ਕੀ ਆ ਜੀ, ਪਰ ਐਟਲੀਸਟ ਫੇਅਰ ਟ੍ਰਾਇਲ ਤਾਂ ਹਰ ਬੰਦੇ ਦੀ ਦਾ ਰਾਈਟ ਆ ਨਾ, ਉਹਨੂੰ ਉਹ ਵੀ ਨਹੀਂ ਮਿਲ ਰਿਹਾ ਹੈ ਨਾ। ਤੇ ਇਸ ਤਰੀਕੇ ਨਾਲ ਜਦੋਂ ਸਾਰਾ ਕੁਝ ਹੋ ਰਿਹਾ, ਉਹਨਾਂ ਨੇ ਨਵਾਂ ਨਿਊ ਯੰਗ ਬਲੱਡ ਜਿਹੜਾ ਆ ਉਹ ਸਾਰਾ ਉਹਨਾਂ ਨੇ ਉਹਨੂੰ ਬੰਦ ਕਰ ਲਿਆ ਤਾਂ ਕਿ ਅਗਲੇ 30 ਸਾਲਾਂ ਤੱਕ ਇਹਨਾਂ ਨੂੰ ਫੇਰ ਰੋਕਿਆ ਜਾ ਸਕੇ, ਹੈ ਨਾ। ਸੋ ਕਾਲੀਆਂ ਸੂਚੀਆਂ ਪਤਾ ਨਹੀਂ, ਮੈਨੂੰ ਤਾਂ ਕਦੀ ਲੱਭੀਆਂ ਨਹੀਂ ਵੀ ਖਤਮ ਹੋਈਆਂ, ਉਹ ਚੱਲਦੀਆਂ ਪਈਆਂ। ਹਾਂ, ਨਾਮ ਬਦਲ ਗਿਆ ਜੀ ਬਿਲਕੁਲ। ਤੇ ਦੂਜੇ ਬੰਨੇ ਤਰਲੋਚਨ ਸਿੰਘ ਹੁਣਾਂ ਨੇ ਬੋਲਦੇ ਹੋਏ ਕਿਹਾ ਕਿ ਮੋਦੀ ਨੇ ਗੁਜਰਾਤ ਦੇ ਇੱਕ ਗੁਰਦੁਆਰਾ ਸਾਹਿਬ ਨੂੰ ਹੈਰੀਟੇਜ ਸਟੇਟਸ ਜਿਹੜਾ ਦਵਾਇਆ ਹੈਗਾ, ਔਰ ਇਹ ਬੜੀ ਮਾਣ ਵਾਲੀ ਗੱਲ ਹੈਗੀ ਆ। ਜਦੋਂ ਮੇਰੇ ਖਿਆਲ ਦਰਬਾਰ ਸਾਹਿਬ ਤੇ ਗੱਲ ਚੱਲਦੀ ਸੀ ਕਿ ਦਰਬਾਰ ਸਾਹਿਬ ਨੂੰ ਵੀ ਕੁਝ ਸਾਲ ਪਹਿਲਾਂ ਕੈਂਪੇਨਿੰਗ ਚੱਲਦੀ ਸੀ ਕਿ ਇਹਨੂੰ ਹੈਰੀਟੇਜ ਸਟੇਟਸ ਦਵਾਇਆ ਜਾਵੇ ਜਾਂ ਨਾ ਦਵਾਇਆ ਜਾਵੇ। ਉਹ ਕੈਂਪੇਨਿੰਗ 'ਚ ਵੀ ਕਾਫੀ, ਜਿੱਦਾਂ ਆਪਾਂ ਕਹੀਏ ਕਿ ਕਾਲ ਚੈਨਲ ਨੇ ਵੀ ਇੱਕ ਚੰਗਾ ਰੋਲ ਅਦਾ ਕੀਤਾ ਸੀ, ਤੇ ਉਹਦੇ 'ਚ ਵੀ ਬਹੁਤ ਸਾਰੀਆਂ ਗੱਲਾਂ ਆਈਆਂ ਸੀ ਕਿ ਕਿਤੇ ਨਾ ਕਿਤੇ ਤੁਸੀਂ ਕਬਜ਼ਾ ਜਿਹੜਾ ਆਪਣਾ ਗੁਰਦੁਆਰੇ ਦਾ ਵਾ ਉਹ ਕਿਸੇ ਹੋਰ ਤੇ ਹੱਥ ਦੇ ਰਹੇ ਹੋ, ਤੇ ਇਹਦੇ 'ਚ ਮਾਣ ਵਾਲੀ ਗੱਲ ਕਿਹੜੀ ਆ ਹੁਣ? ਇਹੀ ਸਾਡਾ ਬੌਧਿਕ ਦਿਵਾਲੀਆਪਨ ਆ ਨਾ। ਹੈਰੀਟੇਜ ਉਹ ਹੁੰਦੀ ਆ ਜਿਹੜੀ ਹੋ ਗਈ ਤੇ ਖਤਮ ਹੋ ਗਈ, ਉਸ ਤੋਂ ਬਾਅਦ ਉਹਦੀ ਮੈਮਰੀ ਰਹਿ ਗਈ ਆ। ਸਿੱਖ ਇਤਿਹਾਸ ਕਦੀ ਵੀ ਮੈਮਰੀ ਦੇ ਵਿੱਚ ਨਹੀਂ ਗਿਆ। ਸਿੱਖ ਇਤਿਹਾਸ ਦੁਹਰਾਇਆ ਜਾਂਦਾ। ਮੈਂ ਪਹਿਲਾਂ ਕਹਿ ਹਟੀ 30 ਸਾਲਾਂ ਬਾਅਦ ਸਾਨੂੰ ਦੁਹਰਾਉਣਾ ਪੈਂਦਾ ਕਿਸੇ ਵੀ ਫਾਰਮ ਦੇ ਵਿੱਚ ਜੀ। ਤਾਂ ਇਹ ਤਾਂ ਕੰਟੀਨਿਊਟੀ ਹੈ, ਇਹ ਤਾਂ ਇੱਕ ਗੱਲ ਹੋ ਗਈ। ਅਗਲੀ ਗੱਲ ਇਹ ਆ, ਤੁਸੀਂ ਇਹ ਦੇਖੋ ਭਲਿਓ ਮਾਨਸੋ ਕਿ ਤੁਹਾਡੀ ਬੋਲੀ ਉਹਨਾਂ ਨੂੰ ਪਸੰਦ ਨਹੀਂ। ਗੁਰੂ ਨਾਨਕ ਦਾ ਜਿਹੜਾ ਸੰਦੇਸ਼ ਆ ਉਹ ਕਹਿੰਦੇ ਘਰ ਘਰ ਪਹੁੰਚਾਉਣਾ, ਪਰ ਗੁਰੂ ਨਾਨਕ ਦੀ ਬੋਲੀ ਅਸੀਂ ਪਹੁੰਚਣ ਨਹੀਂ ਦੇਣੀ। ਗੁਰੂ ਨਾਨਕ ਜਿੱਥੇ ਮੈਂ ਫਿਰ ਗੁਰੂ ਨਾਨਕ ਨੂੰ ਉਸ ਸੂਬੇ ਦੇ ਵਿੱਚ ਨਹੀਂ ਬੰਨੂੰਗੀ, ਪਰ ਪੰਜਾਬੀ ਸੂਬਾ, ਕਿਉਂਕਿ ਕਿਸੇ ਵੀ ਇੱਕ ਕੌਮ ਦੀ ਹੋਂਦ ਵਾਸਤੇ ਉਹਦਾ ਜੀਓਗ੍ਰਾਫੀਕਲ ਏਰੀਆ ਹੋਣਾ ਜ਼ਰੂਰੀ ਹੁੰਦਾ ਹੈ। ਉਹਦੇ ਇਹ ਲੋਕ ਖਿਲਾਫ ਨੇ, ਨਾਨਕਸ਼ਾਹੀ ਕੈਲੰਡਰ ਦੇ ਇਹ ਲੋਕ ਖਿਲਾਫ ਨੇ, ਪੰਜਾਬ ਦੇ ਪਾਣੀਆਂ ਦੇ ਇਹ ਲੋਕ ਖਿਲਾਫ ਨੇ, ਪੰਜਾਬ ਦੀਆਂ ਜੜ੍ਹਾਂ ਵੱਢਣ ਵਾਲੇ ਡੇਰਾਵਾਦ, ਚਾਹੇ ਉਹ ਕ੍ਰਿਸਚੀਅਨ ਮਿਸ਼ਨਰੀਜ਼ ਦੇ ਰੂਪ ਵਿੱਚ ਹੋਵੇ, ਚਾਹੇ ਬਾਬਾ ਡੰਮ ਦੇ ਰੂਪ ਦੇ ਵਿੱਚ ਹੋਵੇ, ਉਹਨਾਂ ਦੇ ਇਹ ਨਾਲ ਭੁਗਤਦੇ ਨੇ। ਤਾਂ ਜਦੋਂ ਉਹ ਸਾਰਾ ਕੁਝ ਹੀ ਤੁਹਾਡਾ ਨਿਸਤੋਂ ਨਬੂਦ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਸੋਚੋ ਕਿ ਉਹ ਹੈਰੀਟੇਜ ਸਟੇਟਸ ਕਿਉਂ ਦਵਾ ਰਹੇ ਆ, ਤੇ ਉਸ ਤੋਂ ਬਾਅਦ ਸੋਚੋ ਕਿ ਹੈਰੀਟੇਜ ਦਾ ਮਤਲਬ ਕੀ ਹੁੰਦਾ ਆ। ਹੈਰੀਟੇਜ ਮਰ ਚੁੱਕੀ ਹਿਸਟਰੀ ਨੂੰ ਕਿਹਾ ਜਾਂਦਾ ਆ ਕਿ ਇਹ ਕਦੀ ਹੋਇਆ ਸੀ, ਕਦੀ ਇਹ ਇੰਪੋਰਟੈਂਟ ਸੀ। ਹੁਣ ਅਸੀਂ ਜਿਹੜੇ ਬਾਹਰਲੇ ਹੈਗੇ ਆ ਵੀ ਇਹਦਾ ਹੁਣ ਯੂਨੈਸਕੋ ਵਾਲੇ ਧਿਆਨ ਰੱਖਣਗੇ ਵੀ ਕਿਤੇ ਇਹਨੂੰ ਕੋਈ ਹੋਰ ਟੁੱਟ ਭੱਜ ਨਾ ਹੋ ਜੇ। ਸਿੱਖ ਆਪਣੇ ਆਪ ਦੇ ਵਿੱਚ ਹੁਣ ਦਰਬਾਰ ਸਾਹਿਬ ਨੂੰ ਕਿਸੇ ਹੈਰੀਟੇਜ ਸਟੇਟਸ ਦੀ ਲੋੜ ਨਹੀਂ। ਸਿੱਖ ਉੱਥੇ ਸਵੇਰੇ 2-2:30 ਵਜੇ ਜਦੋਂ ਤੁਸੀਂ ਉੱਥੇ ਜਾ ਕੇ ਜਦੋਂ ਸਾਂਭ ਸੰਭਾਲ ਹੁੰਦੀ ਹੈ, ਤੁਸੀਂ ਦੇਖੋ ਉਹ ਇੱਕ ਅਲੌਕਿਕ ਨਜ਼ਾਰਾ ਹੁੰਦਾ ਹੈ ਨਾ। ਤਾਂ ਉਹ ਤਾਂ ਅੱਜ ਵੀ ਸਾਡੇ ਲਈ ਅੱਜ ਪ੍ਰੈਜ਼ੈਂਟ ਆ ਸਾਡਾ, ਉਹ ਕਦੀ ਪਾਸਟ ਵਿੱਚ ਨਹੀਂ ਗਿਆ। ਤਾਂ ਕਿਸੇ ਬਾਹਰੋਂ ਕਿਸੇ ਨੂੰ ਆ ਕੇ ਸਾਡੇ ਲਈ ਸਾਨੂੰ ਕਰਨ ਦੀ ਕੋਈ ਲੋੜ ਨਹੀਂ। ਅਸੀਂ ਆਪਣੇ ਹੈਰੀਟੇਜ, ਵੈਸੇ ਤਾਂ ਹੈਰੀਟੇਜ ਨਹੀਂ, ਪ੍ਰੈਜ਼ੈਂਟ ਨੂੰ ਸੰਭਾਲਣ ਦੇ ਕਾਬਿਲ ਹੈਗੇ ਆ ਜੀ। ਤੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਜਥੇਦਾਰ ਜੀ ਕੁਝ ਤੁਸੀਂ ਐਡ ਕਰਨਾ ਚਾਹੋਗੇ? ਦੇਖੋ ਸਰਦਾਰ ਜਗਜੀਤ ਸਿੰਘ ਜੀ, ਬਹੁਤ ਗੱਲਾਂ ਹੋ ਗਈਆਂ। ਦੇਖਣ ਵਾਲੀ ਗੱਲ ਇਹ ਆ ਵੀ ਸਾਨੂੰ ਬਹੁਤ ਤੌਰ ਤੇ ਸਾਰਿਆਂ ਨੂੰ ਜਾਗਰੂਕ ਹੋਣਾ ਪਊ, ਤੇ ਜਿਹੜੀਆਂ ਸਾਡੀਆਂ ਸੰਸਥਾਵਾਂ ਆਪਾਂ ਨੂੰ ਸਾਰਿਆਂ ਨੂੰ ਪਤਾ, ਉਹਨਾਂ ਦੇ ਬੈਨ ਪਾਉਣ ਦਾ ਕੋਈ ਫਾਇਦਾ ਨਹੀਂ ਹੈ ਜੀ। ਲੇਕਿਨ ਪੰਥ ਦੀ ਮੁੜ ਕੇ ਪੁਨਰ ਸਰਜੀਤੀ ਕਰੋ, ਆਪਣੇ ਇਤਿਹਾਸ ਨੂੰ ਆਧਾਰ ਬਣਾ ਕੇ, ਜਿਹੜਾ ਗੁਰੂ ਸਾਨੂੰ ਸਿਧਾਂਤ ਦੇ ਗਏ ਉਹਨੂੰ ਆਧਾਰ ਬਣਾ ਕੇ, ਤੇ ਸਭ ਤੋਂ ਵੱਡਾ ਸਾਡੇ ਸਾਹਮਣੇ ਆ ਕਿ ਸਿੱਖ ਕੌਮ ਦੀ ਅਡਰੀ ਤੇ ਸੁਤੰਤਰ ਹੋਂਦ ਹਸਤੀ ਨੂੰ ਕਾਇਮ ਰੱਖਣਾ। ਉਹਦੇ ਲਈ ਕੋਈ ਸਿੱਖ ਜੋ ਵੀ ਕਰ ਸਕਦਾ ਉਹ ਕਰੋ। ਪਰ ਜਿਹੜਾ ਹੁਣ ਇਹਨਾਂ ਦੇ ਆ, ਤੁਸੀਂ ਕਿਤਾਬ 'ਚ ਜੇ ਜਗਜੀਤ ਸਿੰਘ ਜੀ ਗੱਲ ਕਹੀ ਹੈ ਤੇ ਸਿੱਧ ਹੁੰਦੀ ਹੈ ਨਾ ਬਈ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਨੇ ਆ ਜਿਹੜਾ ਕਿਤਾਬ 'ਚ ਲਿਖਿਆ ਜੀ, ਤੇ ਜਿਹੜੀ ਕਿਤਾਬ ਦਾ ਹੁਣ ਤੁਸੀਂ ਜ਼ਿਕਰ ਕੀਤਾ, ਇਹ ਸਾਰੇ ਜਿਹੜੇ ਆ ਇਹ ਆਪਣੀ ਨਿਆਰੀ ਹੋਂਦ ਦਾ ਦਾਅਵਾ ਛੱਡ ਚੁੱਕੇ ਆ ਜੀ। ਇਹ ਖਤਰਨਾਕ ਪੁਆਇੰਟ ਇਹ ਹੈ। ਇਹ ਸਾਡੀਆਂ ਸੰਸਥਾਵਾਂ ਆਪਣੀ ਨਿਆਰੀ ਹੋਂਦ ਦਾ ਦਾਅਵਾ ਛੱਡ ਚੁੱਕੀਆਂ ਜੀ। ਤੇ ਜੇ ਤੁਸੀਂ ਆਪਣੀ ਹੋਂਦ ਦਾ ਹੀ ਦਾਅਵਾ ਛੱਡ ਦਿੱਤਾ
ਤੇ ਫਿਰ ਤੁਹਾਡੀ ਜੇ ਹੋਂਦ ਹੀ ਨਾ ਰਹੀ ਤੇ ਫਿਰ ਉਦਾਂ ਹਰ ਗੱਲ ਕਹਿ ਰਹੇ ਸਾਡੀ ਹੋਂਦ ਦੀ, ਹੋਂਦ ਸਾਡੀ ਕੀ ਹੈ ਕਿ ਅਸੀਂ ਸਾਡੀ ਜਿਹੜੀ ਸਿੱਖ ਕੌਮ ਦੀ ਹਸਤੀ ਹੈ ਜੀ ਉਹ ਨਿਆਰੀ ਤੇ ਸੁਤੰਤਰ ਆ। ਸ਼ੁਰੂ ਜਿਹੜੀ ਤੋਂ। ਆਪਾਂ ਸੋਵਰਨਟੀ ਦੀ ਗੱਲ ਜਿਹੜੀ ਆਪਾਂ ਬਾਰ-ਬਾਰ ਕਰਦੇ ਹਾਂ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਤੇ ਸਿੱਖ ਦਾ ਇੱਕੋ ਨਿਸ਼ਾਨਾ ਸੀ ਸੁਤੰਤਰਤਾ ਜਾਂ ਮੌਤ। ਬਾਗੀ ਜਾਂ ਬਾਦਸ਼ਾਹ ਮੌਤ ਕਬੂਲ ਆ ਜੀ ਪਰ ਗੁਲਾਮੀ ਕਬੂਲ ਨਹੀਂ। ਹੁਣ ਇਹ ਸਾਰੇ ਟੋਲੇ ਨੇ ਨਰਿੰਦਰ ਮੋਦੀ ਦੀ ਗੁਲਾਮੀ ਕਬੂਲ ਕਰਕੇ ਆਪਣੀ ਜਿਆਦੀ ਅਦਰੀ ਹੋਂਦ ਹਸਤੀ ਦਾ ਦਾਅਵਾ ਛੱਡ ਦਿੱਤਾ। ਇਹ ਬਹੁਤ ਖਤਰਨਾਕ ਆ ਜੀ ਜੀ। ਔਰ ਜਿਹੜਾ ਬਾਕੀ ਦੇਸ਼ਾਂ, ਕਿਉਂਕਿ ਜਿਹੜਾ ਪੰਥ ਆ ਇਹ ਸਮੁੱਚੀ ਸਿੱਖ ਚੇਤਨ ਦਾ ਜਿਹੜਾ ਸਮੂਹ ਉਹਨੂੰ ਤੁਸੀਂ ਕਹਿੰਦੇ ਆ, ਔਰ ਪੰਥ 'ਚ ਧੜੇ ਨਹੀਂ ਹੋ ਸਕਦੇ। ਇਸ ਵੇਲੇ ਦੁਨੀਆ ਭਰ 'ਚ ਜਿੰਨਾ ਖਾਲਸਾ ਪੰਥ ਵਸਦਾ ਉਹਨਾਂ ਨੂੰ ਇਹਨਾਂ ਨੂੰ ਤਾਂ ਨੋਟ 'ਚ ਲੈਣਾ ਚਾਹੀਦਾ ਵੀ ਜੇ ਇਹਦੇ ਹੋਂਦ ਨੂੰ ਨਹੀਂ ਮੰਨਦੇ ਵੀ ਮੋਦੀ ਨੂੰ ਮੰਨਣ, ਜਿਹਨੂੰ ਮਰਜ਼ੀ ਮੰਨਣ, ਮੁੜ ਕੇ ਤੁਸੀਂ ਲਿਆਓ ਆਪਣੀ ਜਿਹੜੀ ਕੌਮ ਆ ਉਹਨੂੰ ਗੁਰੂ ਗ੍ਰੰਥ ਗੁਰੂ ਪੰਥ ਦੇ ਸਿਧਾਂਤ ਤੇ ਲਿਆਓ ਤੇ ਜਿਹੜਾ ਗੁਰੂ ਸਾਨੂੰ ਸਿਧਾਂਤ ਦੇ ਗਏ ਤੇ ਜਿਹੜਾ ਸਾਡਾ ਇਤਿਹਾਸ ਆ 18ਵੀਂ ਸਦੀ ਦਾ ਕਿ ਕਿੱਥੋਂ ਅਸੀਂ ਉੱਠੇ ਤੇ ਛਿੱਕੜ ਰਾਜ ਕੀਤਾ। ਸੋ ਪ੍ਰਚਾਰ ਦੀ ਭਾਈ ਲੋੜ ਹੈ। ਬਿਲਕੁਲ ਜੀ। ਗੱਲ ਅਹਿਮਦ ਸ਼ਾਹ ਅਬਦਾਲੀ ਦੀ ਵੀ ਕੀਤੀ ਸੀ ਤੇ ਉਦੋਂ ਵੱਡੇ ਘੱਲੂਘਾਰੇ ਤੋਂ ਬਾਅਦ ਚੋਂ ਵੀ ਇਹੋ ਸਿੱਖਾਂ ਨੂੰ ਆਫਰਾਂ ਆਈਆਂ ਸੀ ਵੀ ਤੁਸੀਂ ਜਿਹੜਾ ਹਾੜੀ ਸੌਣੀ ਜਿਹੜੀ ਫਸਲ ਹੈਗੀ ਆ ਉਹਦਾ 6ਵਾਂ ਹਿੱਸਾ ਦੇ ਦਿਆ ਕਰੋ ਵੀ ਰਾਜ ਤੁਹਾਡਾ ਰਹੂਗਾ, ਜਿਹੜਾ ਤਾਜ ਹੈਗਾ ਹੈ ਉਹ ਅਹਿਮਦ ਸ਼ਾਹ ਅਬਦਾਲੀ ਦਾ ਰਹੂਗਾ। ਪਰ ਸਿੱਖਾਂ ਨੇ ਉਹ ਆਫਰ ਜਿਹੜੀਆਂ ਸੀ ਉਹ ਠੁਕਰਾ ਦਿੱਤੀਆਂ ਸੀ। ਸਿੱਖਾਂ ਨੇ ਕਿਹਾ ਸੀ ਵੀ ਸਾਨੂੰ ਆਪਣੇ ਬੱਚਿਆਂ ਦੇ ਜੇ ਆਪਾਂ ਕਹੀਏ ਕਿ ਟੋਟੇ ਕਰਾ ਕੇ ਜਿਹੜੇ ਗਲਾਂ 'ਚ ਪਵਾਉਣੇ ਉਹ ਸਾਨੂੰ ਮਨਜ਼ੂਰ ਹੈਗੇ ਆ, ਪਰ ਜਿਹੜਾ ਰਾਜ ਹੈਗਾ ਹੈ ਉਹ ਅਸੀਂ ਕਰਨਾ ਹੈ ਔਰ ਗੁਰੂ ਨੇ ਸਾਨੂੰ ਰਾਜ ਦੇਣਾ ਹੈ, ਕਿਸੇ ਸੰਸਾਰੀ ਬਾਦਸ਼ਾਹ ਨੇ ਨਹੀਂ ਦੇਣਾ। ਕਿਨਪ੍ਰੀਤ ਜੀ ਅਖੀਰ ਤੇ ਕੁਝ ਤੁਸੀਂ ਸਮ ਅਪ ਕਰਨਾ ਚਾਹੋਗੇ? ਦੇਖੋ ਮੈਂ ਇਹੀ ਗੱਲ ਕਹੂੰਗੀ ਜਿਹੜੀ ਤੁਸੀਂ ਹੁਣ ਅਬਦਾਲੀ ਦੀ ਗੱਲ ਕੀਤੀ ਨਾ, ਜੇ ਆਪਾਂ ਦੇਖੀਏ ਤੇ ਅਬਦਾਲੀ ਦੀ ਸਾਡੇ ਨਾਲ ਕੋਈ ਦੁਸ਼ਮਣੀ ਤਾਂ ਐਜ਼ ਇਟ ਇਜ਼ ਫਿਰ ਰਹੀ ਨਾ ਕਿਉਂਕਿ ਉਹ ਤਾਂ ਹੁਣ ਸੰਧੀ ਕਰਨ ਨੂੰ ਸਮਝੌਤਾ ਕਰਨ ਨੂੰ ਤਿਆਰ ਆ। ਪਰ ਜਦੋਂ ਅਸੀਂ ਕਹਾਂਗੇ ਕਿ ਨਹੀਂ ਜੀ ਅਸੀਂ ਤਾਂ ਤੁਹਾਡੀ ਗੱਲ ਨਹੀਂ ਮੰਨਦੇ ਫਿਰ ਉਹ ਦੁਸ਼ਮਣੀ ਰਹੂਗੀ। ਅਬਦਾਲੀ ਦੇ ਟਾਈਮ ਤੇ ਵੀ ਜਿਹੜਾ ਪਟਿਆਲੇ ਵਾਲਿਆਂ ਦਾ ਰੋਲ ਸੀ ਉਹ ਮੇਰਾ ਖਿਆਲ ਜੇ ਆਪਾਂ ਅਜੋਕੇ ਸਮੇਂ 'ਚ ਇਹਨਾਂ ਦੀ ਲੈ ਲਈਏ ਤੇ ਉਹ ਸੇਮ ਹੀ ਤਕਰੀਬਨ ਉਹ ਕੌਨਫਲਿਕਟ ਕਦੋਂ ਹੁੰਦਾ ਕਿ ਜਦੋਂ ਇੱਕ ਬੰਦਾ ਅੱਗੇ ਅੜ ਜੇ ਕਿ ਬਈ ਤੇਰੇ ਨਾਲ ਮੇਰੀ ਵਿਚਾਰਧਾਰਾ ਮੈਂ ਸਹਿਮਤ ਨਹੀਂ, ਉੱਥੋਂ ਹੀ ਫਿਰ ਦੁਸ਼ਮਣੀ ਬਣਦੀ ਆ। ਹੁਣ ਮੋਦੀ ਸਾਹਿਬ ਨਾਲ ਸਾਡਾ ਕੋਈ ਨਿੱਜੀ ਦੁਸ਼ਮਣੀ ਨਹੀਂ ਹੈਗੀ, ਸਿੱਖਾਂ ਦੀ ਕੋਈ ਨਿੱਜੀ ਦੁਸ਼ਮਣੀ ਨਹੀਂ ਹੈਗੀ, ਸਾਡੀ ਸਿਰਫ ਇੱਕ ਵਿਚਾਰਧਾਰਕ ਤੌਰ ਦੇ ਉੱਤੇ ਲੜਾਈ ਆ ਔਰ ਇਸੇ ਚੱਕਰ ਦੇ ਵਿੱਚ ਉਹ ਸਾਡੇ ਦੁਸ਼ਮਣ ਵੀ ਬਣ ਬੈਠੇ ਆ ਜਾਂ ਇਹ ਕਹਿ ਲਈਏ ਕਿ ਸਾਨੂੰ ਲੱਗਦਾ ਕਿ ਸਾਡੇ ਦੁਸ਼ਮਣ ਆ। ਦੁਸ਼ਮਣ ਦਾ ਕੰਮ ਹੁੰਦਾ ਵਾਰ ਕਰਨਾ। ਜੇ ਤੁਹਾਡੇ ਉੱਤੇ ਇੱਕ ਵਾਰ ਵਾਰ ਹੋ ਰਿਹਾ, ਦੂਜੀ ਵਾਰ ਹੋ ਰਿਹਾ, ਤੀਸਰੀ ਵਾਰ ਔਰ ਇੱਕੋ ਹੀ ਤਰੀਕੇ ਨਾਲ ਹੋਈ ਜਾ ਰਿਹਾ ਤੇ ਤੁਹਾਨੂੰ ਸਮਝ ਹੀ ਨਹੀਂ ਆ ਰਹੀ, ਫਿਰ ਕਿਤੇ ਨਾ ਕਿਤੇ ਆਪਣੇ ਬੌਧਿਕ ਲੈਵਲ ਦਾ ਸਾਨੂੰ ਜਿਹੜਾ ਅਨੁਮਾਨ ਆਪ ਲਾਉਣਾ ਪਊਗਾ। ਮੋਦੀ ਸਾਹਿਬ ਨੇ ਸਾਨੂੰ ਦੱਸਣ ਨਹੀਂ ਆਉਣਾ ਕਿ ਮੈਂ ਆ ਇਸ ਤਰੀਕੇ ਨਾਲ ਤਾਂ ਕਰ ਰਹੇ ਹਾਂ, ਮੈਂ ਕੋਰੀਡੋਰ ਤਾਂ ਖੋਲਿਆ, ਉਹਨਾਂ ਨੇ ਨਹੀਂ ਦੱਸਣਾ ਕਿਉਂਕਿ ਉਹਨਾਂ ਨੇ ਵੋਟ ਬੈਂਕ ਵੀ ਇਕੱਠਾ ਕਰਨਾ, ਉਹਨਾਂ ਨੇ ਆਪਣੇ ਆਪ ਨੂੰ ਹੀਰੋ ਵੀ ਬਣਾਉਣਾ ਤੇ ਤੁਹਾਨੂੰ ਉਹਨਾਂ ਨੇ ਵਿਚਾਰੇ ਵੀ ਬਣਾਉਣਾ। ਸਿੱਖਾਂ ਨੂੰ ਮੁੜ ਉੱਥੇ ਆਉਣਾ ਪਊਗਾ, ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਵਾਲੀ ਗੱਲ ਦੇ ਉੱਤੇ। ਸਿੱਖਾਂ ਨੂੰ ਆਪਣਾ ਬੌਧਿਕ ਲੈਵਲ ਆਪ ਵਧਾਉਣਾ ਪਊਗਾ ਔਰ ਆਪਣੇ ਵਿੱਚ ਜਿਹੜੀ ਇੱਕ ਖਾਮਖਾਹ ਦਾ ਹੰਕਾਰ ਆਇਆ ਹੋਇਆ ਨਾ ਕਿ ਜਿਹਦੇ ਕੋਲ ਪਾਵਰ ਆ ਉਹਦੇ ਜਾ ਕੇ ਆਪਾਂ ਚਿਮਚੇ ਵੀ ਚੱਟਦੇ ਆ ਕਿਉਂਕਿ ਸਾਨੂੰ ਲੱਗਦਾ ਕਿ ਉਹਦੇ ਕੋਲ ਪਾਵਰ, ਸਾਡੇ ਕੋਲ ਥੋੜੀ ਬਹੁਤੀ ਪਾਵਰ ਮੇਰੇ ਪਿੰਡ ਵਿੱਚ ਵੀ ਬੱਲੇ ਬੱਲੇ ਹੋ ਜੂਗੀ। ਉਸ ਤਰੀਕੇ ਦਾ ਜਿਹੜਾ ਕੰਮ ਆ ਉਹ ਉਦੋਂ ਹੀ ਆਉਂਦਾ ਜਦੋਂ ਮਨ ਜਿਹੜਾ ਆ ਉਹ ਨੀਵਾਂ ਨਾ ਹੋ ਕੇ ਮਨ ਉੱਚਾ ਹੋ ਜੇ ਤੇ ਮਤ ਨੀਵੀਂ ਹੋ ਜੇ। ਤੇ ਸਿੱਖਾਂ ਦਾ ਸਿਧਾਂਤ ਆ ਮਤ ਉੱਚੀ ਮਨ ਨੀਵਾਂ। ਸਾਨੂੰ ਮੁੜ ਉੱਥੇ ਹੀ ਆਉਣਾ ਪੈਣਾ, ਉਹੀ ਸਾਡੇ ਸਾਰੇ ਮਸਲਿਆਂ ਦਾ ਹੱਲ ਆ, ਹੋਰ ਕੋਈ ਹੱਲ ਨਹੀਂ ਹੈ। ਜੀ ਬਿਲਕੁਲ ਜੀ। ਤੇ ਸਾਡੇ ਇਸ ਪ੍ਰੋਗਰਾਮ ਦਾ ਜਿਹੜਾ ਮਕਸਦ ਹੈਗਾ ਕਿਸੇ ਦਾ ਦਿਲ ਦਿਖਾਉਣਾ ਨਹੀਂ ਹੈ, ਇਹ ਸਿਰਫ ਇੱਕ ਆਪਾਂ ਕਹੀਏ ਕਿ ਆਪਣੇ ਆਪ ਦੇ ਵਿੱਚ ਇੱਕ ਪੜਚੋਲ ਕਰਨੀ ਹੈ ਕਿ ਸਾਡੇ ਆਲੇ ਦੁਆਲੇ ਕੀ ਕੁਝ ਵਾਪਰਿਆ ਹੈ। ਕਿਤੇ ਇਸ ਤਰ੍ਹਾਂ ਤਾਂ ਨਹੀਂ ਹੈ ਕਿ ਕੋਈ ਨਾ ਕੋਈ ਸਿਧਾਂਤਕ ਹਮਲਾ ਕਿਤੇ ਲੁਕਵੇਂ ਛੁਕਵੇਂ ਰੂਪ ਦੇ ਵਿੱਚ ਜੇ ਆਪਾਂ ਕਹੀਏ, ਕਿਉਂਕਿ ਜਿੱਥੇ ਸਿਧਾਂਤ ਦੀ ਗੱਲ ਆਉਂਦੀ ਹੈ, ਜਿੱਥੇ ਇੰਟੈਲੈਕਟ ਦੀ ਗੱਲ ਆਉਂਦੀ ਹੈ ਤੇ ਉੱਥੇ ਇਸ ਤਰ੍ਹਾਂ ਦੇ ਹੀ ਹਮਲੇ ਹੁੰਦੇ ਨੇ। ਉੱਥੇ ਗੁਰੂ ਸਾਹਿਬ ਦਾ ਹਿੰਦੂਕਰਨ ਕਰਕੇ, ਗੁਰੂ ਸਾਹਿਬ ਦਾ ਰਾਸ਼ਟਰੀਕਰਨ ਕਰਕੇ ਸਾਡੇ ਸਾਹਮਣੇ ਰੱਖਿਆ ਜਾਵੇਗਾ, ਸਾਡੇ ਸਾਹਮਣੇ ਪਰੋਸਿਆ ਜਾਵੇਗਾ ਤੇ ਫਿਰ ਉਹਦਾ ਜਵਾਬ ਜਿਹੜਾ ਹੈ ਉਹ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਹੀ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ। ਹੋਰ ਜੇ ਤੁਹਾਡੇ ਕੋਲ ਕੋਈ ਸਵਾਲ ਹੋਵੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਅੱਜ ਦੇ ਸਾਡੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਅਸੀਂ ਧੰਨਵਾਦ ਕਰਦੇ ਹਾਂ ਜਥੇਦਾਰ ਮਹਿੰਦਰ ਸਿੰਘ ਹੋਣਾ ਦਾ, ਡਾਕਟਰ ਕਿਰਨਪ੍ਰੀਤ ਕੌਰ ਹੋਣਾ ਦਾ, ਜਿਨ੍ਹਾਂ ਨੇ ਕਿ ਆਪਣੇ ਜਿਹੜੇ ਵਿਚਾਰ ਨੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ ਤੇ ਅਖੀਰ ਦੇ ਵਿੱਚ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।